सिखता आया, नची कल सरोसरी, कल नारद डोरू आया। साधु सतयुग बीत्या। ये जिहड़ा जीव है, ਇਹਦੀ अवस्था की गल करदे, जिन्ना चिर मन शांत रहिंदा ਇਹਦੇ ਚ मन ਦੇ ਵਿੱਚ ਹਉਮੈ नहीं जागदी। ਹੁਣ ਹਉਮੈ त्याग के शरण ਜਾਂਦਾ है, ਨਾਲ ਜੁੜਦਾ ਚਿੱਤ ਦੇ। ਅਸਲ ਦੇ ਵਿੱਚ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ ਕਦੇ ਵੀ। ਇਹਦੇ ਆਪਣੇ ਅੰਦਰੋਂ ਸ਼ਾਂਤੀ, ਇਹਦੇ ਆਪਣੇ ਅੰਦਰ ਅੱਗ ਹਮੇਸ਼ਾ ਰਹਿੰਦੀ ਹੈ। ਇਹਦਾ ਸੁਭਾਅ ਅਗਨ ਦਾ ਸੁਭਾਅ ਹੈ ਮਨ ਦਾ। ਇਸੇ ਕਰ ਮਾਇਆ ਦੇ ਵਿੱਚ ਇਹੀ ਜੁੜਦਾ। ਚੇਤਨਾ ਮਿਲ ਕੇ ਇਹਨੂੰ ਸ਼ਾਂਤੀ ਮਿਲਦੀ ਹੈ। ਜਿਵੇਂ ਚੰਦਨ ਦੇ ਦਰਖਤ ਦੇ ਨਾਲ ਜੇ ਸੱਪ ਲਿਪਟਿਆ ਰਹੇ ਤਾਂ ਉਹ ਚੰਦਨ ਦੇ ਦਰਖਤ ਤੋਂ ਠੰਡ ਉਹਨੂੰ ਮਿਲਦੀ ਰਹਿੰਦੀ ਹੈ, ਤਾਂ ਸ਼ਾਂਤੀ ਰਹਿੰਦੀ ਹੈ। ਜੇ ਛੱਡ ਦੇਵੇ ਫਿਰ ਉਹੀ ਹਾਲਤ ਉਹਦੀ ਹੋ ਜਾਂਦੀ ਹੈ। ਮੱਛੀ ਜਿੰਨਾ ਚਿਰ ਪਾਣੀ ਦੇ ਵਿੱਚ ਹੈ ਉਹਨਾਂ ਚਿਰ ਸ਼ਾਂਤ ਹੈ, ਮੱਛੀ ਨੂੰ ਪਾਣੀ ਦੇ ਬਾਹਰ ਕੱਢ ਦਈਏ ਫਿਰ ਸ਼ਾਂਤ ਹੋ ਜਾਂਦੀ ਹੈ। ਸਤਿਯੁਗੀ ਅਵਸਥਾ ਉਹ ਹੈ ਜਦੋਂ ਇਹ ਆਪਣੇ ਮੂਲ ਨਾਲ ਜੁੜਿਆ ਹੋਇਆ। ਜੁੜਿਆ ਹੀ ਨਾ ਕਹੋ, ਮੂਲ 'ਚ ਸਮਾਇਆ ਹੋਇਆ। ਮਨ ਆਪਣੇ ਮੂਲ 'ਚ ਸਮਾਇਆ ਹੈ, ਯਾਨੀ ਮਨ ਕਾਬੂ ਦੇ ਵਿੱਚ ਹੈ। ਮਨ ਸਮਝਿਆ ਹੋਇਆ, ਸਮਝਾਇਆ ਹੋਇਆ। ਸਮਝਿਆ ਹੋਇਆ ਮਨ ਕੀ ਹੁੰਦਾ ਹੈ? ਸਮਝਿਆ ਹੋਇਆ ਮਨ ਹੋਰਨਾਂ ਨਾਲ, ਆਪਣੇ ਨਾਲ ਦੇ ਨਾਲ ਰਲ ਕੇ ਰਹਿੰਦਾ, ਮਿਲ ਕੇ ਰਹਿੰਦਾ ਬਾਕੀਆਂ ਨਾਲ। ਸੱਚਖੰਡ 'ਚ ਸਾਰਿਆਂ ਨੂੰ ਮਿਲ ਕੇ ਰਹਿੰਦਾ, ਸਤ ਸੰਗਤ ਦੇ ਰੂਪ 'ਚ ਰਹਿੰਦਾ, ਸੱਚ ਨਾਲ ਜੁੜਿਆ ਰਹਿੰਦਾ। ਜਦ ਸੱਚ ਤੋਂ ਮੂੰਹ ਇਹਦਾ ਮੁੜ ਜਾਂਦਾ, ਮੂੰਹ ਫੇਰ ਲੈਂਦਾ ਸੱਚ ਤੋਂ, ਫਿਰ ਇਹਦੀ ਅੰਦਰਲੀ ਅਵਸਥਾ ਬਦਲ ਜਾਂਦੀ ਹੈ। ਸਤਿਯੁਗ ਉਦੋਂ ਤੱਕ ਹੈ ਜਿੰਨਾ ਚਿਰ ਸੱਚ ਨਾਲ ਇਹ ਸਨਮੁਖ ਹੈ, ਸੱਚ ਇਹਨੂੰ ਮਿੱਠਾ ਲੱਗਦਾ। ਜਦੋਂ ਸੱਚ ਤੇ ਇਹਨੂੰ ਸ਼ੰਕਾ ਪੈਦਾ ਹੋ ਜਾਵੇ, ਸੱਚ ਨਾਲ ਇਹਦਾ ਮਤ ਭੇਦ ਹੋ ਜਾਵੇ, ਮਨ ਕਰਕੇ ਮਤ ਭੇਦ ਹੋ ਜਾਵੇ, ਉਦੋਂ ਇਹਦੀ ਅਵਸਥਾ ਤ੍ਰੇਤੇ ਦੀ ਹੋ ਜਾਂਦੀ ਹੈ। ਫਿਰ ਇਹਦੇ 'ਚ ਸ਼ੀਤਲਤਾ ਅੱਧੀ ਰਹਿ ਜਾਂਦੀ ਹੈ। ਅੱਧ ਸੀਲੀ ਤ੍ਰੇਤਾ ਆਇਆ, ਸਾਧੂ ਸਤਜੁਗ ਬੀਤਿਆ। ਜਿੰਨਾ ਚਿਰ ਇਹ ਸਾਧੂ ਦਾ ਸੁਭਾਅ ਰਿਹਾ ਇਹਦਾ, ਉਹਨਾਂ ਚਿਰ ਇਹਦੇ ਅੰਦਰ ਸ਼ਾਂਤੀ ਰਹੀ, ਹਿਵਾ ਘਰ ਬਣਿਆ ਰਿਹਾ। ਤੇ ਜਦੋਂ ਇਹਦੇ ਅੰਦਰ ਸ਼ਾਂਤੀ ਭੰਗ ਹੋ ਗਈ, ਅਸਲ 'ਚ ਮਨ ਭੰਗ ਹੋਇਆ। ਮਨ ਭੰਗ ਹੋਇਆ ਸੰਗਤ ਨਾਲੋਂ, ਵਿੱਚ ਮਤਭੇਦ ਹੋ ਗਿਆ, ਕਿਸੇ ਗੱਲ ਤੇ ਹੋ ਗਿਆ। ਚਾਹੇ ਮਤਭੇਦ ਹੁੰਦਾ ਹੋਵੇ ਕਰਕੇ, ਮੇਰੀ ਨਹੀਂ ਮੰਨੀ, ਮੇਰੀ ਨਹੀਂ ਸੁਣੀ। ਜੇ ਤੇਰੀ ਕੋਈ ਗਲਤ ਗੱਲ ਕਿਸੇ ਨੇ ਕਰਤੀ, ਉਹਦੀ ਨਾ ਮੰਨੀ ਜਾਵੇ, ਬਜਾਏ ਇਹਦੇ ਦੇਖਣ ਕਰ ਉਹਨੂੰ ਵਿਚਾਰੇ ਵੀ ਇਹ ਗਲਤ ਸੀ, ਇਹ ਗਲਤ ਗੱਲ ਮੇਰੇ ਮੂੰਹੋਂ ਨਿਕਲਣੀ ਹੋਣੀ ਚਾਹੀਦੀ ਸੀ। ਉਹਨੂੰ ਸਮਝਾ ਕੇ ਮਨ ਨੂੰ ਕਹੇ ਵੀ ਨਹੀਂ ਇਹ ਤਾਂ ਗੱਲੇ ਗਲਤ ਹੈ, ਮੈਂ ਉਹ ਗਲਤ ਕਹਿਤਾ, ਫਿਰ ਤਾਂ ਗਿਆ ਬਚ। ਜੇ ਉਹ ਤੇ ਅੜ ਗਿਆ, ਕਿਉਂਕਿ ਮੈਂ ਗੱਲ ਕਹੀ ਹੈ, ਇਸ ਕਰਕੇ ਚਾਹੇ ਗੱਲ ਤਾਂ ਮੰਨੀ ਜਾਣੀ ਚਾਹੀਦੀ। ਇਹ ਵਿਦਵਾਨ ਦੀ ਸਥਿਤ ਪੋਜੀਸ਼ਨ, ਵਿਦਵਾਨ ਦੀ ਹਾਲਤ ਹੈ। ਮੈਂ ਕਹਿਤੀ ਇਹ ਠੀਕ ਹੋਣੀ ਚਾਹੀਦੀ ਹੈ। ਦਸਮ ਗ੍ਰੰਥ ਤੇ ਸਟੈਂਡ ਲੈ ਲਿਆ ਖਿਲਾਫ, ਮੈਂ ਲੈ ਲਿਆ, ਹੁਣ ਮੈਂ ਚਾਹੇ ਮਰ ਜਾਵਾਂ, ਮੈਂ ਨਹੀਂ ਹਟਣਾ, ਚਾਹੇ ਠੀਕ ਵੀ ਹੋਵੇ। ਇਹ ਵਿਦਵਾਨਾਂ ਦੀ ਹਾਲਤ ਹੈ। ਗੁਰਮੁਖ ਦੀ ਅਵਸਥਾ ਨਹੀਂ ਹੁੰਦੀ। ਗੁਰਮੁਖ ਤਾਂ ਖੋਜੀ ਹੈ, ਖੋਜ ਕਰਦਾ, ਜੇ ਗਲਤੀ ਉਹਨੂੰ ਸੁਧਾਰਦਾ। ਖੋਜੀ ਗਲਤੀ ਸੁਧਾਰਦਾ, ਵਿਦਵਾਨ ਗਲਤੀ ਨਹੀਂ ਸੁਧਾਰਦਾ, ਗਲਤੀ ਤੇ ਗਲਤੀ ਕਰਦਾ। ਇਸ ਕਰਕੇ ਵਿਦਵਾਨਾਂ ਦੇ ਸਾਰੇ ਝਗੜੇ ਪਾਏ ਹੋਏ ਨੇ। ਝਗੜੇ ਬਖੇੜੇ ਖੜੇ ਕਰਨੇ ਵਿਦਵਾਨਾਂ ਦੇ ਹਿੱਸੇ 'ਚ ਆਏ ਨੇ। ਔਰ ਕਦੇ ਵੀ ਉਹ ਆਪਸ ਵਿੱਚ ਹੀ ਸਹਿਮਤ ਨਹੀਂ ਹੁੰਦੇ। ਗੁਰਮੁਖ ਸਹਿਮਤ ਹੁੰਦੇ ਨੇ। ਗੁਰਮੁਖੇ ਨੇ ਸਾਰੇ ਬੈਠੇ ਇਹਦੇ ਵਿੱਚ, ਆਦਿ ਗੁਰੂ ਗ੍ਰੰਥ ਸਾਹਿਬ ਸਹਿਮਤ ਨੇ, ਵਿਦਵਾਨ ਨਹੀਂ ਸਹਿਮਤ ਹੁੰਦੇ।
ਜਿਹੜੇ ਸਹਿਮਤ ਨੇ ਇੱਕ ਗੱਲ ਤੇ ਉਹਨਾਂ 'ਚ ਵੀ ਮਤਭੇਦ ਗਾਹ ਹੁੰਦੇ ਨੇ। ਜੇ ਉਹਨਾਂ ਨੂੰ ਦੇਖੀਏ ਉਹ ਵੀ ਕਿਸੇ ਨਾ ਕਿਸੇ ਗੱਲ ਤੇ ਮਤਭੇਦ ਹੁੰਦਾ ਉਹਨਾਂ ਦਾ। ਜਦੋਂ ਸ਼ਾਂਤੀ ਭੰਗ ਹੋ ਜਾਏ, ਮਨ ਭੰਗ ਹੋ ਜਾਏ, ਫਿਰ ਅੰਦਰ ਸ਼ਾਂਤੀ ਅੱਧੀ ਰਹਿ ਜਾਂਦੀ। ਅਧ ਸੀਲੀ ਸ਼ੀਤਲਤਾ, ਸੀਲੀ ਸ਼ੀਤਲਤਾ, ਨਿਮਰਤਾ ਸੁਭਾਅ 'ਚ ਅੱਧੀ ਰਹਿ ਗਈ। ਸੁਭਾਅ ਦੇ ਵਿੱਚ ਅੱਧੀ ਨਿਮਰਤਾ ਰਹਿ ਗਈ। ਅਧ ਸੀਲੀ ਤ੍ਰੇਤਾ, ਇੱਥੋਂ ਤ੍ਰੇਤਾ ਯੁੱਗ ਸ਼ੁਰੂ ਹੁੰਦਾ। ਤ੍ਰੇਤੇ ਦੇ ਵਿੱਚ ਕੀ ਹੈ? ਤ੍ਰਿਤੀਏ ਮੈਂ ਕਛ ਭਿਆ ਦੁਤੇੜਾ, ਤੇੜ ਪੈ ਗਈ ਚਿੱਤਰ ਮਨ 'ਚ। ਇੱਥੇ ਚਿੱਤਰ ਮਨ 'ਚ ਤਾਂ ਤੇੜ ਖੈਰ ਨਹੀਂ ਪਈ, ਸੱਚਖੰਡ ਨਾਲ ਤੇੜ ਪੈ ਗਈ ਇਹਦੀ, ਐ ਕਹੋ। ਔਰ ਚਿੱਤ ਚਾਹੁੰਦਾ ਵੀ ਸੀ ਤੇੜ ਨਾ ਪਵੇ, ਪਰ ਪ੍ਰੈਸਟੀਜ ਇਸ਼ੂ ਬਣ ਗਿਆ। ਚਿੱਤ ਨੇ ਵੀ ਪ੍ਰੈਸਟੀਜ ਇਸ਼ੂ ਬਣਾ ਲਿਆ। ਅਸਲ 'ਚ ਆਦਮੀ ਕਈ ਵਾਰ ਚਾਹੁੰਦਾ ਹੋਇਆ ਵੀ ਸਟੈਂਡ ਗਲਤ ਲੈ ਜਾਂਦਾ ਹੈ, ਨਾ ਚਾਹੁੰਦਾ ਹੋਇਆ ਵੀ ਸਟੈਂਡ ਲੈ ਜਾਂਦਾ ਹੈ ਗਲਤ। ਭਾਵੇਂ ਉਹ ਬਾਅਦ ਦੇ ਵਿੱਚ ਅੰਦਰੋਂ ਚਾਹੇ ਉਹ ਮੰਦਾ ਹੋਵੇ, ਪਰ ਉਹ ਸਟੈਂਡ ਜਾਂ ਲੈ ਗਿਆ, ਫਿਰ ਉਹ ਕਹੇ ਵੀ ਹੁਣ ਕੀ ਕਰੀਏ, ਹੁਣ ਛੱਡਣਾ ਨਹੀਂ ਚਾਹੀਦਾ, ਛੱਡ ਨਹੀਂ ਸਕਦੇ ਹੁਣ। ਬਸ ਇਹੋ ਜਿਹੀ ਗੱਲ ਹੀ ਹੈ। ਇੱਥੇ ਵੀ ਇਹਦਾ ਇਹੋ ਜਿਹਾ ਸੁਭਾਅ ਹੈ। ਅਧ ਸੀਲੀ ਤ੍ਰੇਤਾ ਆਇਆ। ਫਿਰ ਕੀ ਹੋਇਆ ਤ੍ਰੇਤੇ 'ਚ? ਜਿਨ੍ਹਾਂ ਵਾਸਤੇ ਤ੍ਰੇਤਾ ਆ ਗਿਆ, ਇੱਕ ਵਾਸਤੇ ਨਹੀਂ ਆਇਆ। ਤ੍ਰੇਤੇ ਜਿਨ੍ਹਾਂ ਦੇ ਵਿੱਚ ਅਧਸ਼ੀਲੀ ਹੋ ਗਈ, ਉਹਨਾਂ ਵਾਸਤੇ ਸੰਸਾਰ ਹੈ। ਉਹਨਾਂ ਵਾਸਤੇ ਇਹ ਸੰਸਾਰ ਰਚਣਾ ਪਿਆ। ਨੱਚੀ ਕੱਲ ਸਰੋਸਰੀ, ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਆਪਣੀ ਮਰਜ਼ੀ ਦਾ ਭੂਤ ਸਵਾਰ ਹੋ ਗਿਆ। ਉਹ ਜਿਹੜੀ ਸਮੁੱਚੀ ਸੱਚਖੰਡ ਦੀ ਮਰਜ਼ੀ ਸੀ, ਇੱਕ ਮਤ ਸੀ, ਉਹ ਇੱਕ ਮਤ ਤੋਂ ਉਲਟ ਆਪਣੀ ਮਤ ਸ਼ੁਰੂ ਹੋ ਗਈ। ਆਪਣੀ ਮਰਜ਼ੀ ਦਾ ਭੂਤ ਸਵਾਰ। ਆਪਣੀ ਮਤ ਮਨਮਤ ਹੈ। ਆ ਸੰਸਾਰ 'ਚ ਹੈ ਹੀ ਮਨਮਤ। ਇਹੀ ਤਾਂ ਮਨ ਕੀ ਮਤ ਤਿਆਗਣੀ ਆਪਾਂ ਨੇ, ਹੋਰ ਕੀ ਕਰਨਾ। ਮਨ ਕੀ ਮਤ ਤਿਆਗ ਨੂੰ ਕਹਿੰਦੀ ਹੈ ਬਾਣੀ। ਆਪਣੀ ਮਰਜ਼ੀ ਦਾ ਭੂਤ ਸਵਾਰ ਹੋ ਗਿਆ ਸਾਰਿਆਂ ਦੇ ਸਿਰ ਤੇ। ਹੁਣ ਵੀ ਸਵਾਰ ਹੈ ਸੰਸਾਰ 'ਚ, ਆਪਣੀ ਆਪਣੀ ਮਰਜ਼ੀ ਦਾ ਭੂਤ ਸਵਾਰ ਹੈ। ਇਹ ਆਪਣੀ ਮਰਜ਼ੀ ਦੇ ਭੂਤ ਦੀ ਲੜਾਈ ਹੈ ਸੰਸਾਰ 'ਚ ਸਾਰੀ। ਨੱਚੀ ਕੱਲ ਸਰੋਸਰੀ, ਕੱਲ ਨਾਰਦ ਡੋਰੂ ਬਾਇਆ। ਹੁਣ ਨਾਰਦ ਕੋਈ ਆਦਮੀ ਨਹੀਂ ਹੈ, ਇਹਨਾਂ ਨੇ ਨਾਰਦ ਆਦਮੀ ਬਣਾਤਾ। ਕਿਉਂ? ਅਸਲ ਦੇ ਵਿੱਚ ਨਾਰਦ ਗੁਰਮੁਖ ਨੂੰ ਕਿਹਾ ਹੋਇਆ। ਨਾਰਦ ਦਾ ਮਤਲਬ ਤਾਂ ਗੁਰਮੁਖ ਹੈ। ਗੁਰਮੁਖ ਇਹਨਾਂ ਮੱਤਾਂ ਦੇ ਖਿਲਾਫ ਹੈ। ਉਹਨੂੰ ਬਦਨਾਮ ਕਰਨ ਵਾਸਤੇ ਉਹਦਾ ਰੂਪ ਹੋ ਰਿਹਾ ਘੜ ਕੇ ਦਿਖਾਇਆ ਹੋਇਆ ਇਹਨਾਂ ਨੇ। ਜਿਵੇਂ ਕਬੀਰ ਨੂੰ ਕਹਿੰਦਾ ਵੀ ਕਬੀਰ ਕਹਿੰਦਾ ਮੇਰੀ ਮੱਤ ਮਾਰੀ ਗਈ, ਮੈਂ ਬਨਾਰਸ ਛੱਡਤਾ। ਕਬੀਰ ਕਹਿ ਰਿਹਾ ਵੀ ਸਗਲ ਜਨਮ ਸ਼ਿਵਪੁਰੀ ਗਵਾਇਆ, ਮੇਰਾ ਜਨਮ ਸ਼ਿਵਪੁਰੀ ਸਾਰਾ ਗਵਾਇਆ ਗਿਆ। ਮੈਨੂੰ ਥੋੜੀ ਹੁਣ ਅਕਲ ਆ ਗਈ, ਮੈਂ ਬਨਾਰਸ ਛੱਡਤਾ, ਚੰਗਾ ਹੋਇਆ ਛੱਡਤਾ। ਉਹ ਤਾਂ ਕਹਿੰਦਾ ਮੇਰੇ ਚੰਗੇ ਭਾਗ ਨੇ ਬਨਾਰਸ ਮੈਂ ਛੱਡਤਾ। ਮੈਂ ਬਾਹਰ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਮੈਨੂੰ ਵੀ ਗੱਲ ਕੁਛ ਹੋ ਰਿਹਾ। ਉਹ ਮਗਰ ਗਿਆ, ਮਗਰ ਵਾਲੇ ਖਿਲਾਫ ਨੇ। ਇਹ ਕਹਿੰਦੇ ਜਿਹੜਾ ਮਗਰ ਜਾਊਗਾ ਗਲੇ ਦੀ ਜੂਨ ਪਊਗਾ। ਮਤਲਬ ਮਗਰ ਵਾਲੇ ਇਹਨਾਂ ਦੇ ਖਿਲਾਫ ਸੀ, ਜਿਵੇਂ ਗੁਰਮਤ ਕਾਸ਼ੀ ਮਤ ਦੇ ਖਿਲਾਫ ਹੈ। ਹੁਣ ਇਹਨਾਂ ਨੂੰ ਤਕਲੀਫ ਕਿਹੜੀ ਗੱਲ ਦੀ ਹੈ? ਸਿੱਖਾਂ ਤੋਂ ਕਿਹੜੀ ਗੱਲ ਦੀ ਤਕਲੀਫ ਹੈ? ਅਸਲ 'ਚ ਗੁਰਮਤ ਇਹਨਾਂ ਦੀ ਮਤ ਦਾ ਕੱਖ ਛੱਡਦੀ ਹੋਈ ਨਹੀਂ ਹੈ। ਦਸਮ ਗ੍ਰੰਥ ਵੀ ਨਹੀਂ ਕੱਖ ਛੱਡਦਾ। ਆ ਦੇਖੋ ਨਾ, ਉਹੀ ਤਾਂ ਗੱਲ ਕਹਿ ਰਿਹਾ। ਨੱਚੀ ਕੱਲ ਸਰੋਸਰੀ, ਕੱਲ ਨਾਰਦ ਡੋਰੂ ਬਾਇਆ। ਅਭਿਮਾਨ ਉਤਾਰਨ ਦੇਵਤਿਆਂ ਮੈਖਾ ਸੁਰ ਸੰਭਵ। ਅਭਿਮਾਨ ਉਤਾਰਨ ਦੇਵਤਿਆਂ ਮੈਖਾ ਸੁਰ ਸੰਭਵ ਪਾਇਆ। ਹੁਣ ਇਹਨਾਂ ਦੇ ਦੇਵਤੇ ਹੰਕਾਰੀ ਸ਼ਬਦ ਕਰਦੇ। ਇਹ ਤਾਂ ਦੇਵਤਿਆਂ ਦੇ ਪੁਜਾਰੀ ਨੇ, ਦੇਵਤੇ ਹੰਕਾਰੀ ਨੇ। ਹੰਕਾਰ ਦੀ ਪੂਜਾ ਕਰੀਦੀ ਹੈ। ਜਿਹਦਾ ਗੁਰੂ ਹੈ ਹੰਕਾਰੀ ਹੋਵੇ, ਜਿਹਦਾ ਇਸ਼ਟੇ ਹੰਕਾਰੀ ਹੋਵੇ, ਉਹ ਹੰਕਾਰ ਤਿਆਗ ਕਿਵੇਂ ਸਕਦਾ? ਜਿਹਦਾ ਟੀਚਰੇ ਹੰਕਾਰੀ ਹੋਵੇ, ਜਿਹਦੀ ਮੱਤੇ ਹੰਕਾਰੀਆਂ ਦੀ ਹੋਵੇ, ਉਹ ਹੰਕਾਰ ਦਾ ਤਿਆਗ ਕਿਵੇਂ ਕਰੂ? ਇਸ ਕਰਕੇ ਰਮਾਇਣ ਔਰ ਮਹਾਭਾਰਤ ਦੇ ਵਿੱਚ ਕੀ ਹੈ? ਹੰਕਾਰ ਦੀ ਲੜਾਈ ਹੈ। ਉੱਥੇ ਇੱਕ ਰਾਜ ਦੀ ਲੜਾਈ ਹੈ, ਧੜੇਬੰਦੀ ਹੈ।
ਇੱਕ ਧੜਾ ਰਾਮਚੰਦਰ ਨੂੰ ਜਿਤਾਉਂਦਾ, ਇੱਕ ਧੜਾ ਰਾਵਣ ਨਾਲ ਖੜਾ। ਅੱਜ ਵੀ ਦੋ ਧੜੇ ਨੇ ਖੜੇ। ਇੱਕ ਧੜਾ ਕੌਰਵਾਂ ਨਾਲ ਖੜਾ, ਇੱਕ ਧੜਾ ਪਾਂਡਵਾਂ ਨਾਲ ਖੜਾ। ਧੜੇ ਨੇ। ਦੇਵੀ ਦੇਵਤੇ ਵੀ ਉਹਨਾਂ ਦੀ ਮਦਦ ਕਰ ਰਹੇ ਨੇ। ਕਰਨ ਨੂੰ ਸੂਰਜ ਦਾ ਪੁੱਤ ਦਿਖਾਇਆ, ਉਹਦੀ ਮਦਦ ਤੇ ਆ ਗਿਆ। ਉਧਰ ਇੰਦਰ ਦਾ ਪੁੱਤਰ ਹੈ ਅਰਜੁਨ, ਉਹ ਉਹਦੀ ਮਦਦ ਤੇ ਖੜਾ। ਐ ਖੜੇ ਨੇ। ਧੜੇਬੰਦੀ ਹੈ। ਲੜਾਈ ਕਾਹਦੀ ਹੈ? ਲੜਾਈ ਸੰਸਾਰੀ ਹੈ, ਲੜਾਈ ਰਾਜ ਦੀ ਹੈ। ਕੋਈ ਉੱਥੇ ਧਰਮ ਦੀ ਗੱਲ ਨਹੀਂ ਹੈ, ਪਰਮਾਰਥ ਦੀ ਕੋਈ ਗੱਲ ਨਹੀਂ, ਗੱਲ ਸਵਾਰਥ ਦੀ ਹੈ। ਰਾਮਾਇਣ ਦੇ ਵਿੱਚ ਵੀ ਸਵਾਰਥ ਹੈ। ਸੀਤਾ ਦੇ ਕੋਈ ਲੜਾਈ ਨਹੀਂ, ਸੀਤਾ ਵਾਪਸ ਕਰਦੇ ਕੋਈ ਲੜਾਈ ਨਹੀਂ। ਫਿਰ ਕੋਈ ਲੜਾਈ ਨਹੀਂ, ਨਹੀਂ ਲੜਾਈ ਹੈ। ਉਹ ਲੜਾਈ ਕੋਈ ਬ੍ਰਹਮ ਗਿਆਨ ਦੀ ਲੜਾਈ ਨਹੀਂ ਹੈ, ਅੱਗਾ ਸਮਾਰਨ ਵਾਸਤੇ ਲੜਾਈ ਨਹੀਂ ਹੈ, ਪਰਲੋਕ ਲੋਕ ਸਮਾਰਨ ਵਾਸਤੇ ਲੜਾਈ ਨਹੀਂ ਹੈ। ਇਹ ਲੜਾਈ ਜਿਹੜੀ ਹੈ ਪਰਲੋਕ ਲੋਕ ਸਮਾਰਨ ਵਾਸਤੇ। ਇਹ ਜਿਹੜੀ ਚੰਡੀ ਦੀ ਲੜਾਈ ਹੈ ਨਾ ਵਾਰ, ਇਹ ਲੋਕ ਪਰਲੋਕ ਸਮਾਰਨ ਵਾਸਤੇ ਲੜਾਈ। ਗਿਆਨ ਖੜਗਲ ਹੈ, ਮਨ ਸਿਓ ਲੂਝੈ। ਸਾਡੀ ਇਹ ਲੜਾਈ ਹੈ। ਖਾਲਸਾ ਸੋ ਜੋ ਕਰੇ ਨਿਤ ਕਿਹਦੇ ਨਾਲ? ਆਪਣੇ ਮਨ ਨਾਲ। ਹੋਰ ਕਿਹਦੇ ਨਾਲ? ਪਰ ਜੇ ਇਹਦੇ ਅਰਥ ਲਾ ਲਈਏ ਵੀ ਲੋਕਾਂ ਨਾਲ ਕਰੇ, ਫਿਰ ਤਾਂ ਮੂਰਖ ਵਾਲੇ ਅਰਥ ਨੇ। ਨਿਤ ਜੰਗ ਕਿਵੇਂ ਕਰੂਗਾ? ਨਿਤ ਜੰਗ ਕਰਨ ਵਾਲਾ ਆਦਮੀ ਤਾਂ ਧਾਰਮਿਕ ਹੁੰਦਾ ਹੀ ਨਹੀਂ। ਜੇ ਕਿਸੇ ਨਾਲ ਗੁਆਂਢੀਆਂ ਨਾਲ ਲੜੇ ਆ, ਪੜੋਸੀਆਂ ਨਾਲ ਕਿਸੇ ਹੋਰ ਨਾਲ ਲੜੇ, ਉਹ ਤਾਂ ਆਦਮੀ ਕਪੱਤਾ ਹੁੰਦਾ। ਉਹਦੇ ਅੰਦਰ ਸ਼ਾਂਤੀ ਕਿੱਥੇ ਹੋਈ? ਉਹ ਪਰਮਾਰਥੀ ਕਿੱਥੇ ਹੋ ਜਾਊਗਾ? ਉਹ ਤਾਂ ਗੁੰਡਾ ਹੁੰਦਾ। ਇਹ ਕਹਿੰਦੇ ਦੰਗਾ ਹੀ ਗੁਰ ਤੇ ਮੰਗਾ। ਇਹਨਾਂ ਦੇ ਵਿਦਵਾਨਾਂ ਨੇ ਲਿਖ ਦਿੱਤਾ, ਲਿਖਾਤਾ ਅਗਲਿਆਂ ਨੇ। ਜਾਤ ਗੋਤ ਸਿੰਘ ਨੇ ਕੀ ਦੰਗਾ? ਦੰਗਾ ਹੀ ਸਤਿਗੁਰ ਤੇ ਮੰਗਾ। ਕਿਉਂ? ਬਦਨਾਮ ਕਰਨਾ ਸੀ ਇਹਨਾਂ ਨੂੰ, ਮੂਰਖਾਂ ਨੂੰ ਬਦਨਾਮ ਕਰਨ ਵਾਸਤੇ ਪੜ੍ਹੇ ਲਿਖੇ ਸੀਗੇ। ਉਹ ਜਿਹੜੇ ਮਿਸਲਾਂ ਵਾਲੇ ਸੀ ਉਹ ਨਾਲ ਸੀ, ਉਹ ਵੀ ਚਾਹੁੰਦੇ ਸੀ ਵੀ ਇਹਨਾਂ ਨੂੰ ਬਦਨਾਮ ਕਰ ਦਈਏ। ਜਿਹੜੇ ਗੁਰਮਤ ਹੈ ਇਹਨੂੰ ਬਦਨਾਮ ਕਰ ਦਈਏ, ਇਹਨੂੰ ਹਿੰਦੂ ਮਤ ਨੂੰ ਸਮਾਂ ਉੱਤੇ ਕਰ ਦਈਏ, ਇਹਨਾਂ ਨੂੰ ਹੋਰੇ ਰੂਪ ਬਣਾਤਾ। ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ। ਮੈਂ ਖਾਸੁਰ ਸੁੰਭ ਕੀ ਹੈ? ਅਮਨ ਪੈਦਾ ਕੀਤਾ। ਸੱਚਖੰਡੋਂ ਦਾ ਵਿਰੋਧ ਕਰਕੇ ਆਏ ਨੇ ਇਕੱਠੇ, ਇੱਕ ਆਪ ਵਿਰੋਧ ਕਰਕੇ ਆਏ। ਹੁਣ ਮਨ ਅਰਚਿਤ ਆਪਸ ਵਿੱਚ ਹੀ ਅਲਝ ਗਏ। ਇੱਥੇ ਅੰਦਰ ਇੱਕ ਖਿਆਲ ਇਹ ਵੀ ਗਲਤੀ ਕੀਤੀ, ਸੱਚਖੰਡ ਦਾ ਵਿਰੋਧ ਕਰਕੇ ਗਲਤੀ ਕੀਤੀ। ਉਹ ਕਹਿੰਦਾ ਗਲਤੀ ਕੀਤੀ ਨਹੀਂ। ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਇਹ ਹੈ। ਇੱਕ ਪਾਸਾ ਹੈ ਗਲਤੀ ਸਮਝਦਾ ਵੀ ਗਲਤੀ ਕੀਤੀ, ਇੱਕ ਪਾਸਾ ਸਮਝਦਾ ਨਹੀਂ ਕੀਤੀ ਗਲਤੀ। ਅੱਧਾ ਸਮਝਦਾ ਗਲਤੀ ਕੀਤੀ ਹੈ, ਅੱਧਾ ਸਮਝਦਾ ਗਲਤੀ ਨਹੀਂ ਕੀਤੀ। ਕਿਉਂ? ਜੋ ਤਕਲੀਫਾਂ ਹੋਈਆਂ ਨੇ ਸੱਚਖੰਡ ਨੂੰ ਛੱਡ ਕੇ, ਉਹ ਮਹਿਸੂਸ ਕਰਦਾ, ਅੰਦਰੋਂ ਮਹਿਸੂਸ ਕਰਦਾ, ਅੰਦਰੋਂ ਮਹਿਸੂਸ ਕਰਦਾ ਗਲਤੀ ਕੀਤੀ, ਬਾਹਰੋਂ ਮੰਨਦਾ ਹੈ ਨਹੀਂ। ਐਂ ਕਹਿ ਲਓ ਇੱਕੋ ਹੀ ਆਦਮੀ ਹੈ, ਦੋ ਨਹੀਂ ਹਨ। ਅੰਦਰੋਂ ਤਾਂ ਬਣਦਾ ਗਲਤੀ ਹੋ ਗਈ, ਪਰ ਜ਼ੁਬਾਨ ਤੇ ਮੰਨਣ ਨੂੰ ਤਿਆਰ ਨਹੀਂ, ਫਿਰ ਬੇਇੱਜ਼ਤੀ ਬਣਦਾ। ਅੰਦਰੋਂ ਬਾਹਰੋਂ ਹੈ ਕਈ ਅੰਤਰ ਬਾਹਰ ਇੱਕੋ ਜਾਣੋ। ਹੈ ਕੋਈ ਅੰਦਰ ਔਰ ਬਾਹਰ ਵਾਲਾ, ਇੱਕੋ ਸਿਰ ਸਬਾਈ, ਇੱਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਇੱਕ ਜਿੱਦਣ ਹੋ ਜੂ, ਜਿੱਦਣ ਦੀ ਸੋਚ ਇੱਕ ਹੋ ਜੂ ਵੀ ਹਾਂ ਗਲਤੀ ਕੀਤੀ ਹੈ, ਮਨ ਵੀ ਮੰਨ ਜੂਗਾ, ਉਦਣ ਸਮਾ ਜੂਗਾ। ਫਿਰ ਸੋਚਾਂ ਦੋ ਨੇ ਹੋਣੇ ਦੀਆਂ, ਦੂਈ ਸੋਚ ਤਿਆਗਣੀ ਪਊਗੀ, ਛੱਡਣੀ ਪਊਗੀ। ਹਾਂ ਹਾਂਜੀ। ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ ਅਪਾਇਆ। ਫਿਰ ਕੀ ਕੀਤਾ? ਮੈਂ ਖਾਸੁਰ ਕਿਵੇਂ ਉਪਾਇਆ? ਮੈਂ ਖਾਸੁਰ ਸੁੰਭ। ਫਿਰ ਇਹਨੇ ਕਿਹਾ ਵੀ ਇਹਨੂੰ ਕਿਵੇਂ ਹੋ, ਮਤਲਬ ਹੈ ਯਤਨ ਕਿਵੇਂ ਹੋਵੇ। ਜਦੋਂ ਹੰਕਾਰ ਹੋਇਆ ਫਿਰ ਕੀ ਹੋਇਆ? ਗੁਰਬਾਣੀ ਆਦਿ ਕੀ ਕਹਿੰਦਾ? ਆਦਿ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ? ਇਹਨੂੰ ਫਿਰ ਕੀ ਕੀਤਾ ਗਿਆ? ਇਹਦਾ
ਜਿਹੜੇ ਬਾਹਰ ਕੱਢੇ ਸੱਚਖੰਡ ਤੋਂ ਉਹਨਾਂ ਦਾ ਰੂਪ ਕੀ ਬਣ ਗਿਆ? ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ ਜਾਏ, ਹੁਕਮ ਦੇ ਨਾਲ ਮਹਿਦੂਦ ਕਰਤੇ। ਮਹਿਦੂਦ ਹੈ ਆਪਾਂ ਇਹਦੇ ਵਿੱਚ, ਜੇਲ੍ਹ ਦੇ ਵਿੱਚ ਮਹਿਦੂਦ ਕਰਤੇ। ਬੁੱਧੀ ਦਾ ਨਾਸ ਹੋ ਗਿਆ। ਬੁੱਧੀ ਦਾ ਨਾਸ ਉਦੋਂ ਹੀ ਹੋ ਗਿਆ ਜਦ ਸੱਚਖੰਡ ਦੇ ਨਾਲ ਟਕਰਾ ਗਿਆ, ਸੱਚ ਦੀ ਮੱਤ ਦੇ ਨਾਲੇ ਟਕਰਾ ਗਿਆ, ਜਦ ਜਾਂ ਹੁਕਮ ਨਾਲੇ ਟਕਰਾ ਗਿਆ, ਬੁੱਧੀ ਦਾ ਤਾਂ ਉਦੋਂ ਹੀ ਨਾਸ ਹੋ ਗਿਆ। ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ, ਉਹ ਕਹਿੰਦਾ ਵੀ ਇਹਨਾਂ ਨੂੰ ਭਾਈ ਅੱਡ ਕਰ ਦਿਓ, ਏਰੀਆ 'ਚ ਬੰਦ ਕਰ ਦਿਓ, ਇਹਨੇ 'ਚ ਮਹਿਦੂਦ ਕਰ ਦਿਓ। ਫਿਰ ਇਹਨਾਂ ਨੂੰ ਫਿਰ ਕੀ ਹੈ ਵੀ ਤੁਸੀਂ ਭਾਈ ਇਲਾਜ ਹੁਣ ਤੁਹਾਡਾ ਇਹ ਹੈ, ਘਰ ਤੁਸੀਂ ਤਾਂ ਆ ਸਕਦੇ ਹੋ। ਫਿਰ ਉੱਥੇ ਨੇ ਤ੍ਰੇਤੇ ਦੇ ਵਿੱਚ ਆਦਮੀ ਦਾ ਜਨਮ ਫਿਰ ਕਿਵੇਂ ਮਿਲਿਆ? ਸਵਾਲ ਇਹ ਹੈ। ਫਿਰ ਉੱਥੇ ਪਛਤਾਉਂਦਾ ਹੈ ਤ੍ਰੇਤੇ 'ਚ ਵੀ ਇਹ ਤਾਂ ਬਹੁਤ, ਅਸੀਂ ਤਾਂ ਪੈਰ ਕੁਹਾੜਾ ਮਾਰ ਲਿਆ, ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਤੇ ਪੈਰ ਕੁਹਾੜਾ ਮਾਰ ਲਿਆ, ਗਲਤ ਹੋ ਗਿਆ ਕੰਮ। ਕਿਤੇ ਸਾਰਾ ਕੁਛ ਆਪਣਾ ਸੀ, ਕਿਤੇ ਕੁਛ ਵੀ ਆਪਣਾ ਨਹੀਂ। ਉੱਥੇ ਪਛਤਾਉਂਦਾ, ਫਿਰ ਉੱਥੇ ਪ੍ਰਾਇਚਿਤ ਕਰਦਾ ਤ੍ਰੇਤੇ 'ਚ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਨਹੀਂ ਪਾਈ। ਫਿਰ ਆਪਣੀ ਗਲਤੀ ਤੇ ਜਾਂ ਪਛਤਾਉਂਦਾ, ਫਿਰ ਇਹਨੂੰ ਹੈ ਵੀ ਹੁਣ ਤੂੰ ਐ ਕਰ, ਇਹ ਪ੍ਰੋਸੀਜਰ 'ਚ ਲੰਘ, ਇੰਨੀਆਂ ਜੂਨਾਂ ਭੁਗਤ। ਆਦਮੀ ਦੀ ਜੂਨ ਵਾਸਤੇ ਅਸਲ ਦੂਜੀਆਂ ਜੂਨਾਂ ਮਿਲੀਆਂ ਨੇ, ਇੱਕੋ ਜੂਨ ਹੈ ਅਸਲ 'ਚ, ਇੱਕੋ ਜੂਨ ਹੈ, ਬਾਕੀ ਜੂਨਾਂ ਐਵੇਂ ਹੀ ਵਿੱਚੇ ਨੇ ਉਹਦੇ। ਅਸਲ ਦੇ ਵਿੱਚ ਉੱਥੋਂ ਇਹਦੀ ਮੱਤ ਮਾਰੀ ਗਈ। ਜਦ ਸੱਚਖੰਡ ਛੱਡਿਆ ਮੱਤ ਤਾਂ ਪਹਿਲਾਂ ਮਾਰੀ ਗਈ। ਤਾਂ ਹੁਣ ਮੱਤ ਜਿਉਂਦੀ ਕਿਵੇਂ ਹੋਵੇ? ਗਊ ਜਿਉਂਦੀ ਕਿਵੇਂ ਹੋਵੇ? ਮਾਰੀ ਤਾਂ ਗਈ, ਮਰੀ ਤਾਂ ਹੋਈ ਹੈ। ਇਹ ਪ੍ਰਗਟ ਕਿਵੇਂ ਹੋਵੇ? ਉਹ ਪ੍ਰਗਟ ਕਰਨ ਦਾ ਇਲਾਜ ਹੈ ਮੱਤ। ਇਹਦਾ ਜਨਮ ਪਦਾਰਥ ਜਿਹੜਾ ਮਿਲਣਾ ਨਾ, ਇਹ ਮਹਿਦੂਦ ਜਗ੍ਹਾ ਦੇ ਵਿੱਚ, ਜਿਵੇਂ ਆਂਡੇ ਦੇ ਵਿੱਚੋਂ ਬਾਹਰ ਨਿਕਲਦਾ ਹੈ ਬੱਚਾ ਖੁੱਲ੍ਹੀ ਹਵਾ ਦੇ ਵਿੱਚ, ਜਿੱਥੇ ਮਰਜੀ ਜਿੱਥੇ ਨਹੀਂ ਜਾਵੇ, ਇਹ ਆਂਡਾ ਹੀ ਹੈ ਭਰਮ ਕਾ, ਜਿਹੜਾ ਸਾਰਾ ਆਕਾਸ਼ ਹੈ। ਇਹ ਭਰਮ ਕੇ ਆਂਡੇ 'ਚ ਬੰਦਾ, ਬਹੁਤ ਬੜਾ ਆਂਡਾ ਹੈ। ਕਿੱਡਾ ਆਂਡਾ? ਜਿੱਡਾ ਧਾਰੂ ਉੱਪਰ ਆਕਾਸ਼ ਹੈ, ਪਰ ਇਹਦਾ ਵਿੱਚ ਸਾਰੇ ਦਾ ਇਹਨੂੰ ਗਿਆਨ ਨਹੀਂ ਹੈ। ਇਹ ਆਂਡੇ 'ਚੋਂ ਹੀ ਬਾਹਰ ਨਿਕਲਣੇ ਨੇ। ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸਾ, ਕਿੱਡਾ ਪ੍ਰਗਾਸਾ। ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਾਰੂ ਉੱਪਰ ਆਕਾਸ਼। ਇੰਨਾ ਪ੍ਰਗਾਸ ਹੋਣਾ। ਪ੍ਰਗਾਸ ਸਾਰੀਆਂ ਜੂਨਾਂ 'ਚ ਹੋਇਆ। ਉਹ ਜੂਨਾਂ ਦਾ ਕੱਪੜੇ ਹੀ ਬਦਲੇ ਨੇ, ਪ੍ਰਗਾਸ ਦਾ ਆਤਮਾ ਨੂੰ ਹੋਣਾ। ਜੂਨਾਂ ਜਾਨਾ ਕੁਛ ਨਹੀਂ ਹੈ, ਐਵੇਂ ਹੀ। ਉਹ ਤਾਂ ਜਿਵੇਂ ਇੱਕ ਇੱਕ ਦਿਨ ਹੈ, ਐਵੇਂ ਤੱਕ ਪੜ੍ਹਾਈ ਨੂੰ ਕਿੰਨੇ ਦਿਨ ਲੱਗਦੇ ਨੇ? 1 ਜੂਨ ਦਾ ਇੱਕ ਦਿਨ ਹੈ ਬਸ, ਇਹਦਾ 1 ਦਿਨ ਦੀ ਪੜ੍ਹਾਈ ਹੈ। 1 ਦਿਨ ਦੀ ਪੜ੍ਹਾਈ 1 ਜੂਨ ਮੰਨ ਲਓ ਤੁਸੀਂ। ਜੂਨ ਦੇ ਵਿੱਚ 1 ਦਿਨ ਦੀ ਪੜ੍ਹਾਈ ਹੈ। 84 ਲੱਖ ਉਹ ਕਹਿੰਦੇ ਨੇ ਵੀ ਜੂਨਾਂ, 84 ਲੱਖ ਜੂਨਾਂ ਨੇ, 84 ਲੱਖ ਦਿਨ ਪੜ੍ਹਨੇ ਨੇ। ਇਹਨੂੰ ਤਾਂ ਹੀ ਤਾਂ ਜੰਮਣਾ ਮਰਨਾ ਨਹੀਂ ਮੰਨਿਆ ਹੋਇਆ ਗੁਰਬਾਣੀ ਨੇ। ਸਰੀਰ ਧਾਰਨ ਨੂੰ ਜੰਮਣਾ ਮਰਨਾ ਤਾਂ ਹੀ ਨਹੀਂ ਮੰਨਿਆ। ਨਾ ਕਿਸੇ ਜਨਮੇ ਨਾ ਕੁਛ ਮਰਿਆ, ਆਪਣੇ ਚੱਲ ਆਪ ਹੀ ਕਰਾ। ਇਹ ਤਾਂ ਕੱਪੜੇ ਬਦਲਦਾ, ਡਰੈਸ ਬਦਲਦਾ ਰੋਜ਼। ਇਹ ਐਂ ਕਹਿ ਲਓ ਵੀ ਰੋਜ਼ ਇਹ ਬਦਲਦਾ ਡਰੈਸ ਬਸ। ਜਨਮ ਇਹਨੂੰ ਮਿਲਣਾ ਆਤਮਾ ਦੇ ਤਲ ਤੇ। ਜਨਮ ਤਾਂ ਇੱਕੇ ਵਾਰ ਹੋਣਾ ਤੇ ਮਰਿਆ ਹੈ ਤਾਂ ਹੈ ਹੀ। ਇਹ ਮਰਿਆ ਹੋਇਆ ਵੀ ਨਹੀਂ ਹੈ, ਮਰਨਾ ਹੈ ਇਹਨੇ। ਜੋ ਉਹ ਜਿਹੜਾ ਇਹਦੇ ਅੰਦਰ ਖਿਆਲ ਪੈਦਾ ਹੋਇਆ ਨਾ, ਖਿਆਲ ਵਿਰੋਧ ਵਾਲਾ ਸੱਚਖੰਡ, ਉਹ ਖਿਆਲ ਮਰਨਾ। ਅਸਲ 'ਚ ਹੋਰ ਕੁਛ ਨਹੀਂ ਮਰਨਾ। ਮਰਨਾ ਵੀ ਕੁਛ ਨਹੀਂ ਹੈ ਇਹਦਾ। ਇਹਦਾ ਜਿਹੜੀ ਹੋ ਹੈ ਨਾ, ਹੋ ਪੈਦਾ ਹੋ ਗਈ, ਹੋ ਵਿੱਚ ਆਇਆ, ਹੋ ਵਿੱਚ ਗਿਆ, ਉਹ ਹੋ ਹੈ ਮਰਨੀ ਹੈ। ਹੋਰ ਕੀ ਮਰਨਾ ਇਹਦਾ? ਮਰਨਾ ਮੁਰਨਾ ਵੀ ਕੁਛ ਨਹੀਂ ਹੈ। ਹੋ ਮਰਨੀ ਹੈ, ਹੋ ਛੱਡਣੀ ਹੈ ਇਹਨੇ। ਮਰਨੀ ਵੀ ਕੀ, ਛੱਡਣੀ ਹੈ।
ਉਹਨਾਂ ਨੂੰ ਕਹੋ ਕਿਹੜੇ ਲਫ਼ਜ਼ਾਂ 'ਚ ਇਹਨੂੰ ਬਿਆਨ ਕੀਤਾ ਜਾਵੇ ਇਹਨਾਂ ਗੱਲਾਂ ਨੂੰ। ਛੱਡਣੀ ਹੈ, ਬਸ ਛੱਡਣੀ ਹੈ, ਮਰਨੀ ਹੈ, ਕੋਈ ਗੱਲ। ਮਰਨੀ ਦਾ ਮਤਲਬ ਹੈ ਛੱਡ ਕੇ ਫੇਰ ਫੜ ਲੈਣੀ, ਉਹ ਮਰਨੀ ਨਹੀਂ ਹੁੰਦੀ। ਇੱਕ ਚੀਜ਼ ਛੱਡਦੀ ਹੈ ਫੇਰ ਫੜ ਲਈਏ, ਏਦਾਂ ਦਾ ਰੋਜ਼ੇ ਕਰਦਾ ਹੈ। ਗੁਰਦੁਆਰੇ ਜਾਂਦਾ ਹੋਵੇ ਛੱਡ ਦਿੰਦਾ, ਬਾਹਰ ਆਉਂਦਾ ਫਿਰ ਫੜ ਲੈਂਦਾ। ਮਰਨ ਦਾ ਮਤਲਬ ਹੈ ਮੁੜ ਕੇ ਫੜਨੀ ਹੋਈ ਨਹੀਂ। ਹੋਮੇ ਨਾਲ ਐਸਾ ਮੂੰਹ ਮੋੜਨਾ, ਮੁੜ ਕੇ ਉਹਦੇ ਵੱਲੋਂ ਝਾਕਣਾ ਹੀ ਨਹੀਂ, ਉਹਨੂੰ ਨਫ਼ਰਤ ਕਰਨੀ ਹੈ, ਅੰਦਰੋਂ ਨਫ਼ਰਤ ਪੈਦਾ ਹੋ ਜਾਏ ਹੋਮੇ ਵਾਸਤੇ। ਆਹ ਗੱਲ ਫਿਰ ਉਹਦੇ ਖਾਤਰ ਸਾਡੇ ਵਾਸਤੇ ਹੋਮੇ ਵਰਗੀ, ਬਸ ਕਹਿੰਦੇ ਨੇ ਐਸ ਤਿਆਗੋ, ਇਸ ਤਰੀਕੇ ਨਾਲ ਤਿਆਗੋ। ਉਹਦੇ ਵਾਸਤੇ ਮਰ ਗਏ ਆਪਾਂ, ਆਪਣੇ ਵਾਸਤੇ ਉਹ ਮਰ ਗਿਆ। ਉਹ ਇੱਕ ਸਿੰਬਲ ਹੈ ਮਰਨ ਦਾ, ਤਾਂ ਉਹੀ ਵਰਤਿਆ ਹੋਇਆ। ਗੁਰਬਾਣੀ ਮਰਨ ਨੂੰ ਮੰਨਦੀ ਵੀ ਨਹੀਂ, ਮੰਨਦੀ ਵੀ ਹੈ, ਬਸ ਬੋਲੀ ਹੈ। ਇਹ ਬੋਲੀ ਜਿਹੜੇ ਧਰਮ ਹੁੰਦੇ ਨੇ, ਧਰਮ ਦੇ ਸਿੱਧੇ ਅਰਥ ਨਹੀਂ ਹੁੰਦੇ, ਭਾਵ ਅਰਥ ਹੁੰਦੇ ਨੇ ਧਰਮ ਦੇ। ਧਰਮ ਦੀ ਭਾਸ਼ਾ, ਜਿਹੜੀ ਭਾਸ਼ਾ ਸੰਸਾਰੀ 'ਚ ਹੁੰਦਾ ਧਰਮ ਲਿਖਿਆ ਹੋਇਆ, ਉਹਦੇ 'ਚ ਸਿੱਧੇ ਅਰਥ ਨਹੀਂ ਹੁੰਦੇ ਧਰਮ ਦੇ ਕਿਤੇ ਵੀ। ਜਿਹੜਾ ਸਿੱਧੇ ਅਰਥ ਮੰਨਦਾ ਹੈ ਉਹ ਧਰਮ ਨੂੰ ਸਮਝੇ ਨਹੀਂ ਸਕਦਾ। ਵਿਦਵਾਨ ਸਿੱਧੇ ਅਰਥ ਲੈਂਦੇ ਨੇ ਨਾ, ਸਿੱਧੇ ਅਰਥ ਨਹੀਂ ਹੁੰਦੇ ਭਾਸ਼ਾ ਦੇ, ਉੱਥੇ ਭਾਵ ਅਰਥ ਹੁੰਦੇ ਨੇ। ਮਰਨ ਤੋਂ ਭਾਵ ਕੀ ਹੈ? ਗੁਰਬਾਣੀ ਕਹਿੰਦੀ ਹੈ ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਰਵਸ਼੍ਰੇਸ਼ਟ। ਫਿਰ ਇੱਕ ਵਾਰ ਕਹਿੰਦੀ ਹੈ ਸ਼ਬਦ ਮਰੈ ਮਰੈ ਫੁਨ ਜੀਵੈ, ਤਾਂ ਫਿਰ ਮਰਨਾ ਹੋਈ। ਹੁਣ ਇੱਥੇ ਮਰਨਾ ਮੰਨ ਲਿਆ, ਉੱਥੇ ਕਹਿਤਾ ਹੁੰਦਾ ਹੀ ਨਹੀਂ। ਹੁਣ ਇਹ ਸ਼ਬਦ ਭੇਦ ਹੈ, ਇੱਥੇ ਸ਼ਬਦ ਭੇਦ ਹੈ। ਸ਼ਬਦ ਭੇਦ ਕੀ ਹੈ? ਇੱਥੇ ਸ਼ਬਦ ਭੇਦ ਦੀ ਗੱਲ ਹੈ। ਸ਼ਬਦ ਭੇਦ ਜਾਣੇ ਜਾਣਾਈ, ਜਿੰਨਾ ਚਿਰ ਸ਼ਬਦ ਦਾ ਭੇਦ ਨਹੀਂ ਆਉਂਦਾ, ਗੱਲ ਕੀ ਹੈ, ਭਾਵ ਅਰਥ ਦਾ ਨਹੀਂ ਸਮਝ ਆਉਂਦੀ, ਉਹਨਾਂ 'ਚ ਧਰਮ ਦਾ ਨਹੀਂ ਪਤਾ ਲੱਗਦਾ। ਵਿਦਵਾਨਾਂ 'ਚ ਬੁੱਧੀ ਹੈ ਹੀ ਨਹੀਂ, ਵਿਦਵਾਨਾਂ ਨੂੰ ਇਹ ਗੱਲ ਪੜ੍ਹਾਈ ਹੋ ਨਹੀਂ ਜਾਂਦੀ। ਇਹ ਗੁਰਮੁਖਾਂ ਦੀ ਪੜ੍ਹਾਈ ਹੈ, ਵਿਦਵਾਨਾਂ ਦੀ ਪੜ੍ਹਾਈ ਨਹੀਂ ਹੈ। ਧਰਮ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਨਹੀਂ ਜਾਂਦਾ ਸੀ, ਉਹ ਅਲੱਗ ਪੜ੍ਹਾਈ ਹੈ ਧਰਮ ਦੀ। ਧਾਰਮਿਕ ਬੰਦੇ ਹੀ ਧਰਮ ਪੜ੍ਹਾਉਂਦੇ ਨੇ। ਇਹ ਵਿਦਵਾਨਾਂ ਨੂੰ ਕਿਹੜੇ ਧਾਰਮਿਕ ਬੰਦੇ ਨੇ ਪੜ੍ਹਾਇਆ? ਆਪ ਪੁਸਤਕਾਂ ਪੜ੍ਹ ਕੇ ਧਰਮ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਉਹਦੇ 'ਚ ਭਾਸ਼ਾ ਇਹੀ ਹੁੰਦੀ ਹੈ, ਅਰਥ ਕੁਛ ਹੋਰ ਹੁੰਦੇ ਨੇ, ਭਾਵ ਅਰਥ ਹੁੰਦੇ ਨੇ ਉਹਦੇ। ਬਸ ਇਹੀ ਗੁਰਬਾਣੀ ਹੈ। ਭਾਸ਼ਾ ਸੰਸਾਰੀ ਹੈ, ਸਾਡੀ ਉਹ ਹੈ, ਅਰਥ ਕੁਛ ਹੋਰ ਨੇ। ਉਹ ਅਰਥ ਨਹੀਂ ਹਨ ਜਿਵੇਂ ਅਸੀਂ ਪੜ੍ਹਦੇ ਹਾਂ, ਅਸੀਂ ਨਹੀਂ ਸਮਝ ਸਕਦੇ। ਸਾਨੂੰ ਹੋਰ ਤਰੀਕੇ ਨਾਲ ਪੜ੍ਹਾਇਆ ਹੈ ਸਕੂਲਾਂ ਕਾਲਜਾਂ 'ਚ, ਸਿੱਧੀ ਪੜ੍ਹਾਈ ਪੜ੍ਹਨੀ, ਉਹ ਉੱਦਾਂ ਨਹੀਂ ਇਹ ਸਮਝ ਆਉਂਦੀ ਹੁੰਦੀ। ਇਹੀ ਕਾਰਨ ਹੈ ਕਿ ਵਿਦਵਾਨ ਆਲ ਪਟੇਲੀਆਂ ਗੱਲਾਂ ਮਾਰੀ ਜਾਂਦੇ ਨੇ, ਆਲ ਪਤਾਲ ਬੋਲੀ ਜਾਂਦੇ ਨੇ। ਉਹਨਾਂ ਨੂੰ ਤਾਂ ਪੜ੍ਹਾਇਆ ਹੀ ਕਿਸੇ ਨੇ ਨਹੀਂ ਹੈ। ਆਤਮਾ ਕੀ ਹੈ, ਇਹ ਸਬਜੈਕਟ ਹੀ ਨਹੀਂ ਹੈ ਯੂਨੀਵਰਸਿਟੀ ਦਾ ਕਿਸੇ ਦਾ ਵਰਲਡ 'ਚ। ਜਦੋਂ ਸਬਜੈਕਟ ਹੀ ਨਹੀਂ ਤੁਸੀਂ ABC ਤੋਂ ਪੜ੍ਹਿਆ, ਤੁਸੀਂ ਇਹਦੇ ਵਿੱਚ ਪੰਗਾ ਕਿਉਂ ਲੈਂਦੇ ਹੋ? ਦੱਸੋ ਕਿਹਦਾ ਸਬਜੈਕਟ ਹੈ ਧਰਮ? ਜੇ ਧਰਮ ਸਬਜੈਕਟ ਹੈ, ਸਿਰਫ ਇੰਨਾ ਫਲਾਨਾ ਕੌਣ ਕਿੱਥੇ ਜੰਮਿਆ ਸੀ, ਕੀ ਉਹਦਾ ਮਾਂ-ਬਾਪ ਸੀ, ਉਹ ਹਿਸਟਰੀ ਹੈ, ਸਬਜੈਕਟ ਧਰਮ ਨਹੀਂ ਹੈ ਉਹ। ਇਹ ਹਿਸਟਰੀ ਨੂੰ, ਇਤਿਹਾਸ ਨੂੰ ਧਰਮ ਕਹੀ ਜਾਂਦੇ ਨੇ। ਪੰਜ ਪਿਆਰਿਆਂ ਦੇ ਕੀ ਨਾਂ ਸੀ? ਇਹ ਧਰਮ ਹੈ। ਪੰਜ ਪਿਆਰੇ ਕਿੱਥੇ ਬਣਾਏ ਸੀ, ਕਿਹਨੇ? ਇਹ ਧਰਮ ਹੈ, ਧਰਮ ਨਹੀਂ ਹੈ ਇਹ। ਪੰਜ ਕਕਾਰ ਕੀ ਹੁੰਦੇ ਨੇ? ਇਹ ਧਰਮ ਹੈ। ਗੁਰੂ ਨਾਨਕ ਦੇ ਕਿੰਨੇ ਮੁੰਡੇ ਸੀ, ਮਾਂ-ਬਾਪ ਕੌਣ ਸੀ? ਇਹ ਧਰਮ ਹੈ। ਗੁਰੂ ਨਾਨਕ ਕਿੱਥੇ ਜੰਮਿਆ ਸੀ? ਇਹ ਧਰਮ ਹੈ। ਇਹ ਨਹੀਂ ਹੈ ਧਰਮ। ਧਰਮ ਕੁਛ ਹੋਰ ਹੈ, ਇਤਿਹਾਸ ਹੈ। ਇਤਿਹਾਸ ਧਰਮ ਨਹੀਂ ਹੁੰਦਾ। ਵਿਦਵਾਨ ਇਤਿਹਾਸ ਪੜ੍ਹਦੇ ਹੁੰਦੇ ਨੇ, ਧਰਮ ਨਹੀਂ ਜਾਣਦੇ ਕੀ ਹੈ। ਇਹਨੂੰ ਧਰਮ ਨਹੀਂ ਬੈਠੇ ਨੇ ਉਹ ਯੂਨੀਵਰਸਿਟੀ ਵਾਲੇ। ਇਹ ਧਰਮ ਨਹੀਂ ਹੈ। ਇਤਿਹਾਸ ਧਰਮ ਦਾ ਨਾਸ਼ ਕਰਨ ਵਾਲੀ ਚੀਜ਼ ਹੈ। ਇਤਿਹਾਸ ਜਿਹੜਾ ਹੈ ਉਹ ਕਰਦਾ ਧਰਮ ਦਾ ਨਾਸ਼, ਕਿਉਂਕਿ ਇਤਿਹਾਸ ਝੂਠ ਹੈ। ਜੋ ਸੰਸਾਰ ਝੂਠ ਹੈ, ਸੰਸਾਰ ਦਾ ਇਤਿਹਾਸ ਹੈ ਨਾ, ਸੰਸਾਰੀ ਜੀਵਨ ਦਾ ਇਤਿਹਾਸ ਹੈ ਨਾ।
शरीर का इतिहास है ना, फिर तो झूठ का इतिहास है। इतिहास झूठ से खड़ा है, धर्म सच से खड़ा है, दो अड्ड अड्ड ने। किवें मिला दोगे तुसीं इन्हां नूं? एक चीज सच से खड़ी है, कि झूठ से खड़ी है। इतिहास तो निरा ही झूठ से खड़ा है। शरीर झूठ नासवंत। माँ बाप नूं तां बाणी मंदी होई नहीं है भी माँ बाप हुंदा। शरीर का भी माँ बाप नहीं हुंदा। जड़ वस्तु का कोई जड़ वस्तु माँ बाप नहीं बन सकती, कहे भावें दो तुसीं। इस करके गुरबाणी कहती मासों ही मास उपजै, मास बीजिया सी मास पैदा हो गया धरती च। मासों ही मास उपजै, तो मासों मास उपजै क्या उत्थे कित्थे गए माँ बाप है? शरीर के लैवल ते माँ बाप हुंदा ही नहीं। कौन माँ बाप है शरीर के लैवल ते? शरीर का शरीर माँ बाप है, यही है ना। फिर तो मासों मास पैदा होया है। जे आत्मा कढ़ दी है बाकी की बच गया? शरीर च मास बच गया ना। जे आत्मा कढ़ दी है शरीर चों, मां दे चों, बाप दे चों, बाकी की बचे? मास। साडा शरीर की है? जे आत्मा निकल जाए मास, वो मास तो मास पैदा होया है। ये संसार का अन्ना बोला है, संसार नूं दीदा ही कुछ नहीं है। गुरबाणी कुछ होर कहती है, ये गल नहीं समझ सकते, इन्हां दे गले ते थल्ले नहीं उतर सकती है। ये जो दिखदा अखां नूं सच मनते ने, गुरबाणी जो दीदा उहनूं झूठ मनदी है। जो अखां नूं दीदा झूठ है, सच तो अखां नूं दीदा ही नहीं हुंदा। विद्वानां वास्ते जो अखां नूं दीदा सब सच है, इतिहास सच है उन्हां वास्ते। संसारी सच, नासवंत सच विद्वानां दा सच हुंदा है। असली सच विद्वानां नूं पता ही नहीं, अज ताईं लग्या ना इन्हां नूं लगे। जिन्नियां मत्तां ने गुरमत नूं छड्ड के सब विद्वानां दीयां बनाईयां होईयां ने। गुरमत विद्वानां दी झंड कर दी है गुरमत। पंडित नूं की कह रही है? पंडित विद्वान है ना। मूर्ख पंडित हिकमत हुज्जत। मूर्ख विद्या बिकरदा, बिख खट्टे बिख खाए। विद्या बेचने वाला कौन है? पंडित विद्वान। वो मूर्ख है। पढ़िया मूर्ख आखिए जित लब लोभ हंकार। जेड़े विद्वान नूं लब लोभ हंकार नहीं है, वो तो मूर्ख नहीं है, बाकी सब मूर्ख ने। गुरबाणी मूर्ख कहती है, मूर्ख इहदी खोज कल भी नहीं हो सकता। पहले माया तो उत्ते उठो। जिन्हें खोज करनी है गुरबाणी की, माया छड्ड के माया तो उत्ते उठो। बाद खोज शुरू होगी, शुरू है बाद होऊ खोज। पढ़े हो सकता है बाणी नूं जिहड़ा माया तो उपर उठे, बाकी पढ़ी जान कुछ नहीं मिलने वाला है। बाकी पढ़ पढ़ गड्डी नदी वाली गल है, कुछ नहीं किसी को मिलने वाला। जिन्ना चਿਰ माया के त्याग नूं बाणी कहती है, वो तुसीं त्यागणी नहीं, फिर की फायदा होया? माया के त्याग का असर हो जाए, हो जाए, हो जाए, हो सकता एक दो जन्मां च अगे छड्ड दो जाके। पर जिहड़ा माया नूं छड्ड के उपर उठ के पढ़ू, वो ऐसे जन्म च उहदा काम पूरा हो जाऊगा, ऐसे जन्म च हो जाऊगा। कबीर की कहंदा, कहंदा देखो भाई ज्ञान की आई आंधी, सबे उड़ानी भरम की टाटी रहे न माया बांधी। फिर की कहंदा, आंधी पाछे जो जल बरसे। जब ज्ञान की आंधी आउंदी है, माया छुट जाती है, रहे न माया बांधी। देखो भाई ज्ञान की आई आंधी, सबे उड़ानी भरम की टाटी। भरम सारा दूर हो गया, जिहड़ा अखां नाल देखदे ते सच है, सारा झूठ है। यही तो रहे न माया बांधी, माया ना बनन टुट गए, माया तो अड्ड हो गया ना। ਉਹਦੇ बाद आंधी पाछे जो जल वरस है, ਉਹਦੇ बाद ਜਿਹੜਾ ਬਾਣੀ ਸੁਣਦਾ ना, तै तेरा जन पीना। मन जद भिजदा, पर ना भिजदा ही नहीं मन। सारी उम्र पढ़ी जाए, साथ साथ पढ़ी जाए, मन ही नहीं भिज सकता। सारी गल लिखी हुई है गुरबाणी च। आंधी पाछे जो जल वरस है, ते तेरा जन पीना। कहो कबीर मन पिया परगासा, उदे भन जब चीना। सारी गल तो स्पष्ट है। विद्वानों को गल का ही नहीं पता कित्थे लिखी हुई है, ਇਹਦਾ मतलब की है। ਉਹ ਕਿਹੜਾ याद रखते ने, उन्होंने याद रख के रख लेना भी की है। की लेना उन्होंने ਕਿਹੜਾ ਬਾਣੀ ਮੰਨਣੀ है। यह तो कोई लाभ लेना है, अपने आप को सुधारना।
ਇਹ ਤਾਂ ਇਹੋ ਜਿਹਾ ਕੁਝ ਚੱਲਦਾ ਹੈ। ਉਹ ਤਾਂ ਕੋਈ ਬਿਰਲਾ ਹੈ ਜਿਹੜਾ ਇਹ ਕੰਮ ਕਰਦਾ ਹੁੰਦਾ। ਉਹ ਬਿਰਲਿਆਂ ਦਾ ਕੰਮ ਹੈ, ਜੱਫਾ ਪਾ ਲਿਆ ਇਹਨਾਂ ਨੇ। ਹਾਂਜੀ, ਜੀਤ ਲੈ ਤੇਰੀ ਦੇਵਤੇ ਤੇ ਹੁਣ ਲੋਕੀ ਰੋਜ਼ ਰਾਜ ਕਮਾਇਆ। ਜੀਤ ਲੈ ਤਨ ਦੇਵਤੇ। ਹੁਣ ਦੇਵਤੇ ਕੌਣ ਨੇ? ਚਾਹੇ ਦੇਵਤੇ ਹੰਕਾਰੀ ਸੀ, ਪਰ ਰਾਜ ਦੇਵਤਿਆਂ ਦਾ ਨਹੀਂ ਹੈ। ਦੇਵਤਾ ਫਿਰ ਵੀ ਧਾਰਮਿਕ ਆਦਮੀ ਹੈ ਚਾਹੇ ਹੰਕਾਰ ਹੈ। ਦੇਖੋ ਦੇਵਤਾ ਕੌਣ ਹੈ? ਆਦਮੀ ਧਾਰਮਿਕ ਹੈ ਚਾਹੇ ਹੰਕਾਰ ਹੈ। ਜਿਨ੍ਹਾਂ ਦਾ ਰਾਜ ਹੈ ਉਹ ਧਾਰਮਿਕ ਨਹੀਂ, ਰਾਜ ਉਹਨਾਂ ਦਾ ਹੁਣ ਵੀ ਉਹਨਾਂ ਦਾ ਹੀ ਹੈ। ਕੋਈ ਧਾਰਮਿਕ ਆਦਮੀ ਬੈਠਾ ਰਾਜ ਤੇ, ਰਾਜ ਤਾਂ ਦੁਨੀਆਂ ਦਾ ਹੀ ਹੈ ਸਾਰੀ ਵਰਲਡ ਦੇ ਵਿੱਚ। ਉਹ ਠੀਕ ਹੈ, ਬਹੁਤੇ ਬੋਲਦੇ ਨਹੀਂ ਖਿਲਾਫ ਰਾਜ ਦੇ, ਪਰ ਬੋਲਦੇ ਵੀ ਨੇ ਕਿਤੇ ਕਿਤੇ, ਪਖੰਡਵਾਦ ਦੇ ਖਿਲਾਫ ਬੋਲਦੇ ਵੀ ਨੇ। ਜਿਹੜੇ ਧਰਮ ਨੇ, ਚਾਹੇ ਉਹ ਧਰਮ ਬਹੁਤੇ ਪੂਰੇ ਸੱਚੇ ਨਹੀਂ ਹਨ, ਹੈ ਤਾਂ ਉਹ ਵੀ ਧਰਮ ਨੇ। ਜਿਵੇਂ ਇਸਲਾਮ ਹੈ, ਹਿੰਦੂ ਮਤ ਹੈ, ਕੁਛ ਨਾ ਕੁਛ ਤਾਂ ਉਹਨਾਂ ਦੇ ਵਿੱਚ ਥੋੜਾ ਬਹੁਤ ਹੁੰਦਾ ਹੀ ਹੈ। ਚੰਗੇ ਆਦਮੀ ਕੁਛ ਤਾਂ ਹੁੰਦੇ ਹੀ ਨੇ। ਉਹਨਾਂ ਦਾ ਰਾਜ ਨਹੀਂ ਹੁੰਦਾ ਕਦੇ ਵੀ। ਸਾਡੇ ਵੀ ਜਦੋਂ ਰਾਜ ਹੋਇਆ ਸੀ ਸਿੱਖਾਂ ਦਾ, ਧਾਰਮਿਕ ਆਦਮੀ ਖੁੱਡਾ ਲੈਣ ਸੀ। ਧਾਰਮਿਕ ਆਦਮੀ ਤਾਂ ਹਾਸ਼ੀਏ ਤੇ ਸੀ। ਉਹ ਕੌਣ ਸੀ? ਉਹ ਤਾਂ ਅਕਾਲੀ ਫੂਲਾ ਸਿੰਘ ਸੀ, ਉਹਦੇ ਨਾਲ ਸੀ ਸਾਰੇ ਧਾਰਮਿਕ। ਉਹ ਮੱਖਣ ਦੇ ਵਾਲ ਬਾਹਰ ਕਰਤੇ। ਜਿਨ੍ਹਾਂ ਨੇ ਰਾਜ ਕੀਤਾ ਉਹ ਧਰਮ ਛੱਡ ਕੇ ਕੀਤਾ, ਬਾਣਾ ਲਾ ਕੇ ਕੀਤਾ। ਧਰਮ ਛੱਡ, ਬਾਣਾ ਲਾਉਣ ਦਾ ਮਤਲਬ ਧਰਮ ਛੱਡਤਾ ਸੀ। ਬਾਣਾ ਲਾਉਣ ਦਾ ਮਤਲਬ ਹੈ ਗੁਰੂ ਨਾਲ ਸਾਡਾ ਰਿਸ਼ਤਾ ਟੁੱਟ ਗਿਆ, ਬਸ ਇਹੀ ਸੀ। ਉਹਨਾਂ ਕਹੇ ਜੇ ਤੁਸੀਂ ਭਾਈ ਰਾਜ ਲੈਣਾ ਫਿਰ ਬਾਣਾ ਲਾ ਦਿਓ, ਗੁਰੂ ਦਾ ਹੁਕਮ ਰਾਜ ਲੈਣ ਦਾ ਨਹੀਂ ਹੈ। ਜੀਤ ਲੈ ਤਨ ਦੇਵਤੇ, ਉਹਨਾਂ ਨੇ ਦੇਵਤੇ ਜਿੱਤ ਲਏ। ਕਿਉਂ? ਇੱਥੇ ਝੂਠ ਦਾ ਰਾਜ ਹੈ, ਕੂੜ ਪ੍ਰਧਾਨ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇੱਥੇ ਸੱਚ ਦਾ ਕੀ ਕੰਮ? ਸੱਚ ਦਾ ਕੰਮ ਸੱਚਖੰਡ ਹੈ। ਇੱਥੇ ਸੱਚ ਰਾਜ ਕਰਦਾ ਹੈ, ਬਹੁਤ ਗੁਪਤ ਤਰੀਕੇ ਨਾਲ ਕਰਦਾ। ਸਰੀਰ 'ਚ ਖੂਨ ਚੱਲਦਾ ਹੈ, ਹਾਰਟ ਸਾਰੇ ਸਰੀਰ 'ਚ ਖੂਨ ਘਲਦਾ ਹੈ, ਪਰ ਕਦੇ ਖੜਕਾ ਸੁਣਦਾ ਬਾਹਰ ਖੜਦਾ। ਨਬਜ਼ ਚੱਲਦੀ ਹੈ, ਖੂਨ ਜਾਂਦਾ ਹੈ, ਖੜਕਾ ਸੁਣਦਾ ਬਾਹਰ, ਪਤਾ ਕਿਸੇ ਨੂੰ ਜਾਂਦਾ ਅੰਦਰ ਨਹੀਂ ਜਾਂਦਾ। ਉਹ ਆਪਣਾ ਕੰਮ ਕਰੀ ਜਾਂਦਾ। ਉਹ ਤਾਂ ਐਂ ਕੰਮ ਹੁੰਦਾ ਹੈ ਇੱਥੇ ਹੁਕਮ ਦਾ, ਜਿਵੇਂ ਸਾਡਾ ਹਾਰਟ ਚੱਲਦਾ, ਖੂਨ ਸਪਲਾਈ ਹੁੰਦਾ। ਸਾਡਾ ਉਹ 'ਚ ਕੋਈ ਰੋਲ ਨਹੀਂ ਹੈ, ਆਦਮੀ ਦਾ ਕੋਈ ਰੋਲ ਨਹੀਂ ਹੈ ਉਹਦੇ 'ਚ। ਉਹ ਕੰਮ ਹੋ ਹੀ ਜਾਂਦਾ। ਐਵੇਂ ਹੀ ਹੁਕਮ ਚੱਲਦਾ ਹੈ ਸਾਰੇ। ਜਿਵੇਂ ਖੂਨ ਚੱਲਦਾ ਨਾ ਸਰੀਰ 'ਚ, ਇਸ ਸ੍ਰਿਸ਼ਟੀ 'ਚ ਐਵੇਂ ਹੀ ਹੁਕਮ ਚੱਲਦਾ। ਖੂਨ ਅਸੀਂ ਆਪ ਨਹੀਂ ਚਲਾਉਂਦੇ, ਚੱਲਦਾ ਉਹਨੇ ਸਿਸਟਮ ਬਣਾਇਆ ਹੋਇਆ, ਕੁਦਰਤ ਦਾ ਸਿਸਟਮ ਹੈ। ਸਿਸਟਮ ਨਾਲ ਚੱਲਦਾ। ਸ਼ਕਤੀ ਵੀ ਬਿਠਾਲੀ ਹੋਈ ਹੈ ਪੰਪ ਕਰਨ ਨੂੰ, ਸਭ ਕੁਛ ਇੰਤਜ਼ਾਮ ਹੈ। ਐਵੇਂ ਹਰ ਜਗ੍ਹਾ ਉਹਦਾ ਇੰਤਜ਼ਾਮ ਹੈ, ਚੱਲਦਾ ਉਹਦਾ ਹੀ ਹੈ ਕੰਮ। ਹੁਕਮ ਉਹਦਾ ਹੀ ਚੱਲਦਾ ਹੈ, ਪਰ ਗੁਪਤ ਚੱਲਦਾ, ਗੁਪਤ ਤਰੀਕੇ ਨਾਲ। ਗੁਰਮੁਖ ਬੁੱਝ ਲੈਂਦੇ ਨੇ ਹੁਕਮ ਨੂੰ, ਤਾਂ ਹੀ ਬੁੱਝਣਾ ਪੈਂਦਾ। ਜੋ ਚੀਜ਼ ਗੁਪਤ ਹੋਵੇ ਬੁੱਝਣੀ ਪੈਂਦੀ ਹੈ, ਖੋਜਣੀ ਪੈਂਦੀ ਹੈ। ਜਿਹੜੀ ਚੀਜ਼ ਪ੍ਰਗਟੇ ਨਹੀਂ ਹੈ, ਖੋਜਣੀ ਪਊਗੀ ਨਾ। ਇਸ ਕਰਕੇ ਹੁਕਮ ਖੋਜਣਾ ਹੀ ਪੈਂਦਾ। ਖੋਜ ਬੂਝ ਜਬ ਕਰਤ ਵਿਚਾਰਾ, ਭਵ ਜਲ ਤਰਤ ਨਾ ਲਾਗੇ ਬਾਰਾ। ਭਵ ਜਲ ਤਰਨ ਨੂੰ ਨਹੀਂ ਚਿਰ ਲੱਗਦਾ, ਖੋਜਣ ਨੂੰ ਔਰ ਬੁੱਝਣ ਨੂੰ ਚਿਰ ਲੱਗਦਾ। ਚਿਰ ਲੱਗਦਾ ਖੋਜਣ ਨੂੰ ਔਰ ਬੁੱਝਣ ਨੂੰ, ਭਵ ਜਲ ਤਰਨ ਨੂੰ ਨਹੀਂ ਚਿਰ ਲੱਗਦਾ ਹੈ। ਜੀਤ ਲੈ ਤਿੰਨ ਦੇਵਤੇ ਤੇ ਲੋਕੀ ਰਾਜ ਕਮਾਇਆ। ਤਿੰਨਾਂ ਲੋਕਾਂ 'ਚ ਰਾਜ ਕਿਹਦਾ? ਰਾਖਸ਼ਾਂ ਦਾ, ਝੂਠ ਦਾ ਕਹਿ ਲਓ, ਝੂਠ ਦਾ ਰਾਜ। ਇਹ ਜ਼ਰੂਰੀ ਨਹੀਂ ਹੈ ਸਾਰੇ ਸੱਚ ਦੇ ਨਾਲ ਜੁੜੇ ਵੀ ਹੋਣ। ਜਿਹੜੇ ਰਾਖਸ਼ ਨੇ ਨਾ, ਇਹ ਤਾਂ ਜੋ ਮਰਜ਼ੀ ਕਹਿਣ, ਧਰਮ ਨੂੰ ਨਹੀਂ ਮੰਨਦੇ, ਪਰ ਗੁਰਬਾਣੀ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਹੈ ਰਾਖਸ਼, ਜਿਨ੍ਹਾਂ ਨੂੰ ਇਹ ਰਾਖਸ਼ ਕਹਿੰਦੇ ਨੇ, ਉਹ ਵੀ ਮੰਨਦੇ ਨੇ ਧਰਮ ਨੂੰ, ਸੱਚ ਨੂੰ ਉਹ ਵੀ ਮੰਨਦੇ ਨੇ। ਦੇਵ ਅਦੇਵ ਦੋਹੂ ਪ੍ਰਭ ਮਾਨਿਓ, ਦਸਮ ਪਾਤਸ਼ਾਹ ਦੀ ਪੰਕਤੀ ਹੈ। ਇਹ ਸਾਰੇ ਹਿੰਦੂ ਮਤ ਦੇ ਖਿਲਾਫ ਹੈ।
ਉਹ ਤਾਂ ਮੰਨਦੇ ਹੀ ਨਹੀਂ, ਰਾਖਸ਼ਾਂ ਨੂੰ ਮੰਨਦੇ ਨੇ, ਪ੍ਰਭ ਨੂੰ। ਉਹ ਤਾਂ ਪ੍ਰਭ ਦੇ ਖਿਲਾਫ ਮੰਨਦੇ ਨੇ। ਪਰ ਰਾਖਸ਼ ਉਹ ਪ੍ਰਭ ਨਹੀਂ ਮੰਨਦੇ ਜਿਹੜਾ ਇਹਨਾਂ ਦਾ ਘੜਿਆ ਹੋਇਆ ਹੈ। ਜਿਹੜਾ ਦੇਵਤਿਆਂ ਦਾ ਪ੍ਰਭ ਮੰਨਿਆ ਹੋਇਆ ਉਹਨੂੰ ਨਹੀਂ ਮੰਨਦੇ। ਦੇਵਤਾ ਤਾਂ ਆਪੇ ਪ੍ਰਭ ਬਣਿਆ, ਕ੍ਰਿਸ਼ਨ ਤਾਂ ਆਪੇ ਪ੍ਰਭ ਬਣ ਗਿਆ। ਇਹ ਆਪੇ ਬਣ ਜਾਂਦੇ ਨੇ ਤਾਂ ਨਹੀਂ ਮੰਨਦੇ ਰਾਖਸ਼। ਜਿਹੜਾ ਅਸਲੀ ਹੈ ਉਹ ਇਹ ਦੱਸਦੇ ਨਹੀਂ, ਦੱਸ ਨਹੀਂ ਸਕਦੇ, ਸਮਝਾ ਨਹੀਂ ਸਕਦੇ। ਨਕਲੀ ਨੂੰ ਉਹ ਮੰਨਦੇ ਨਹੀਂ, ਉਹਨਾਂ ਨੂੰ ਰਾਖਸ਼ ਕਹਿ ਦਿੰਦੇ ਨੇ। ਗੁਰਬਾਣੀ ਨਹੀਂ ਦੋਹਾਂ ਨੂੰ ਰਾਖਸ਼ ਕਿਸੇ ਨੂੰ ਮੰਨਦੀ। ਗੁਰਬਾਣੀ ਦੋਹਾਂ ਨੂੰ ਇੱਕੋ ਜਿਹੀ ਮੰਨਦੀ ਹੈ। ਦੇਵਤਿਆਂ ਰਾਖਸ਼ਾਂ ਨੂੰ ਇੱਕੋ ਜਿਹਾ ਮੰਨਦੀ ਹੈ, ਬਲਕਿ ਦੇਵਤਿਆਂ ਨਾਲ ਰਾਖਸ਼ਾਂ ਨੂੰ ਚੰਗੇ ਮੰਨਦੀ ਹੈ। ਉਹ ਕਿਵੇਂ ਮੰਨਦੀ ਹੈ? ਰਾਖਸ਼ ਸੱਚ ਨੂੰ ਮੰਨਣ ਨੂੰ ਤਿਆਰ ਨੇ, ਪਰ ਸੱਚ ਉਹਨਾਂ ਨੂੰ ਕੋਈ ਦੱਸੇ ਵੀ, ਮਿਲੇ ਵੀ ਕਿਤੋਂ। ਆਪ ਖੋਜ ਨਹੀਂ ਕਰਦੇ। ਉਹ ਬਸ ਆਹ ਉਹਨਾਂ 'ਚ ਕਮੀ ਹੈ, ਖੋਜ ਨਹੀਂ ਕਰਦੇ ਸੱਚ। ਖੋਜ ਕਰਦੇ ਨੇ ਮਾਇਆ ਦੀ, ਉਹ ਮਾਇਆਧਾਰੀ ਨੇ। ਜੇ ਕੋਈ ਦੱਸੇ ਫਿਰ ਉਹ ਮੰਨ ਲੈਣਗੇ, ਕਿਉਂਕਿ ਇਹਨਾਂ ਦੇ ਪ੍ਰਚਾਰ 'ਚ ਸੱਚ ਗਾਇਬ ਹੈ। ਇਸ ਕਰਕੇ ਝੂਠ ਨੂੰ ਉਹ ਮੰਨਣ ਨੂੰ ਤਿਆਰ ਨਹੀਂ। ਸੱਚ ਇਹਨਾਂ ਕੋਲ ਹੈ ਨਹੀਂ। ਸੱਚ ਨੂੰ ਮੰਨਣ ਨੂੰ ਉਹ ਵੀ ਤਿਆਰ ਨੇ। ਜਦ ਸੱਚ ਹੁੰਦਾ ਨਾ ਪ੍ਰਗਟ ਥੋੜਾ ਥੋੜਾ, ਦੇਵਤੇ ਨਹੀਂ ਪਹਿਲਾਂ ਮੰਨਦੇ। ਅੱਜ ਜੇ ਗੁਰਮਤਿ ਦਾ ਵਿਰੋਧ ਕਰ ਰਹੇ ਨੇ, ਅਕਾਲ ਤਖਤ ਵਾਲੇ ਕਰ ਰਹੇ ਨੇ, ਸੰਤ ਕਰ ਰਹੇ ਨੇ, ਕਿਉਂ ਜਿਹੜੇ ਕੰਮ ਲੱਗੇ ਹੋਏ ਨੇ ਉਹ ਗਲਤ ਹੈ ਧਰਮ ਤੋਂ। ਸੱਚ ਧਰਮ ਤੋਂ ਉਲਟਾ ਹੈ। ਉਹ ਮੁਖਰਤਾ ਨਹੀਂ ਵਿਰੋਧ ਕਰਨਗੇ, ਅੰਦਰਖਾਨੇ ਕਰ ਰਹੇ ਨੇ ਵੀ ਕਿਸੇ ਤਰੀਕੇ ਨਾਲ ਇਹ ਲੇਟ ਹੋ ਜਾਵੇ। ਨਹੀਂ ਤਾਂ ਜਦੋਂ ਲੇਖ ਲੱਗਦੇ ਤੇ 2000 ਦੇ ਵਿੱਚ ਸੰਤ 'ਚ, ਇਹ ਕਾਹਦੇ ਬੰਦ ਕਰਦੇ? ਤਲਵਾੜੇ ਨੇ ਵਿਰੋਧ ਕੀਤਾ, ਵੇਦਾਂਤੀ ਨੇ ਵਿਰੋਧ ਕੀਤਾ, ਇਹਨਾਂ ਦੇ SGPC ਦੇ ਉਹਨੇ ਜਿਹੜਾ ਸੀਗਾ ਪ੍ਰਧਾਨ, ਉਹਦੇ ਕੋਲ ਸ਼ਿਕਾਇਤ ਗਈ, ਉਹਨੇ ਵਿਰੋਧ ਕੀਤਾ। ਫਿਰ ਚਮਕੌਰ ਸਿੰਘ ਨੂੰ ਬਦਲਿਆ। ਕਿਉਂ ਕੀਤਾ? ਸਭ ਜੋ ਪਿੱਛੇ ਹੁੰਦਾ ਹੈ ਉਹੀ ਹੋ ਰਿਹਾ ਹੈ। ਜਿਹੜੇ ਝੂਠ 'ਚ ਲੱਗੇ ਹੁੰਦੇ ਨੇ ਨਾ, ਇਹ ਸਾਰੇ ਧਰਮ ਦੇ ਆਗੂ, ਇਹੀ ਵਿਰੋਧ ਜ਼ਿਆਦਾ ਕਰਦੇ ਹੁੰਦੇ ਨੇ। ਇਹਨਾਂ ਦਾ ਵਿਰੋਧ ਫਿਰ ਬਾਹਰੋਂ ਹੋਣ ਲੱਗਦਾ, ਸਾਈਡ ਤੋਂ। ਜਿਵੇਂ ਸਪੋਕਸਮੈਨ ਕਰਨ ਲੱਗੇ, ਚਾਹੇ ਗਲਤੇ ਕਰ ਰਿਹਾ ਉਹ ਇਹਨਾਂ ਖਾਤਰੇ ਪੈਦਾ ਹੋਇਆ। ਉਹ ਮੈਖਾਸੁਰ ਸੁੰਭ ਉਹੀ ਪੈਦਾ ਕੀਤਾ। ਅਪਮਾਨ ਉਤਾਰਨ ਦੇਵਤਿਆਂ ਮੈਖਾਸੁਰ ਸੁੰਭ ਉਪਾਇਆ। ਉਹ ਇਹੋ ਜਿਹਾ ਪੈਦਾ ਕਰ ਦਿੰਦਾ, ਬਾਹਰ ਕਰਦੇ ਨਾ ਪੈਦਾ। ਜਿਹੜੇ ਝੂਠ ਧਰਮ ਨੂੰ ਸਮਝਦੇ ਨੇ, ਝੂਠ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਵੀ ਇਹ ਝੂਠੇ ਨੇ। ਹੁਣ ਪੈਦਾ ਹੋ ਗਏ, ਕਾਲਾ ਬਖਾਨਾ ਵੀ ਪੈਦਾ ਹੋ ਗਿਆ ਸੀ। ਉਹ ਮੈਖਾਸੁਰ ਸੁੰਭੇ ਸੀਗਾ। ਉਹ ਫੇਰ ਭੱਜੇ ਫਿਰਦੇ ਨੇ। ਉਹ ਸੱਚ ਦੇ ਬਿਨਾ, ਸੱਚ ਦੇ ਬਾਣ ਬਿਨਾ ਉਹ ਮਰਦੇ, ਉਹਨਾਂ ਦੀ ਮੌਤ ਨਹੀਂ ਹੁੰਦੀ। ਫਿਰ ਕਾਲੇ ਬਖਾਨੇ ਦੇ ਖਿਲਾਫ ਜਦ ਲਿਖਣਾ ਸੀ, ਫਿਰ ਕਾਹਦੇ ਭੱਜੇ ਫਿਰਦੇ ਸੀ ਇਹ? ਹੁਣ ਲਿਖੋ ਕੋਈ, ਉਹ ਚੱਕ ਕੇ ਦੇਖ ਲਓ ਪਰਚਾ ਕੀ ਲਿਖਿਆ ਕਿਸੇ ਨੇ, ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਹੋਇਆ। ਉਹੀ ਇੱਕ ਆਰਟੀਕਲ ਹੈ ਆਪਣਾ ਲਿਖਿਆ ਹੋਇਆ ਜਿਹੜਾ, ਉਹ ਤਾਂ ਚੁੱਪ ਕੀਤਾ। ਇੱਕ ਆਰਟੀਕਲ ਕੱਲ ਨਾਲ ਚੁੱਪ ਕਰ ਗਿਆ, ਉਹ ਇੱਕੋ ਗੱਲ ਨਾਲ ਚੁੱਪ ਕਰ ਗਿਆ, ਪਿੱਛੇ ਚਲਾ ਗਿਆ। ਸਾਰਿਆਂ ਨੇ ਜਿਹੜੇ ਬੱਲੇ ਬੱਲੇ ਕਰਦੇ ਨੇ, ਸਾਰਿਆਂ ਨੇ ਤਿਆਗ ਦਿਆ। ਕਾਲੇ ਬਖਾਨੇ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ। ਸਾਬਤ ਕਰਤਾ ਵੀ ਉਹਨੂੰ ਗਿਆਨ ਹੀ ਨਹੀਂ, ਗੁਰਬਾਣੀ ਦੀ ਸਮਝ ਹੀ ਨਹੀਂ ਹੈ ਉਹਨੂੰ। ਬਸ ਉਹ ਜਿਹੜਾ ਆਦਮੀ ਨਾਮ ਮਿੱਠਾ ਕਹਿੰਦਾ, ਉਹ ਨਾਮ ਮਿੱਠਾ ਜੀਭ ਨੂੰ ਲੱਗਦਾ। ਜੇ ਨਾਮ ਮਿੱਠਾ ਹੈ ਫਿਰ ਚੀਨੀ ਦੀ ਕੀ ਲੋੜ ਹੈ? ਫਿਰ ਤਾਂ ਚੀਨੀ ਫਰੀ ਹੋ ਜਾਵੇ। ਨਾਮ ਜਪੀ ਜਾਓ, ਬੋਰੀਆਂ ਭਰੀ ਜਾਓ ਉੱਥੋਂ, ਜਾਂ ਨਾਮ ਘੋਲੀ ਜਾਓ ਪਾਣੀ 'ਚ। ਉਹਦੇ ਚੀਨੀ ਕਾਹਦੇ ਲਿਆਉਂਦੇ ਹੋ ਜਦ ਹੁੰਦਾ ਆਪਣਾ ਛਬੀਲਾ ਲਾਉਂਦੇ ਹੋ? ਐਡਾ ਮੂਰਖ ਆਦਮੀ। ਨਾ ਮਿੱਠਾ ਹੁੰਦਾ ਜਾਂ ਅਮਰ ਤਿਆਰ ਕੀਤਾ, ਪਤਾਸਿਆਂ ਦੀ ਕੀ ਲੋੜ ਸੀ? ਕਿੱਡੀ ਮੂਰਖ ਵਾਲੀ ਗੱਲ ਹੈ। ਉਹ ਪਤਾਸੇ ਮਨਮੁਖ ਹੋਵੇ ਚਾਹੇ ਗੁਰਮੁਖ ਹੋਵੇ, ਦੋਹਾਂ ਨੂੰ ਮਿੱਠੇ ਲੱਗਦੇ ਨੇ। ਜਿਹਨੂੰ ਇੰਨੀ ਸਮਝ ਨਹੀਂ, ਬੱਲੇ ਬੱਲੇ ਨੇ ਸਪੋਕਸਮੈਨ ਨੇ ਕੀਤੀ, ਸਾਰਿਆਂ ਨੇ ਬੜੇ ਉਹਦੇ ਗੁਣ ਗਾਏ। ਇਹਦਾ ਮਤਲਬ ਸਾਰੇ ਮੂਰਖ ਸੀ। ਇਹ
ਵੱਡੇ ਮੂਰਖ ਸੀ ਸਾਰੇ, ਜਿਹਨੂੰ ਇੰਨਾ ਪਤਾ ਨਹੀਂ ਵੀ ਪਤਾਸੇ ਤਾਂ ਮਨਮੁਖ ਹੋਵੇ ਚਾਹੇ ਗੁਰਮੁਖ ਹੋਵੇ, ਉਹ ਤਾਂ ਦੋਹਾਂ ਨੂੰ ਮਿੱਠੇ ਲੱਗਣਗੇ। ਤੇ ਨਾਮ ਗੁਰਮੁਖ ਨੂੰ ਮਿੱਠਾ ਲੱਗੂਗਾ, ਮਨਮੁਖ ਨੂੰ ਕੌੜਾ ਲੱਗੂਗਾ। ਨਾਮ ਔਰ ਦੂਏ ਮਿੱਠੇ ਦਾ ਉਹ ਮਿੱਠੇ ਦਾ ਇੱਕ ਤੁਸੀਂ ਕਿਵੇਂ ਬਰਾਬਰ ਬਣਾਤਾ? ਇਹ ਹੁੰਦਾ ਵਿਦਵਾਨਾਂ ਦੀ ਗੱਲ। ਹੁਣ ਮਿੱਠਾ ਉੱਥੇ ਹੈ, ਮਿੱਠਾ ਉੱਥੇ ਹੈ। ਮਿੱਠਾ ਦੇਖ ਲਿਆ, ਭੇਦ ਨਹੀਂ ਦੇਖਿਆ, ਸ਼ਬਦ ਭੇਦ। ਮਿੱਠਾ ਤਾਂ ਦੇਖ ਲਿਆ, ਨਾਮ ਵੀ ਮਿੱਠਾ, ਉਹ ਪਰ ਗੁਰਮੁਖ ਨੂੰ ਮਿੱਠਾ ਲੱਗਦਾ। ਉਹ ਕੌੜਾ ਜਿਹੜਾ ਲਿਖਿਆ ਹੋਇਆ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਖਤ ਕੀ ਬਿਦ ਨੈਣੋ ਡੀਠੀ, ਉਹ ਪੜ੍ਹ ਲੈਂਦੇ, ਉਹ ਨਹੀਂ ਪੜ੍ਹਿਆ। ਪੜ੍ਹਿਆ ਤਾਂ ਯਾਦ ਨਹੀਂ ਰੱਖਿਆ, ਜਾਂ ਫਿਰ ਜਾਣ ਕੇ ਸ਼ਰਾਰਤ ਕੀਤੀ। ਇਹ ਤਾਂ ਹੁਣ ਜਵਾਬ ਉਹ ਦੇਣ ਵੀ ਕੀ ਕੀਤਾ ਤੁਸੀਂ, ਕਿਉਂ ਕੀਤਾ। ਜਵਾਬ ਨਹੀਂ ਆਰਟੀਕਲ ਦਾ ਇੱਥੇ ਦਿੱਤਾ। ਫੇਰ ਕੋ ਤਤ ਗੁਰਮਤ ਦਾ ਰੌਲਾ ਪਾਈ ਜਾਂਦੇ ਨੇ। ਸ਼ਰਾਰਤੀ ਨੇ, ਬੜੇ ਜ਼ਿਆਦਾ ਸ਼ਰਾਰਤੀ ਨੇ, ਪੱਲੇ ਕੁਛ ਨਹੀਂ ਹੈ। ਔਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਗੁਰਮਤ ਸ਼ਬਦ ਨਾਲ ਤਤ ਨਹੀਂ ਲੱਗਦਾ ਹੁੰਦਾ, ਕਿਤੇ ਲੱਗਿਆ ਹੀ ਨਹੀਂ ਗੁਰਬਾਣੀ 'ਚ। ਉਹਨਾਂ ਨੂੰ ਪਤਾ ਹੀ ਨਹੀਂ ਤਤ ਕੀ ਹੁੰਦਾ, ਗੁਰਮਤ ਕੀ ਹੁੰਦੀ ਹੈ। ਗੁਰਮਤ ਨਾਲ ਕਦੇ ਤਤ ਨਹੀਂ ਲੱਗਦਾ ਲਫ਼ਜ਼। ਗੁਰਮਤ ਗੁਰਮਤੇ ਹੈ, ਇਹਦਾ ਮਤਲਬ ਗੁਰਮਤ ਦੋ ਕਿਸਮ ਦੀ ਹੋਗੀ ਨਾ, ਫਿਰ ਤਾਂ ਕਈ ਪ੍ਰਕਾਰ ਦੀ ਹੋਊ ਗੁਰਮਤ। ਫਿਰ ਇਹ ਦੱਸਣ ਵੀ ਕਈ ਪ੍ਰਕਾਰ ਦੀ ਹੈ ਗੁਰਮਤ। ਜੇ ਤਤ ਗੁਰਮਤ ਹੋਰ ਹੁੰਦੀ ਹੈ, ਗੁਰਮਤ ਹੋਰ ਹੁੰਦੀ ਹੈ, ਤਾਂ ਦੋਹਾਂ 'ਚ ਫਰਕ ਵੀ ਦੱਸ ਦੇਣ ਕੀ ਹੈ। ਜਿਵੇਂ ਸੰਤ ਸਮਾਜ ਵਾਲੇ ਕਹੀ ਜਾਂਦੇ ਨੇ, ਸੰਤ ਸਮਾਜ ਕੋਈ ਸਮਾਜ ਹੀ ਨਹੀਂ ਹੁੰਦੀ। ਸੰਤਾਂ ਦੀ ਕੋਈ ਸਮਾਜ ਨਹੀਂ ਹੈ। ਸੰਤ ਸਮੂਹ ਅਨੇਕਮਤੀ ਕੇ ਨੇ, ਇਹਦਾ ਅਨੇਕਮਤੀ ਕੇ ਨੇ। और गुरमत सारे ही देश को देख फिर मत को न देखिए तो प्राणपति के किसी संत कोल गुरमत है नहीं। साबित करना, एक संत साबित करे मैं गुरमत जानना, इन्हों चो साबित करे। और संत ना जमदा ना मरदा, जन्म मरण दोहू में नहीं। संत तो जन्म, गुरबाणी वाला संत जन्म नहीं लेंदा। संत अंतरात्मा नूं कहा होया ये असंत है, ਇਹਦਾ ਨਾਮ असंत है। ਇੱਕੋ ਵਾਰ ਲਫ਼ਜ਼ ਆਇਆ ਸੰਤ ਗੁਰਬਾਣੀ 'ਚ। ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਇਹ ਸੰਤ ਕੀ ਹੁੰਦਾ। ਇਹ ਸੰਤ ਹੈ ਹਿੰਦੂ ਮਤ ਵਾਲਾ। ਸੰਤ ਨਹੀਂ ਬਣਾਇਆ ਗੁਰੂ ਨੇ, ਸਿੱਖ ਬਣਾਏ ਨੇ। ਸੰਤ ਪਹਿਲਾਂ ਹੀ ਨੇ ਬਣੇ ਹੋਏ। ਸੰਤ ਸ਼ਬਦ ਹਿੰਦੂ ਮਤ ਦਾ। ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਇਹ ਤਾਂ ਆਪਣੇ ਆਪ ਨੂੰ ਕਹਿਣ ਹਰ ਕੇ ਸੰਤ। ਇਹ ਜੇ ਕੱਲੇ ਸੰਤ ਕਹਿੰਦੇ ਨੇ ਫਿਰ ਬਨਾਰਸ ਕੇ ਠੱਗ ਨੇ ਸਾਰੇ। ਕਿਉਂ ਸੰਤ ਦੀਆਂ ਦੋ ਕੈਟਾਗਰੀਆਂ ਨੇ ਗੁਰਬਾਣੀ 'ਚ। ਪ੍ਰਮਾਣ ਜਿਹੜੀ ਕੈਟਾਗਰੀ ਆ ਹਰ ਕੇ ਸੰਤਾਂ ਲਈ ਹੈ। ਹਰ ਕੇ ਸੰਤ ਪ੍ਰਮਾਣ ਨੇ। ਜੇ ਇਹਨਾਂ ਨੇ ਕਿਰਪਾਨਾਂ ਪਾਈਆਂ ਨੇ ਤਾਂ ਸੰਤ ਨਾ ਕਹਣ, ਹਰ ਕੇ ਸੰਤ ਲਿਖਣਾ ਆਪਣੇ ਆਪ ਨੂੰ। ਹਰ ਕੇ ਸੰਤ ਕਿਸੇ ਦੇ ਨੇ। ਇਹ ਕਿਹਦੇ ਨੇ? ਕਿਹਦੇ ਨੇ ਫਿਰ ਸੰਤ? ਅਵਾਰਾਗਰਦ ਨੇ ਸੰਤ। ਅਵਾਰਾ ਦਾ ਜਨਮ ਇਹਨਾਂ ਦਾ। ਅਵਾਰਾਗਰਦੀ ਦੇ ਵੀ ਬੱਚੇ ਹੁੰਦੇ ਨੇ। ਬੇਸਬਾ ਕਪੂਤੀ ਜਿਹਨੂੰ ਕਹਿੰਦੇ ਨੇ। ਜਾਂ ਤਾਂ ਫਿਰ ਉਹ ਨੇ ਬਨਾਰਸ ਕੇ ਠੱਗ। ਬੇਸਬਾ ਕੇ ਘਰ ਪੂਤੀ ਜਨਮਿਆ। ਜਾਂ ਤਾਂ ਉਹ ਨੇ, ਜਾਂ ਫਿਰ ਹਰਕੇ ਨੇ। ਪੈਦਾ ਕਿੱਥੋਂ ਹੋਏ ਨੇ? ਪੈਦਾ ਕਿੱਥੋਂ? ਹਰ ਨੇ ਪੈਦਾ ਕੀਤੇ ਨੇ। ਹਰਕੇ ਸੰਤ ਨੇ। ਜਨਮ ਤੋਂ ਬਾਅਦ ਸੰਤ ਬਣਦਾ। ਜਨਮ ਪਦਾਰਥ ਤੋਂ ਬਾਅਦ ਉਹ ਹਰਕਾ ਸੰਤ ਕਹਾਉਂਦਾ। ਕਬੀਰ ਕਹਿੰਦਾ ਉਹ ਹਰਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਗੁਰਬਾਣੀ ਤਾਂ ਇਹ ਕਹਿੰਦੀ ਹੈ। ਹਰਕਾ ਸੰਤ ਕਿਉਂ ਹੁੰਦਾ ਹੈ? ਇਹਨਾਂ ਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ। ਦੱਸਣ ਕਿਹੜਾ? ਸੰਤਾਂ ਦੇ ਖਿਲਾਫ ਉਹ ਕਰਦੇ ਨੇ ਪ੍ਰਚਾਰ, ਠੀਕ ਕਰਦੇ ਨੇ। ਸਿੱਖ ਬਣਾਏ ਨੇ। ਸਿੱਖ ਬੜਾ ਸਭ ਤੋਂ। ਸਿੱਖ ਬੜਾ ਸਭ ਤੋਂ ਔਰ ਸਿੱਖ ਛੋਟਾ ਸਭ ਤੋਂ। ਸਿੱਖ ਬੜਾ ਸਭ ਤੋਂ। ਕਿੱਥੇ ਬੜਾ? ਸੱਚਖੰਡ ਦੀ ਨਿਗਾਹ ਸਿੱਖ ਸਭ ਤੋਂ ਉੱਚਾ ਹੈ। ਕਿਉਂ ਉੱਚਾ? ਸੰਸਾਰ 'ਚ ਆਪਣੇ ਨੂੰ ਸਭ ਤੋਂ ਛੋਟਾ ਮੰਨਦਾ ਹੈ। ਆਪਨ ਕੋ ਜੋ ਜਾਣਾ ਨੀਚਾ ਸੋਈ ਗਣੀਏ ਸਭ ਤੇ ਉੱਚਾ। ਸੱਚਖੰਡ ਜੋ ਉੱਚਾ ਹੈ, ਇੱਥੇ ਚਾਹੇ ਹੋਵੇ ਚਾਹੇ ਨਾ ਹੋਵੇ। ਇਹ ਤਾਂ ਆਪਣੇ ਆਪ ਆਪਣ ਕੋ ਜੋ ਭਲਾ ਕਹਾ ਵੈ। ਸੰਤ ਭਲੇ ਆਦਮੀ ਦਾ ਨਾਮ ਹੈ ਨਾ। ਬੋਲ ਲਾਉਂਦੇ ਨੇ ਤਿਸੇ ਭਲਾਈ ਨਿਕਟ ਨਾ ਆਵੇ। ਆਪਨ ਕੋ ਜੋ ਜਾਣੇ ਉੱਚਾ
ਸੋਈ ਗਣੀਏ ਸਭ ਤੇ ਨੀਚਾ। ਇਹ ਦਫਾ ਲੱਗ ਜਾਣੀਆਂ ਸਾਰੀਆਂ ਇਹਨਾਂ ਤੇ ਲੱਗੀਆਂ ਹੋਈਆਂ ਨੇ। ਇਹਦਾ ਜਵਾਬ ਦੇਣ ਸੰਤ ਸਾਰੇ, ਤੇ ਨਹੀਂ ਸਿੱਖ ਬਣ ਜਾਣ ਆਰਾਮ ਨਾਲ। ਨਹੀਂ ਇਹਨਾਂ ਦਾ ਚਾਰਾ ਕੋਈ ਨਹੀਂ ਹੈ, ਸੌਗਾ ਫਿਰ ਜਾਣਾ ਸਾਰਿਆਂ ਤੇ ਲੋਹੇ ਦਾ। ਨਦੀਨ ਜਿੰਨਾ ਜੰਮਦਾ ਹੁੰਦਾ ਨਾ, ਹੁਣ ਕਣਕ ਬੀਜਣੀ ਹੈ, ਪਹਿਲੇ ਜਿਹੜੇ ਸਿਆਣੇ ਨੇ ਰੌਣੀ ਕਰ ਦਿੰਦੇ, ਨਦੀਨ ਜੰਮੇ ਹੁੰਦੇ ਸੌਗਾ ਫਿਰ ਦਿੰਦੇ, ਸਾਰਾ ਹੀ ਮਰ ਜਾਂਦਾ। ਇਹ ਨਦੀਨ ਉਹ ਜੰਮਦੇ ਹੀ ਮਰ ਜਾਣੇ ਨੇ ਸਾਰੇ। ਇਹ ਕੁਛ ਨਹੀਂ ਉਹਦੇ ਪੱਲੇ ਹੈਗਾ। ਸਿੱਧੇ ਹੋ ਕੇ ਸਿੱਖ ਬਣਨ ਜੇ ਬਣਨਾ, ਤੇ ਨਹੀਂ ਛੱਡ ਜਾਣ, ਕਿਰਪਾਨਾਂ ਲਾ ਦੇਣ, ਕਛਹਿਰੇ ਛੱਡ ਦੇਣ, ਚੋਲੇ ਉਹ ਧੂਣੇ ਲਾ ਲੈਣ, ਆਪਣੇ ਹਿੰਦੂ ਬਣ ਜਾਣ, ਜਟਾਂ ਰੱਖ ਲੈਣ, ਜੋ ਮਰਜ਼ੀ ਕਰਨ, ਇਹ ਸਿੱਖ ਬਣ ਜਾਣ। ਜੀਤ ਲੈ ਤੇ ਨਹੀਂ ਦੇਵਤੇ ਤੇ ਲੋਕੀ ਰਾਜ ਕਮਾਇਆ, ਵੱਡਾ ਵੀਰ ਅਖਾਏ ਕੇ ਸਿਰ ਉੱਪਰ ਛਤਰ ਫਰਾਇਆ। ਜੀਤ ਲੈ ਤੈਨੂੰ ਦੇਵਤੇ, ਦੇਵਤੇ ਕਿਵੇਂ ਜਿੱਤੇ? ਜਿਵੇਂ ਕਾਲੇ ਫਾਨੇ ਨੇ ਖੂੰਜੇ ਲਾਤੇ ਤੇ ਸਾਰੇ ਐਂ ਜਿੱਤ ਲਏ, ਲਾਤੇ ਤੇ ਸਾਰੇ ਖੂੰਜੇ। ਕੋਈ ਜਵਾਬ ਦਿੱਤਾ? ਐਂ ਜਿੱਤ ਲਏ ਤੇ ਚਰਚਾ 'ਚ ਸਾਰੇ ਖੂੰਜੇ ਲਾਤੇ ਤੇ ਸਾਰੇ। ਕਹਿੰਦਾ ਮੈਨੂੰ ਦੱਸੋ ਕੀ ਗਲਤੀ ਹੈ? ਤੇ ਬੋਲੇ ਕਾਹਦੇ ਨਾ ਹੈ? ਬੋਲੇ ਕਿਉਂ ਨਾ? ਹੈ ਹੀ ਨਹੀਂ ਕੋਲ ਕੁਝ ਬੋਲਣ ਨੂੰ, ਬੋਲਦੇ ਕੀ? ਤੇ ਲੋਕੀ ਰਾਜ ਕਮਾਇਆ, ਵੱਡਾ ਵੀਰ ਅਖਾਏ ਕੇ ਸਿਰ ਉੱਪਰ ਛਤਰ ਫਰਾਇਆ। ਵੱਡਾ ਵੀਰ ਅਖਾਏ ਕੇ ਸਿਰ ਉੱਪਰ ਛਤਰ ਫਰਾਇਆ, ਸਾਰੇ ਜਿੱਤ ਲਏ ਗਿਆਨ ਚਰਚਾ ਨਾਲ। ਗਿਆਨ ਚਰਚਾ ਚੋਂ ਭੱਜ ਗਏ ਉਹ ਸਾਰੇ। ਜਿਹੜਾ ਗਿਆਨ ਜਿਹਦਾ ਜ਼ਿਆਦਾ ਸੀ ਉਹਨੂੰ ਰਾਜ ਮਿਲ ਜਾਂਦਾ ਸੀ। ਅੱਗੇ ਗਿਆਨ ਦੇ ਨਾਲ ਰਾਜ ਸੀ, ਤਪ ਕਰਦੇ ਸੀ, ਰਾਜ ਮਿਲ ਜਾਂਦਾ ਸੀ ਨਾ। ਇਹਨਾਂ ਦੀਆਂ ਕਹਾਣੀਆਂ ਨੇ ਇਹ। ਗੁਰੂ ਨਾਨਕ ਨੇ ਗਿਆਨ ਚਰਚਾ ਹੀ ਕੀਤੀ ਸੀ ਨਾ, ਤੇ ਰਾਜ ਕਾਇਮ ਨਹੀਂ ਕੀਤਾ। ਇਹੋ ਜਿਹਾ ਹੀ ਰਾਜ ਹੈ ਜਿਵੇਂ ਨਾਨਕ ਨੇ ਰਾਜ ਪੈਦਾ ਕੀਤਾ ਸੀ, ਧਰਮ ਦੀ ਦੁਨੀਆ 'ਚ ਰਾਜ। ਛਤਰ ਸਿੰਘਾਸਣ ਪ੍ਰਿਥਵੀ, ਗੁਰੂ ਅਰਜਨ ਕੋ ਦੇ ਆਇਓ। ਉਹ ਕਹਿੰਦਾ ਸੀ ਛਤਰ ਸਿੰਘਾਸਣ ਪ੍ਰਿਥਵੀ ਆਹੀ ਹੈ ਦੱਸਿਆ ਹੋਇਆ। ਇਹ ਸੰਸਾਰ ਦਾ ਰਾਜ ਦੀ ਗੱਲ ਨਹੀਂ ਹੈ। ਛਤਰ ਸਿੰਘਾਸਣ ਪ੍ਰਿਥਵੀ, ਅਰਜਨ ਨੂੰ ਕਿਹੜਾ ਛਤਰ ਸੀ, ਕਿਹੜਾ ਸਿੰਘਾਸਣ ਸੀ, ਕਿਹੜਾ ਰਾਜ ਸੀ, ਮੈਨੂੰ ਦੱਸੋ। ਉਸੇ ਰਾਜ ਦੀ ਗੱਲ ਕੀਤੀ ਹੋਈ ਹੈ। ਧਰਮ ਦੀ ਦੁਨੀਆ ਦੇ ਵਿੱਚ ਰਾਵਣ ਸਭ ਤੋਂ ਗਿਆਨਵਾਨ ਹੈ। ਉਦੋਂ ਰਾਵਣ ਦਾ ਰਾਜ ਹੈ, ਪੰਡਤ ਹੈ, ਬ੍ਰਾਹਮਣ ਹੈ, ਚਾਰੇ ਵੇਦ ਦਾ ਗਿਆਤਾ ਹੈ। ਰਿਸ਼ੀ ਮੁਨੀ ਕੈਚ ਦਿੱਤੇ ਹੋਏ ਨੇ। ਪਖੰਡਵਾਦੀ ਮੰਨਦਾ ਇਹਨਾਂ ਨੂੰ, ਦਿੱਤੇ ਉਹਨਾਂ ਨੇ ਪਖੰਡਵਾਦ ਮੰਨਦਾ। ਹੁਣ ਜੇ ਤਾਂ ਰਿਸ਼ੀ ਮੰਨਦੇ ਨੇ, ਇੱਕ ਪਾਸੇ ਵੇਦ ਨੂੰ ਮੰਨਦੇ ਨੇ। ਜਦੋਂ ਰਾਵਣ ਨੂੰ ਮੰਨਦਾ ਹੋ ਪਏ ਨੂੰ, ਰਣ ਭੂਮੀ 'ਚ ਗਿਰੇ ਹੋਏ ਨੂੰ, ਰਾਮਚੰਦਰ ਕੇ ਚਾਰ ਵੇਦ ਦਾ ਗਿਆਤਾ ਤਾਂ ਗਿਆਨ ਲੈ ਤੇ ਗਿਆਨਵਾਨ ਤਾਂ ਉਹ ਸੀ। ਇਹਨਾਂ ਦੇ ਗੁਰੂ ਨੂੰ ਵੀ ਜ਼ਿਆਦਾ ਗਿਆਨਵਾਨ ਸੀ। ਬਹੁਤ ਗੱਲਾਂ ਨੇ ਥੱਲੇ ਪਈਆਂ ਦੱਬੀਆਂ ਹੋਈਆਂ, ਇਹ ਤਾਂ ਪ੍ਰਚਾਰ ਕਰਦੇ ਨਹੀਂ। ਗੁਰਮਤਿ ਇਹਨਾਂ ਦਾ ਪ੍ਰਚਾਰ ਕਰਦੀ ਸੀ, ਹਾਈਲਾਈਟ ਕਰਦੀ ਸੀ। ਗੁਰਮਤਿ ਨੇ ਕੀਤੇ ਹਾਈਲਾਈਟ। ਤਾਂ ਗੱਲਾਂ ਗੁਰੂ ਕਰਨਗੇ ਹਾਈਲਾਈਟ, ਜਵਾਬ ਇੱਕ ਵੀ ਨਹੀਂ ਇਹਨਾਂ ਕੋਲ। ਇਹ ਡਰੀ ਜਾਂਦੇ RSS ਤੇ। RSS ਖਾਜੂ ਤੁਹਾਨੂੰ, ਹੱਦ ਹੋ ਗਈ। ਸ਼ੇਰ ਵੀ ਡਰਦਾ ਹੁੰਦਾ, ਖਰਗੋਸ਼ਾਂ ਤੇ, ਕੁੱਤਿਆਂ ਤੇ, ਗਿੱਦੜਾਂ ਤੇ। ਸ਼ੇਰ ਨੂੰ ਕਾਹਦਾ ਡਰ ਹੈ? ਅਸਲ 'ਚ ਸੱਚ ਹੈ ਨਹੀਂ ਕੋਲ, ਤਾਂ ਡਰਦੇ ਨੇ। RSS ਖਾਜੂ। ਸਿੱਖੀ ਹੋਵੇ ਤੁਹਾਡੇ ਕੋਲ, ਤੁਹਾਨੂੰ ਡਰ ਕਾਹਦਾ ਹੈ? ਉਹ ਨਹੀਂ ਕੁਛ ਹੈਗਾ, ਤਾਂ ਡਰਦੇ ਨੇ। ਓਏ ਬਾਕੀ ਮੱਤਾਂ ਖਰਬੂਜੇ, ਕਕੜੀਆਂ, ਇਹ ਮੱਤ ਛੁਰੀ ਕਿਵੇਂ? ਛੁਰੀ ਵੀ ਕਹੇ ਜੀ, ਸੱਚ ਕੀ ਕਾਤੀ ਸੱਚ ਸਭ ਸਾਰ, ਕਾੜਤ ਤਿਸਕੀ ਅਪਾਰ। ਇਹ ਉਹ ਛੁਰੀ ਹੈ ਜਿਹੜੀ ਸੱਚ ਦੀ ਉਹ ਬਣੀ ਹੋਈ ਹੈ। ਉਹ ਮੱਤਾਂ ਸਾਰੀਆਂ ਝੂਠਦੀਆਂ। ਉਹ ਛੁਰੀ ਤੇ ਖਰਬੂਜਾ ਜਿਹੜਾ, ਕਕੜੀ ਗਿਰ ਜਾ, ਆਲੂ ਗਿਰ ਜਾ, ਕੁਛ ਗਿਰ ਜਾ, ਛੁਰੀ ਮੁੱਕੀ ਹੋਣਾ, ਛੁਰੀ ਨੂੰ ਤਾਂ ਵੱਢ ਦੇਣਾ ਉਹਨੂੰ। ਤੁਸੀਂ ਕਾਹਦੇ ਡਰਦੇ ਹੋ? ਕੁਛ ਹੈ ਨਹੀਂ ਕੋਲ, ਤਾਂ ਡਰਦੇ ਨੇ। ਪੱਲੇ ਕੁਛ ਨਹੀਂ ਕਿਸੇ ਦੇ ਹੈਗਾ, ਤਾਂ ਵੀ ਤਾਂ ਦਸਤਾਰ ਮੁਕਾਬਲੇ। ਹੋਰ ਕੀ ਕਰਦੇ ਨੇ? ਹੋਰ ਕੀ ਕਰਨਗੇ? ਕੇਸ ਰੱਖ ਲਓ, 5000 ਰੁਪਈਆ ਦੇਵਾਂਗੇ। ਉਹ ਰੁਪਈਆ ਤਾਂ ਅਸਲ 'ਚ ਇਹਦੀ ਆੜ 'ਚ ਹੋਰ ਇਕੱਠੇ ਕਰਨੇ ਨੇ ਆਪ। ਉਹ ਬਚਾਉਣੇ ਨੇ, ਕਿਹੜਾ ਕਿਸੇ ਨੂੰ ਹਿਸਾਬ ਦੇਣਾ।
ਇਹ ਤਾਂ ਨਵੇਂ ਢਕਵੰਜ ਖੜੇ ਕਰਦੇ ਨੇ ਇਹ। ਉਹ ਜਿਹੜਾ ਲੋਭ ਦੇ ਸਿਰ ਤੇ ਧਰਮੋਂ ਕਾਇਦਨ ਚੱਲੂ ਤੁਹਾਡਾ। ਗੁਰਬਾਣੀ ਕਹਿੰਦੇ ਲੋਭੀ ਦਾ ਬਸਾਨ ਅਗੀਜਾ। ਤੁਸੀਂ ਲੋਭ ਦੇ ਵਿੱਚ ਲਿਆ ਕੇ ਧਾਰਮਿਕ ਬਣਾ ਰਹੇ ਹੋ ਬੰਦਿਆਂ ਨੂੰ ਪੈਸਿਆਂ ਨਾਲ। ਪੱਲੇ ਕੁਛ ਨਹੀਂ ਕਿਸੇ ਦੇ ਹੈਗਾ। ਅਸਲ 'ਚ ਦੀਵਾਲੀਆ ਹੈ ਸਾਰੀ ਸਿੱਖੀ ਤੋਂ। ਦੀਵਾਲੀ ਨੇ ਸਭ ਚੌਧਰਾਂ ਨੂੰ ਦੇ ਭੁੱਖੇ ਨੇ। ਗੱਲ ਚੌਧਰਾਂ ਦੀ ਔਰ ਕੁਛ ਨਹੀਂ ਹੈ। ਪੱਲੇ ਪੁੱਲੇ ਕੁਛ ਨਹੀਂ ਕਿਸੇ ਦੇ। ਜਾਂ ਫਿਰ ਕੋਈ ਪਖੰਡ ਬਣਾ ਕੇ ਪੈਸੇ ਇਕੱਠੇ ਕਰੀਏ। ਕੋਈ ਅੱਤਵਾਦ ਦੇ ਨਾਂ ਤੇ, ਕੋਈ ਜੇਲ੍ਹ 'ਚ ਮੁੰਡੇ ਬੈਠੇ ਨੇ ਉਹਨਾਂ ਦੇ ਨਾਂ ਤੇ ਬਾਹਰੋਂ ਲੈ ਆਉਂਦੇ ਨੇ ਇਕੱਠੇ। ਇਹ ਬੜਾ ਸਿਰਫ ਪੈਸਾ ਇਕੱਠਾ ਕਰਨਾ, ਹੋਰ ਕੁਛ ਨਹੀਂ ਹੈ। ਵੱਡਾ ਵੀਰ ਅਖਾਇਕ ਹੈ ਸਿਰ ਉੱਪਰ ਛਤਰ ਵੱਡਾ ਵੀਰ ਅਖਾਇਕ ਕੇ ਸਿਰ ਉੱਪਰ ਛਤਰ ਫਰਾਇਆ। ਛਤਰ ਫਰਾਇਆ ਨਾ ਨਾਨਕ ਨੇ। ਉਹੀ ਛਤਰ ਸਿੰਘਾਸਣ ਪ੍ਰਥਮੀ ਨਾਨਕ ਕੋ ਦੇ ਆਇਓ। ਗੁਰੂ ਅਰਜਨ ਕੋ ਦੇ ਆਇਓ। ਪਹਿਲਾਂ ਉਹਨੂੰ ਦਿੱਤਾ ਲੈਣੇ ਨੂੰ। ਮਤ ਗੁਰ ਆਤਮਦੇਵ ਦੀ ਖੜਗ ਜੋਰ ਪਰਾ ਕੋਈ ਜੀ ਦੇ। ਉਹਨੂੰ ਖੜਗ ਦੇਤੀ ਤਲਵਾਰ। ਉਹ ਖਰਬੂਜੇ ਕੱਕੜੀਆਂ ਨੂੰ ਵੜ ਸਿੱਟੂ। ਉਹ ਨੇੜੇ ਆਉਣਗੀਆਂ ਉਹਦੇ ਤਲਵਾਰ ਦੇ। ਕਹਿੰਦਾ ਲੈ ਵੀ ਇਕੱਠੇ ਪਾ ਦਿੰਦੇ ਆਪਾਂ ਇੱਕ ਡਰਮ ਦੇ ਵਿੱਚ। ਡਰਮ ਨੂੰ ਦਿੰਦੇ ਘੁਮਾ। ਮੈਂ ਪਾ ਦਿੰਦਾ ਨੰਗੀ ਤਲਵਾਰ, ਤੁਸੀਂ ਆਪਣੀਆਂ ਮੱਤਾਂ ਪਾ ਦਿਓ। ਉਹ ਕਹਿੰਦੇ ਨਹੀਂ ਪਾਉਂਦੇ। ਉਹ ਕਹਿੰਦੇ ਮਰਨਾ ਤਲਵਾਰ ਨੂੰ ਕੀ ਹੋਣਾ, ਸਾਡਾ ਤਾਂ ਕੱਖ ਨਹੀਂ ਰਹਿਣਾ। ਹੋਵੇ ਸਹੀ ਕੁਛ ਕੋਲ ਹੈ, ਉਹ ਨਹੀਂ ਕਿਸੇ ਦੇ ਕੋਲ ਕੁਛ। ਦਿੱਤਾ ਇੰਦਰ ਨਿਕਾਲ ਕੇ ਤਿਨ ਗਿਰ ਕੈਲਾਸ਼ ਤਕਾਇਆ। ਇੰਦਰ ਕੱਢਤਾ ਉਦੋਂ ਭਜਾਤਾ। ਕੈਲਾਸ਼ ਪਰਬਤ ਤੇ ਚਲਿਆ ਗਿਆ। ਉਹ ਕਹਿੰਦੇ ਜਾ ਚਲਿਆ ਜਾ, ਤਪ ਕਰ ਜਾ ਕੇ ਭਗਤੀ ਕਰ। ਆ ਭਗਤੀ ਤਾਂ ਤੇਰੀ ਖੋਟੀ ਹੈ, ਸਾਬਤ ਕਰਤੀ ਗਿਆਨ ਨਹੀਂ ਹੈ। ਜਾ ਕੇ ਤਪ ਕਰ ਜਾ ਕੇ। ਹੁਣ ਫਿਰ ਜਾ ਕੇ ਤਪ ਕਰਕੇ ਟੋਲਦੇ ਫਿਰਦੇ ਨੇ। ਭਗਤੀ ਕਰਨ ਨੂੰ ਭੇਜਤਾ। ਕੈਲਾਸ਼ ਖੋਲਿਆ ਉਤੇ ਨਾ ਇੰਦਰ ਦਾ ਰਾਜ ਖੋਲਿਆ। ਇੰਦਰ ਇੱਥੇ ਦੇ ਰਾਜ ਨੂੰ ਕਹਿੰਦੇ ਸੀ ਆ ਜਿਹੜਾ ਹੈਗਾ ਨੇਪਾਲ। ਉੱਪਰ ਚੜ੍ਹਦਾ ਪਹਾੜਾਂ 'ਚ ਚਲਾ ਜਾ। ਪਬਲਿਕ ਸੀ ਮੰਦੀ, ਪਬਲਿਕ ਖਿਲਾਫ ਹੋ ਗਈ ਜਾਂ ਪੱਲੇ ਕੁਛ ਨਹੀਂ ਹੈ। ਉਹ ਪਬਲਿਕ ਇੰਦਰਾਂ ਦੇ ਖਿਲਾਫ ਹੋ ਗਈ ਸੀ। ਪਬਲਿਕ ਦਾ ਕੀ ਹੈ? ਪਬਲਿਕ ਜਿੰਨਾ ਚਿਰ ਵਿਸ਼ਵਾਸ ਕਰਦੀ ਹੈ। ਜਿੰਨੀ ਪੌੜੀ ਉੱਚੀ ਹੁੰਦੀ ਹੈ ਉਹਨਾਂ ਉੱਤੋਂ ਡਿੱਗਦਾ। ਬਾਈ ਦਾ ਕੱਖ ਨਹੀਂ ਹੈ। ਉਹ ਪਿਛਲੇ ਜਥੇਦਾਰ ਸੀਗੇ। ਕੋਈ ਪੁੱਛਦਾ ਹੈ ਸਿਆਣਦਾ ਕੋਈ? ਕਿਹਨੂੰ ਸਿਆਣਦਾ? ਜਥੇਦਾਰ ਹੈਗੇ ਸੀ, ਕੋਈ ਨਹੀਂ ਸਿਆਣਦਾ। ਕਿਹਨੂੰ ਸਿਆਣਦਾ ਕੋਈ? ਪ੍ਰੋਫੈਸਰ ਦਰਸ਼ਨ ਸਿੰਘ ਤੁਰਿਆ ਫਿਰਦਾ। ਹੋਰ ਉਹ ਦੂਆ ਸੀ ਮਨਜੀਤ ਸਿੰਘ ਸੀਗਾ। ਕੇਵਲ ਸਿੰਘ ਸੀ। ਕੇਵਲ ਸਿੰਘ ਦੀ ਉਹ ਗਰਦਨ ਬੜੀ ਆਕੜੀ ਹੋਈ। ਉੱਥੇ ਜ਼ਿਆਦਾ ਆਇਆ ਆਪਣੇ। ਤੁਸੀਂ ਆਖਿਆ ਜੀ ਇਹ ਕੁਛ ਐਂ ਕਰਦੇ ਨੇ। ਮੈਂ ਤੂੰ ਮੇਰੇ ਨਾਲ ਗੱਲ ਕਰ ਲੈ। ਤੇਰੇ ਪੱਲੇ ਕੀ ਹੈ? ਤੂੰ ਦੱਸ ਤੇਰੇ ਪੱਲੇ ਕੀ ਹੈ? ਅਸੀਂ ਗੁਰਮਤਿ, ਤੁਸੀਂ ਸਾਬਤ ਕਰੋ ਗੁਰਮਤਿ ਦੇ ਖਿਲਾਫ ਹੈ ਕੋਈ ਗੱਲ ਸਾਡੀ। ਤੁਹਾਡੇ ਪੱਲੇ ਨਹੀਂ ਕੁਛ ਤਾਂ ਤੁਹਾਡੇ ਖਿਲਾਫ ਜਾਂਦੀ ਹੈ ਗੱਲ। ਮੇਰੇ ਨਾਲ ਕਰ ਚਰਚਾ, ਚੱਲ ਜਿੱਥੇ ਕਰਨੀ ਹੈ ਬਸ ਚੁੱਪ ਕਰਨ। ਪੱਲੇ ਕੀ ਹੋਣਾ ਸੀ? ਹੁਣ ਕੌਣ ਹੈ? ਕੋਈ ਕੁੱਤਾ ਨਹੀਂ ਭੌਂਕਦਾ। ਉਹ ਤੁਰਿਆ ਫਰੀ ਜਾ। ਪੁੱਛਦਾ ਕੋਈ? ਉਹ ਤਾਂ ਥਾਣੇਦਾਰ ਹੈ ਜਿੰਨਾ ਚਿਰ ਹੈਗਾ ਲੱਗਿਆ ਹੋਇਆ। ਜਦ ਬਦਲੀ ਹੋ ਗਈ ਉਹ ਪਰੇ ਦੀ ਲੰਘ ਜਾਂਦਾ ਮੂੰਹ ਫੇਰ ਕੇ ਵੀ ਕੋਈ ਸਵਾਲ ਨਾ ਪਾ ਦੇਵੇ। ਜਿਹੜਾ ਇੱਥੇ ਹੈਗਾ ਇਹ ਆਹ ਤਾਂ ਇਹਨਾਂ ਦੀ ਹਾਲਤ ਹੈ। ਜੇ ਇਹਨਾਂ ਦਾ ਆਪਣਾ ਜੀਵਨ ਹੋਵੇ ਤਾਂ ਅਵਸਥਾ ਉਹੋ ਜਿਹੀ ਰਹੇ। ਆਪਣਾ ਜੀਵਨ ਤਾਂ ਕੁਛ ਨਹੀਂ ਹੈ ਨਾ। ਆਪਣੇ ਜੀਵਨ ਨਾਲ ਤਾਂ ਕੋਈ ਉਹਨਾਂ ਦੀ ਪੋਜੀਸ਼ਨ ਨਹੀਂ ਮਿਲੀ। ਉਹਦਾ ਜੇਬ 'ਚੋਂ ਪਰਚੀ ਕੱਢੀ ਦੇ ਦਿੱਤਾ ਵੀ ਆ ਜਥੇਦਾਰ ਹੈ ਬਈ ਚੱਲ। ਹਾਂਜੀ। ਦਿੱਤਾ ਇੰਦਰ ਨਿਕਾਲ ਕੇ ਤਿਨ ਗਿਰ ਕੈਲਾਸ਼ ਤਕਾਇਆ। ਡਰ ਕੇ ਹੱਥੋਂ ਦਾਨਵੀ ਗਿਰ ਕੈਲਾਸ਼ ਤਕਾਇਆ। ਕੈਲਾਸ਼ ਤੇ ਵੀ ਨਿਗਾਹ ਰੱਖ ਲਈ ਵੀ ਸ਼ਿਵ ਜੀ ਨੂੰ ਵੀ ਭਜਾਉਣਾ ਉੱਥੋਂ। ਇੰਦਰ ਤੱਕਣ ਦਿੱਤਾ। ਉਹ ਤਾਂ ਚਲੇਗਾ ਪਹਾੜ ਤੇ। ਪਹਾੜ ਤੇ ਵੀ ਇੱਥੋਂ ਵੀ ਭਜਾ ਦਈਏ ਇਹਨਾਂ ਨੂੰ। ਤਿਨ ਗਿਰ ਕੈਲਾਸ਼ ਤਕਾਇਆ। ਜਦ ਤਾਂ ਹੀ ਕਹਿੰਦੇ ਨੇ ਨਾ ਜਿਹੜਾ ਕੈਲਾਸ਼ ਪਰਬਤ ਆਇਆ ਪਹਾੜ ਹੈ ਦੇਵਤਿਆਂ ਦੀ ਭੂਮੀ ਹੈ। ਉਹ ਦੇਵਤੇ ਭਜਾ ਕੇ ਇੱਥੇ ਬਾੜੇ ਹੋਏ ਨੇ। ਜਦ ਹੀ ਥੱਲੇ ਉਤਰ ਨਹੀਂ ਦਿੰਦਾ ਇਹਨਾਂ ਨੂੰ ਕੋਈ। ਦੇਵ ਭੂਮੀ ਨਹੀਂ ਕਹਿੰਦੇ ਇਹਨੂੰ। ਆ ਲਿਖੀ ਹੋਈ ਹੈ ਤਾਂ ਹੀ ਕਹਿੰਦੇ ਨੇ। ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ।
ਡਰ ਕੇ ਹੱਥੋਂ ਦਾਨ ਵੀ ਇੰਦਰ ਡਰਦਾ ਹੈ ਦਾਨਵਾਂ ਤੇ ਰੱਖ ਵੀ ਇੱਥੇ ਬਣਾ ਜਾਣ, ਇੱਥੇ ਵੀ ਬੇਇੱਜ਼ਤੀ ਨਾ ਕਰ ਦੇਣ ਮੇਰੀ ਆ ਕੇ। ਸਰੀਰਕ ਤੌਰ ਤੇ ਜੰਗ 'ਚ ਵੀ ਤਕੜੇ ਸੀ, ਚਰਚਾ 'ਚ ਵੀ ਤਕੜੇ ਸੀ, ਦੋਵੇਂ ਪਾਸੇ ਤਕੜੇ ਸੀ। ਉਹ ਤਰਕਸ਼ੀਲ ਨੇ, ਬੋਲਣ ਦਿੰਦੇ ਨੇ ਕਿਸੇ ਨੂੰ, ਅਸੰਤਾਂ ਨੂੰ ਹੱਥ ਖੜੇ ਕਰ ਦਿੰਦੇ ਨੇ, ਸੰਤ ਜਾ ਆਉਂਦੇ ਨੇ। ਤਰਕਸ਼ੀਲਾਂ ਕੋਲ ਗੁਰਮਤਿ ਦਾ ਗਿਆਨ ਨਹੀਂ ਹੈ। ਜੇ ਗੁਰਮਤਿ ਦਾ ਗਿਆਨ ਹੁੰਦਾ ਇਹਨਾਂ ਨੂੰ ਵੀ ਵੱਟ ਪਾ ਲੈਂਦੇ ਉਹ ਇਹ ਜਿਹੜੀਆਂ ਇਹਨਾਂ ਦੀਆਂ ਕਰਾਮਾਤਾਂ ਨੇ ਨਾ, ਉਹਨਾਂ ਨੂੰ ਨੰਗਾ ਕਰ ਸਕਦੇ ਨੇ। ਉਹ ਮਾਇਆ ਦਾ ਗਿਆਨ ਉਹਨਾਂ ਕੋਲ ਹੈਗਾ। ਜਿਹੜੀਆਂ ਹੇਰਾ ਫੇਰੀਆਂ ਨੇ ਮਾਇਆ ਦੀਆਂ, ਅੱਖ ਨੂੰ ਧੋਖਾ ਦੇਣ ਵਾਲੀ, ਉਹ ਫੜ ਲੈਂਦੇ ਨੇ। ਗੁਰਮਤਿ ਵਾਲੀ ਗੱਲ ਹੈ ਨਹੀਂ ਉਹਨਾਂ ਕੋਲ। ਜੇ ਇਹ ਹੋਵੇ ਫਿਰ ਸੋਨੇ ਦੇ ਸੁਹਾਗਾ। ਪਰ ਜਦ ਤਰਕਸ਼ੀਲ ਨੇ, ਤਰਕਸ਼ੀਲ ਛੇਤੀ ਮੰਨਣਗੇ ਗੁਰਮਤਿ ਨੂੰ, ਇਹਨਾਂ ਨੇ ਨਹੀਂ ਮੰਨਣਾ। ਮੰਨ ਲੈਣਗੇ ਗੁਰਮਤਿ ਨੂੰ, ਮੰਨਿਆ ਹੋਇਆ ਉਹਨਾਂ ਨੇ, ਮੰਨ ਗਏ ਗੁਰਮਤਿ ਨੂੰ ਤਰਕਸ਼ੀਲ ਵੀ ਹਾਂ ਇਹ ਗੱਲ ਠੀਕ ਹੈ। ਕਹਿੰਦੇ ਆਹ ਰੱਬ ਤਾਂ ਹੈਗਾ ਜਿਹੜਾ ਗੁਰਬਾਣੀ ਕਹਿੰਦੀ ਹੈ, ਪਰ ਜਿਹੜਾ ਇਹ ਕਹਿੰਦੇ ਨੇ ਉਹ ਨਹੀਂ ਹੈ। ਉਹ ਥਾਈ ਨਹੀਂ ਕਦੇ ਜਿਹੜਾ ਇਹ ਕਹਿੰਦੇ ਨੇ, ਉਹ ਤਾਂ ਇਹਨਾਂ ਦਾ ਫਰਜ਼ੀ ਬਣਾਇਆ ਹੋਇਆ। ਫਰਜ਼ੀ ਆਪਾਂ ਕੁਛ ਬਣਾ ਲਓ, ਫਰਜ਼ੀ ਕੋਈ ਇੱਥੇ ਥਾਣੇਦਾਰ ਬਣ ਜਾਂਦਾ, ਫਰਜ਼ੀ ਕੋਈ ਇੰਸਪੈਕਟਰ, ਫਰਜ਼ੀ ਕੋਈ DTO ਬਣ ਜਾਂਦਾ, ਫਰਜ਼ੀ ਕੁਛ ਬਣ ਜੇ। ਫਰਜ਼ੀ ਜਿਹੜਾ ਬਣ ਜਾਂਦਾ ਫੜਿਆ ਵੀ ਜਾਂਦਾ। ਜੇ ਕੋਈ ਉਹਦੇ ਮਗਰ ਲੱਗ ਜਾਵੇ ਫੜਨ ਵਾਲਾ ਵੀ, ਇਹਦੀ ਪਤਾ ਕਰੀਏ ਫਰਜ਼ੀ ਹੈ, ਤਾਂ ਫਰਜ਼ੀ ਨੂੰ ਤਾਂ ਫੜਿਆ ਜਾਣਾ ਹੀ ਹੈ। ਜੇ ਖੋਜ ਕਰਕੇ ਮਗਰ ਲੱਗ ਜਾਵੇ ਉਹਦੇ, ਫਰਜ਼ੀ ਤਾਂ ਨੰਗਾ ਹੋਏ ਜਾਣਾ, ਫੜਿਆ ਵੀ ਜਾਂਦਾ। ਉਹ ਫਰਜ਼ੀ ਫੜੇ ਜਾਣਗੇ। ਜੇ ਦੂਏ ਦੇ ਆ ਗਏ ਮੂਹਰੇ ਤਰਕਸ਼ੀਲ, ਫਿਰ ਮੂੰਹ ਭਰ ਡਿੱਗਣਗੇ। ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ, ਪਾਸ ਦੁਰਗਾ ਦੇ ਇੰਦਰ ਆਇਆ। ਜਦੋਂ ਇਹੋ ਜਿਹੀ ਹਾਲਤ ਹੋ ਜਾਂਦੀ ਹੈ ਇਹਨਾਂ ਦੀ, ਲੁਕਣ ਨੂੰ ਕਦੇ ਸਿਰ ਛਪਾਉਣ ਨੂੰ ਥੋਂ ਨਹੀਂ ਮਿਲਦਾ ਇਹਨਾਂ ਧਾਰਮਿਕ ਬੰਦਿਆਂ ਨੂੰ। ਫੇਰ ਇਹ ਬ੍ਰਹਮ ਗਿਆਨੀ ਕੋਲ ਜਾ ਕੇ ਮਿੰਨਤ ਕਰਦੇ ਨੇ ਵੀ ਹੁਣ ਤੂੰ ਮੂਹਰੇ ਹੋ। ਆਹ ਹੈ ਗੱਲ, ਪਹਿਲਾਂ ਇਹ ਆਪੇ ਵਿਰੋਧ ਕਰਦੇ ਹੁੰਦੇ ਨੇ। ਜਦੋਂ ਇਹਨਾਂ ਦੀ ਇਹੀ ਤੇ ਹੀ ਫਿਰ ਜਾਂਦੀ ਹੈ ਨਾ, ਕੋਈ ਇਹਨਾਂ ਨੂੰ ਬੋਲਣ ਨਹੀਂ ਦਿੰਦਾ, ਇਹ ਦਵਾਨੀ ਇਹਨਾਂ ਦੀ ਕੀਮਤ ਨਹੀਂ ਰਹਿੰਦੀ। ਫੇਰ ਇਹ ਗੋਡੇ ਟੇਕਦੇ ਨੇ ਜਾ ਕੇ, ਫਿਰ ਦੁਰਗਾ ਦੇ ਅੰਦਰ ਆਉਂਦਾ ਕੋਲ, ਫਿਰ ਗੁਰਮੁਖੋ ਜਾਂਦੇ ਨੇ ਵੀ ਹੁਣ ਤੂੰ ਮੂਹਰੇ ਹੋ। ਜਿਵੇਂ ਜਾਂ ਚਿੱਠੀ ਲਿਖੀ ਸੀ ਕੋਈ ਜਵਾਬ ਦਿਓ ਕਾਲੇ ਬਗਾਨੇ ਦਾ, ਉਦੋਂ ਗੋਡੇ ਟੇਕ ਦਿੱਤੇ ਸਾਰਿਆਂ ਨੇ ਇਹਨਾਂ ਨੇ। ਮੈਂ ਲਿਖਦਾ ਨਹੀਂ ਸੀ, ਮੈਂ ਕਿਹਾ ਮੈਂ ਨਹੀਂ ਲਿਖਣਾ। ਉਹ ਤਾਂ ਚਮਕੌਰ ਸਿੰਘ ਆ ਗਿਆ, ਉਹ ਕਹਿੰਦਾ ਮੈਂ ਹੁਣ ਵਾਅਦਾ ਕਰਕੇ ਆਇਆ, ਤੁਸੀਂ ਲਿਖ ਦਿਓ ਲੇਖ। ਮੇਰੀ ਤਾਂ ਸਲਾਹ ਨਹੀਂ ਸੀ ਲਿਖਣ ਦੀ। ਮੈਂ ਕਿਹਾ ਇਹਨਾਂ ਦੀ ਝੰਡ ਹੋਲਵੇ ਪੂਰੀ ਹੋ, ਤੁਹਾਡੇ 'ਚ ਕੀ ਹੈ, ਤੁਹਾਡਾ ਨੰਗਨ ਜ਼ਾਹਰ ਹੋ ਜਵੇ। ਚਲੋ ਫਿਰ ਲਿਖ ਦਿੱਤਾ। ਮੈਨੂੰ ਪਤਾ ਵੀ ਲੰਘਦਾ ਜਾਂ ਮਰਜ਼ੀ ਜ਼ਾਹਰ ਕਰ ਦਈਏ, ਜਦ ਮਰਜ਼ੀ ਕਰ ਦਈਏ। ਫਿਰ ਉਹ ਜਹੇਦਾਰ ਨੂੰ ਕਿਹਾ, ਜਿਹੜਾ ਹਜੂਰ ਸਾਹਿਬ ਵਾਲਾ ਫਿਰਦਾ ਸੀ, ਬਈ ਤੁਸੀਂ ਜਿਹੜਾ ਚੁੱਪ ਕਰੇ ਹੋਏ ਹੋ ਨਾ, ਦਸਮ ਗ੍ਰੰਥ ਤੇ ਬੋਲਦੇ ਨਹੀਂ, ਇਹ ਤੁਹਾਡੀ ਚੁੱਪੀ ਝੂਠਾ ਸਾਬਤ ਕਰਦੀ ਹੈ ਸਾਨੂੰ, ਸਾਡੀ ਬੇਇੱਜ਼ਤੀ ਹੁੰਦੀ ਹੈ। ਇਹ ਉਹ ਝੂਠੇ ਪੱਲੇ ਕੁਛ ਨਹੀਂ, ਤੁਸੀਂ ਚੁੱਪ ਕਰਦੇ, ਸਾਡੀ ਬੇਇੱਜ਼ਤੀ ਹੁੰਦੀ ਹੈ। ਅੱਜ ਲੋਕ ਇਹ ਸਮਝਣਗੇ ਉਹ ਝੂਠੇ ਵੀ ਸੱਚੇ ਨੇ, ਤੁਸੀਂ ਸੱਚੇ ਵੀ ਝੂਠੇ ਹੋ। ਤੁਸੀਂ ਸੱਚੇ ਝੂਠੇ ਹੋ, ਉਹ ਝੂਠੇ ਵੀ ਸੱਚੇ ਨੇ। ਕਿ ਤੁਸੀਂ ਜਵਾਬ ਨਹੀਂ ਦਿੰਦੇ, ਬੋਲੀ ਜਾਂਦੇ ਟੈਂ। ਜੇ ਤੁਹਾਡੇ ਕੋਲ ਜਵਾਬ ਨਹੀਂ ਆਏਗਾ, ਜਵਾਬ ਅਸੀਂ ਦਿੰਦੇ ਹਾਂ ਮੈਦਾਨ 'ਚ, ਅਸੀਂ ਹੋਣੇ ਤੁਹਾਡੀ ਤਰਫ ਤੇ। ਉਹਨਾਂ ਨੂੰ ਪਤਾ ਸੀ ਵੀ ਜੇ ਇਹ ਆ ਗਏ ਸਾਡੇ ਪੱਲੇ ਕੱਖ ਨਹੀਂ, ਸਾਨੂੰ ਲੋਕ ਪਿੱਛੇ ਕਰ ਦੇਣਗੇ, ਫੇਰ ਸਾਡੀ ਮੌਤ ਹੈ। ਗੱਲ ਤਾਂ ਉੱਥੇ ਹੀ ਆ ਗਈ ਨਾ, ਮੌਤ ਤਾਂ ਆਪਣੀ ਤੇ ਡਰਦੇ ਨੇ। ਟਾਲ ਗਿਆ ਗੱਲ ਨੂੰ, ਅਸੀਂ ਕਿਹਾ ਕੋਈ ਨਹੀਂ ਟਾਲ ਲੈ, ਅਨੰਗ ਜਾਣਦੇ ਤੁਹਾਡਾ 400 ਸਾਲਾਂ, ਫਿਰ ਦੱਸ ਦੇਣਾ ਤੁਹਾਨੂੰ ਪਤਾ। 300 ਸਾਲਾਂ ਸੀ ਨਾ, ਹਾਂ 300 ਸਾਲਾਂ ਲੰਘ ਲੈਣ ਦੇ, 300 ਸਾਲਾਂ ਚੰਗੀ ਤਰ੍ਹਾਂ ਮਨਾ ਲੈਣ ਸਾਰੇ। ਕਾਹਨੂੰ ਵਿੱਚ ਬੀਜ ਲੇਖਾ ਪਾਉਣਾ, ਸਾਰੇ ਕਹਿਣਗੇ ਪਹਿਲਾਂ ਹੀ ਰੌਲਾ ਪਾਤਾ। ਇਹ ਮੰਨ ਲੈਣ ਦੋ, ਗੁਰਪੁਰਬ ਹੈ ਬੜਾ, ਸੰਗਤ ਹੈ, ਚਲੋ ਸੰਗਤ ਦਾ ਤਾਂ ਕੋਈ ਕਸੂਰ ਨਹੀਂ। ਸੰਗਤ ਕਹੂਗੀ ਵੀ ਤੁਸੀਂ ਵਿੱਚ ਖੱਟਾ ਪਾਤਾ, ਪਹਿਲਾਂ ਹੀ ਬੀਜ ਵਿਆਜ ਬੀਜ ਦਾ ਲੇਖਾ ਪਾਤਾ, ਕਾਂਜੀ ਘੋੜਤੀ ਵਿੱਚ, ਕਾਹਨੂੰ ਘੋੜਨੀ। ਬਾਅਦ 'ਚ ਪੁੱਛਾਂਗੇ ਇਹਨਾਂ ਨੂੰ ਵੀ ਆਓ ਹੁਣ ਮੈਦਾਨ 'ਚ ਆਓ। ਤੁਸੀਂ ਇਹ ਜਿਹੜੇ ਕੰਮ ਫੜੇ ਹੋਏ ਨੇ, ਕਿਉਂ ਫੜੇ ਹੋਏ ਨੇ? ਸੱਚ ਨੂੰ ਕਿਉਂ ਨਹੀਂ ਪ੍ਰਗਟ ਹੋਣ ਦਿੰਦੇ? ਟੈਲੀਵਿਜ਼ਨ ਤੇ ਗੱਲ ਕਰੋ, ਸਾਡੇ ਨਾਲ ਮੈਦਾਨ 'ਚ ਸੰਗਤ 'ਚ ਗੱਲ ਕਰੋ, ਅਸੀਂ ਬੰਦ ਕਮਰੇ 'ਚ ਗੱਲ ਨਹੀਂ ਕਰਨੀ ਹੈ। ਤੁਸੀਂ ਦੱਸੋ ਕਿਉਂ ਵਿਰੁੱਧ ਹੋ? ਗੁਰਮਤਿ ਤੋਂ ਕਿਉਂ ਵਿਰੁੱਧ ਹੋ? ਇੰਨੀ ਗੋਲ ਕਾਹਦੇ ਵਾਸਤੇ ਹੈ? ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ। ਗੋਲਕ ਖਾਈ ਜਾਂਦੇ ਹੋ ਗੁਰਮਤਿ ਦੇ ਵਿਰੁੱਧ।
ਗੁਰਮਤਿ ਨੂੰ ਦੱਬਣ ਵਾਸਤੇ, ਗੁਰਮਤਿ ਨੂੰ ਕਰਾਹੇ ਪਾਉਣ ਵਾਸਤੇ ਗੋਲਕਾ ਹੈ ਗੁਰੂ ਦੀ। ਇਹਦਾ ਜਵਾਬ ਦੇ ਦਿਓ। ਜਾਣ ਬੁੱਝੇ ਕੇ ਕਰਦੇ ਹੋ ਇਹ ਤੁਹਾਨੂੰ ਪਤਾ ਹੀ ਨਹੀਂ। ਜੇ ਪਤਾ ਨਹੀਂ ਚਲੋ ਨਹੀਂ ਠੀਕ ਹੈ, ਚਲੋ ਹੁਣ ਕਰੀਏ। ਜੇ ਪਤਾ ਨਹੀਂ ਲੱਗਿਆ ਹੁਣ ਕਰ ਲੈਂਦੇ ਆਪਾਂ ਸਿੱਧਾ ਪ੍ਰਚਾਰ। ਇਹ ਤੁਸੀਂ ਦੱਸੋ ਵੀ ਇਹ ਸਿੱਧਾ ਹੈ ਨਹੀਂ ਪ੍ਰਚਾਰ, ਇਹ ਦੱਸੋ, ਡਿਸਕਸ ਕਰੋ ਸਾਰੇ ਬੈਠ ਕੇ। ਹਾਂਜੀ। ਪੌੜੀ। ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾਹ, ਦੁਰਗਸ਼ਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ। ਇੱਕ ਦਿਨ ਕਿਤੇ ਗੁਰਮੁਖ ਆ ਗਿਆ ਬਾਹਰ, ਉਹਨੂੰ ਮਿਲ ਗਿਆ ਇਸ਼ਨਾਨ ਕਰਨ ਕਿਸੇ। ਹੁਣ ਉਹ ਤਾਂ ਕਿਤੇ ਚਲੋ ਇਹ ਤਾਂ ਕਹਾਣੀ ਸੁਣਾਈ ਹੈ ਉਹਨਾਂ ਨੇ ਇਸ ਤਰੀਕੇ ਨਾਲ, ਜਿਵੇਂ ਉਹਨਾਂ ਦੀ ਦੁਰਗਾ ਲੁਕੀ ਹੁੰਦੀ ਹੈ ਨਾ, ਪ੍ਰਗਟ ਹੁੰਦੀ ਹੈ। ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾਹ। ਉੱਥੇ ਪਹਾੜਾਂ ਦੇ ਵਿੱਚ ਕਿਤੇ ਕੋਈ ਗੁਰਮੁਖ ਆ ਗਿਆ, ਮਿਲ ਗਿਆ ਕਿਸੇ। ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ। ਉਹਨੇ ਕਿਹਾ ਇੰਦਰਾ ਕੀ ਹਾਲ ਹੈ, ਇੱਥੇ ਲੁਕਿਆ ਹੈ, ਕੀ ਗੱਲ ਹੈ, ਰਾਜ ਕਿੱਥੇ ਗਿਆ? ਉਹਨੇ ਫਿਰ ਸੁਣਾਈ, ਛੇੜ ਤਾਂ ਆਪ ਲਿਆ। ਇਹ ਹੁਣ ਕੀ ਹਾਲ ਹੈ? ਜਦ ਤਾਂ ਬੜੀ ਆਕੜ ਸੀ, ਜਾਂ ਅਕਾਲ ਤਖਤ ਤੇ ਬੈਠਾ ਸੀ, ਹੁਣ ਗਰਦਨ ਨੂੰ ਕੀ ਹੋਇਆ ਹੋਇਆ? ਹੁਣ ਪਹਿਲਾਂ ਫਤਿਹ ਹਰੇਕ ਨੂੰ ਆਪ ਬੁਲਾਉਣਾ, ਪਹਿਲਾਂ ਬੋਲਦਾ ਨਹੀਂ ਸੀ ਫਤਿਹ ਦੇ, ਜਵਾਬ ਨਹੀਂ ਦਿੰਦਾ ਹਰੇਕ ਦਾ। ਹੁਣ ਗਰਦਨ ਦਾ ਕੀਲਾ ਕਿੱਥੇ ਗਿਆ? ਬਾਬਾ ਨੇ ਫਿਰ ਰੋ ਕੇ ਸੁਣਾਈ ਫਿਰ ਬਿਰਥਾ ਆਪਣੇ ਹਾਲ ਦੀ। ਛੀਨ ਲਈ ਠਕਰਾਈ ਸਾਤੋਂ ਦਾਨਵੀ। ਕਹਿੰਦਾ ਜਿਹੜੀ ਚੌਧਰ ਸੀ ਨਾ ਉਹ ਹੁਣ ਹੈ ਨਹੀਂ ਕੋਲ। ਛੀਨ ਲਈ ਠਕਰਾਈ ਸਾਤੇ ਦਾਨਵੀ। ਦਾਨਵਾਂ ਨੇ ਐਸੇ ਸਵਾਲ ਕੀਤੇ, ਸਾਡੇ ਕੋਲ ਜਵਾਬ ਨਹੀਂ ਸੀ। ਲੋਕ ਉਹਨਾਂ ਨੂੰ ਠੀਕ ਮੰਨਦੇ ਨੇ, ਸਾਨੂੰ ਠੀਕ ਨਹੀਂ ਮੰਨਦੇ। ਉਹਨਾਂ ਨੇ ਸਿਰਫ ਰੱਬ ਦਾ ਤਾਂ ਪਤਾ ਹੀ ਪੁੱਛਿਆ, ਸਾਨੂੰ ਦਰਸ਼ਨ ਕਰਾਓ। ਰਾਖਸ਼ਾਂ ਨੇ ਰੱਬ ਨਹੀਂ ਦੱਸਿਆ ਕੀ ਹੈ, ਕਹਿੰਦੇ ਸਾਨੂੰ ਦਰਸ਼ਨ ਕਰਾਓ। ਲਿਖਿਆ ਹੋਇਆ ਅੱਖਾਂ ਦੇ ਬਿਨਾਂ ਦਰਸ਼ਨ ਹੁੰਦੇ ਨੇ, ਕਰਾਓ ਬੈਠੇ ਆ। ਕਰਾਉਂਦੇ ਤਾਂ ਜੇ ਕਰਾਉਣ ਜੋਗੇ ਹੁੰਦੇ। ਸਾਰਾ ਪਰਦਾ ਖੁੱਲ ਗਿਆ, ਸਾਰਾ ਬਾਜ ਖੁੱਲ ਗਿਆ। ਲੋਕਾਂ ਨੇ ਕਿਹਾ ਵੀ ਇਹ ਤਾਂ ਫਿਰ ਠੱਗੀ ਮਾਰਦੇ ਨੇ। ਜਿਹੜੇ ਅਰਥ ਕਰਦੇ ਤੇ ਉਹਦੇ ਸਿੱਧੇ ਕਰਕੇ ਅਰਥ ਦੱਸਦੇ ਉਹਨਾਂ ਨੇ। ਅੱਖਾਂ ਨਾਲ ਨਹੀਂ ਦਰਸ਼ਨ ਮੰਨਣੇ ਅਸੀਂ। ਅੱਖਾਂ ਬਾਝੋਂ ਵੇਖਣਾ ਬਿਨ ਕੰਨੀ ਸੁਣਨਾ। ਅੱਖਾਂ ਨਾਲ ਜਿਹਦੇ ਦਰਸ਼ਨ ਹੁੰਦੇ ਨੇ, ਪਰਮੇਸ਼ਰ ਗੁਰੂ ਨਹੀਂ ਹੁੰਦਾ। ਗੁਰ ਪਰਮੇਸ਼ਰ ਇੱਕੋ ਜਾਣ। ਜੇ ਤੁਸੀਂ ਡੁਪਲੀਕੇਟ ਬਣਾਇਆ ਤੁਸੀਂ ਰੱਖੋ, ਸਾਨੂੰ ਉਹਦੇ ਕਰਾ ਦਿਓ, ਇਹ ਤੁਹਾਡਾ ਸਹੀ, ਤੁਸੀਂ ਇਹਦੇ ਕਰੀ ਜਾਓ। ਇਹ ਦੱਸੋ ਇਹਦੇ ਕਰਕੇ ਤੁਹਾਨੂੰ ਮਿਲਿਆ ਕੀ ਹੈ, ਉਹ ਦਿਖਾਓ। ਜਿਹੜਾ ਇਹਦੇ ਦਰਸ਼ਨ ਕੀਤੇ ਨੇ ਅੱਖਾਂ ਵਾਲੇ ਦੇ, ਤੁਹਾਨੂੰ ਕੀ ਮਿਲਿਆ ਉਹ ਦਿਖਾਓ ਕੀ ਹੈ। ਉਹ ਹੈ ਨਹੀਂ ਕੁਛ। ਅਸੀਂ ਤਾਂ ਉਹਦੇ ਕਰਨੇ ਨੇ। ਅਸੀਂ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ, ਜਿਹਤੋਂ ਬਾਅਦ ਮਰਨ ਨਾ ਹੋਵੇ। ਬਸ ਫਿਰ ਕੀ ਸੀ? ਚੁੱਪ। ਠਕਰਾਈ ਚਲੀ ਗਈ, ਲੋਕ ਪਿੱਛੇ ਹਟ ਗਏ। ਲੋਕਾਂ ਦੇ ਨਾਲ ਹੈ ਨਾ, ਰਾਜਾ ਕਿਹਦੇ ਨਾਲ? ਪਬਲਿਕ ਨਾਲ। ਜੇ ਪਬਲਿਕ ਨਹੀਂ ਨਾਲ, ਰਾਜਾ ਕਾਹਦਾ? ਛੀਨ ਲਈ ਠਕਰਾਈ ਸਾਤੋਂ ਦਾਨਵੀ। ਸਾਡੀ ਠਕਰਾਈ ਜਿਹੜੀ ਚੌਧਰ ਸੀ, ਉਹਦਾ ਦਾਨਵਾਂ ਨੂੰ ਦੁਨੀਆ ਮੰਨਦੀ ਹੈ ਬਈ ਇਹ ਧਾਰਮਿਕ ਨੇ ਬੰਦੇ, ਇਹ ਅਸਲੀ ਧਰਮ ਦੀ ਗੱਲ ਕਰਦੇ ਨੇ। ਉਹ ਕਹਿੰਦੇ ਭਾਈ ਜੇ ਨਹੀਂ ਆ ਆਪਾਂ ਖੋਜ ਲਓ। ਉਹ ਕਹਿੰਦੇ ਵੀ ਆਪਾਂ ਖੋਜੋ ਗ੍ਰੰਥਾਂ ਨੂੰ। ਖੋਜ ਕੰਮ ਸ਼ੁਰੂ ਤਾਂ ਕਰਤਾ ਨਾ ਰਾਖਸ਼ਾਂ ਨੇ, ਕਹਿ ਕੇ ਵੀ ਵਿਚਾਰੋ, ਫਿਰ ਉਹਨੂੰ ਲੱਭੋ ਜਿਹੜਾ ਲਿਖਿਆ ਹੋਇਆ। ਇਹ ਛੱਡੋ ਇਹਨਾਂ ਵਾਲੀ ਗੱਲ। ਲੋਕ ਉਹਨਾਂ ਨਾਲ ਹੋ ਗਏ ਤੇ ਹੁਣ ਵੀ ਹੋ ਜਾਣਗੇ। ਹੁਣ ਕੀ ਹੋਇਆ? ਹੁਣ ਨਹੀਂ ਹੋਣਗੇ। ਇਹ ਪਾਣੀ ਐਡਾ ਉੱਚਾ ਉੱਤੇ ਦੀ ਲੰਘ ਜਾਣਾ। ਲੋਕੀ ਤੀ ਛੀਨ ਲਈ ਠਕਰਾਈ ਸਾਤੋਂ ਦਾਨਵੀ। ਲੋਕੀ ਤੀ ਫਰਾਈ ਦੋਹੀ ਆਪਣੀ। ਤਿੰਨੇ ਲੋਕ ਜਿਹਨੂੰ ਮੰਨਦੇ ਨੇ। ਇਹ ਤਿੰਨ ਲੋਕ ਕਿਹਨੂੰ ਮੰਨਦੇ ਨੇ? ਇਹ ਤਿੰਨ ਲੋਕ ਐ ਮੰਨਦੇ ਨੇ। ਇੱਕ ਤਾਂ ਆ ਜਿਹੜਾ ਹੈਗਾ ਦੱਖਣ ਦਾ ਇਲਾਕਾ, ਥੱਲੇ ਆ ਨਾ ਪੈਰਾਂ 'ਚ, ਥੱਲੇ ਨਕਸ਼ੇ 'ਚ ਉਹ ਵਿਚਾਲਾ ਮੈਦਾਨ ਆ ਗਿਆ, ਫਿਰ ਉੱਤੇ ਪਹਾੜ ਆ ਗਿਆ। ਇਹ ਹਿੰਦੁਸਤਾਨ 'ਚ ਤਿੰਨ ਲੋਕ ਮੰਨਦੇ ਨੇ। ਜਿਹੜਾ ਪਹਾੜੀ ਇਲਾਕਾ ਹੈ ਨਾ, ਉਹਨੂੰ ਸੁਰਗ ਲੋਕ ਮੰਨਦੇ ਨੇ। ਸਮਝਿਆ ਨਹੀਂ? ਆ ਮੈਦਾਨੀ ਇਲਾਕਾ ਜਿਹੜਾ ਦੇਵਤਿਆਂ ਦਾ ਇਲਾਕਾ ਮੰਨਦੇ ਨੇ। ਜਿਵੇਂ ਉਹ ਜਿਹੜਾ ਪਰੇ ਦੱਖਣ ਦਾ ਇਲਾਕਾ ਹੈ, ਜਿੱਥੇ ਉਹ ਪਹਾੜ ਪੂੜ ਜੇ ਨੇ, ਉਹਨਾਂ ਨੂੰ ਇਹ ਅਸਲ 'ਚ ਰਾਖਸ਼ ਮੰਨਦੇ ਨੇ। ਉੱਥੇ ਹੀ ਕੌਡਾ ਰਾਖਸ਼ ਉਸੇ ਇਲਾਕੇ ਸੀ ਨਾ,
ਇਹਨਾਂ ਨੇ ਉਹਨਾਂ ਨੂੰ ਮੰਨੇ ਨੇ, ਉਹਨਾਂ ਦੇ ਵਿਰੋਧੀ ਨੇ, ਉਹ ਇਹਨਾਂ ਦੇ ਵਿਰੋਧੀ ਨੇ। ਤਿੰਨਾਂ ਲੋਕਾਂ 'ਚ ਉਹਨਾਂ ਦੀ ਉਹ ਜੈ ਜੈਕਾਰ ਹੈ। ਹੁਣ ਸਾਨੂੰ ਕੋਈ ਨਹੀਂ ਮੰਨਦਾ। ਦੱਖਣ ਵਾਲੇ ਤਾਂ ਪਹਿਲਾਂ ਹੀ ਨਹੀਂ ਸੀ ਮੰਨਦੇ, ਉਹ ਤਾਂ ਪਹਿਲਾਂ ਹੀ ਵਿਰੁੱਧ ਸੀ ਇਹਨਾਂ ਤੇ। ਆਹ ਸੀਗੇ ਮੈਦਾਨੀ ਇਲਾਕੇ ਵਾਲੇ, ਇਹ ਵਿਰੁੱਧ ਹੋ ਗਏ। ਬਾਕੀ ਉਹ ਰਹਿ ਗਏ ਹੁਣ ਪਹਾੜ 'ਚ ਭੱਜ ਕੇ ਜਾ ਬੜੇ, ਉੱਥੇ ਦਾ ਖਤਰਾ ਸੀ ਵੀ ਇੱਥੇ ਵੀ ਜੇ ਨਾ ਹੋਏ ਫਿਰ ਕਿੱਥੇ ਜਾਵਾਂਗੇ। ਲੋਕੀ ਤਿਹੁ ਫਰਾਈ ਦੋਹੀ ਆਪਣੀ, ਬੈਠੇ ਵਾਏ ਵਧਾਈ ਤੇ ਅਮਰਾਵਤੀ। ਉਹ ਤਾਂ ਅਮਰਾਵਤੀ ਤੇ ਵੀ ਕਬਜ਼ਾ ਕਰ ਲਿਆ ਉਹਨਾਂ ਨੇ। ਆ ਜਿਹੜੇ ਦਰਿਆ ਨੇ ਨਾ ਕਿਨਾਰੇ, ਆਹ ਜਿਹੜੀ ਗੰਗਾ, ਸਾਰੀ ਗੰਗਾ ਤੇ ਹਰਿਦੁਆਰ ਵਗੈਰਾ ਸਾਰੇ ਕਬਜ਼ਾ ਉਹਨਾਂ ਦਾ ਹੀ ਆ। ਤੀਰਥਾਂ ਦੇ ਸਾਨੂੰ ਨਹੀਂ ਕੋਈ ਪੁੱਛਦਾ। ਬੈਠੇ ਵਾਏ ਵਧਾਈ ਤੇ ਅਮਰਾਵਤੀ, ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ। ਸਾਰੇ ਰਾਖਸ਼ਾਂ ਨੇ ਮਿਲ ਕੇ ਦੇਵ ਭਜਾਤੇ ਹਰ ਜਗ੍ਹਾ ਤੇ, ਚਰਚਾ ਕਰ ਕਰਕੇ। ਜਿੱਥੇ ਜਿੱਥੇ ਵੀ ਗਏ ਉਹਨਾਂ ਦੇ ਗਰੁੱਪ ਚਰਚਾ ਕੀਤੀ, ਸਾਰੇ ਭੱਜ ਗਏ ਛੱਡ ਕੇ। ਕਿਨੇ ਨਾ ਜਿੱਤਾ ਜਾਈ ਮਹਿਖੇ ਦੈਤ ਨੂੰ। ਜਿਹੜਾ ਪਿੱਛੇ ਉਹਨਾਂ ਦਾ ਸਾਰਿਆਂ ਦਾ ਮਹਿਖਾ ਦੈਤ ਹੈ, ਉਹ ਦੈਤ ਕਹਿੰਦੇ ਸੀ ਨਾ। ਇਹ ਇੰਦਰ ਦੇ ਮੂੰਹ ਤੋਂ ਗੱਲ ਕਹਾਈ ਹੈ। ਗੱਲ ਦਸਮ ਪਾਤਸ਼ਾਹ ਨੇ ਨਹੀਂ ਕਹੀ, ਇੰਦਰ ਨੇ ਜਿਵੇਂ ਕਹੀ ਹੈ ਗੱਲ। ਉਹ ਇੰਦਰ ਤਾਂ ਦੈਤ ਹੀ ਕਹਿੰਦਾ ਉਹਨੂੰ। ਬੋਲ ਇੰਦਰ ਰਿਹਾ ਤਾਂ ਕਰਕੇ ਦੈਤ ਲਫ਼ਜ਼ ਹੈ। ਬਿਰਥਾ ਸੁਣਾਈ ਆਪਣੇ ਹਾਲ ਦੀ, ਬਿਰਥਾ ਉਹਨੇ ਸੁਣਾਈ ਯਾਰ। ਕਹਿੰਦੇ ਕਿਹਨੇ ਨਾ ਜਿੱਤਾ ਜਾਈ ਮਹਿਖੇ ਦੈਤ ਨੂੰ। ਮਹਿਖੇ ਦੈਤ ਨੂੰ ਸਾਡੇ ਚੋਂ ਕੋਈ ਨਹੀਂ ਜਿੱਤ ਸਕਿਆ। ਰਾਖਸ਼ ਉਹਨੂੰ ਨਹੀਂ ਕੋਈ ਜਿੱਤ ਸਕਿਆ। ਕਾਹਦੇ 'ਚ? ਗਿਆਨ ਚਰਚਾ 'ਚ। ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾ। ਹੁਣ ਬਾਤ ਤੇਰੀ ਛਣ 'ਚ ਆਏ ਹਾਂ ਅਸੀਂ। ਹੁਣ ਇੱਕ ਆਦਮੀ ਦੀ ਛਣ 'ਚ ਆਏ ਨੇ। ਇੰਨੇ ਆਦਮੀ ਹਾਰ ਖਾ ਕੇ ਇੱਕ ਔਰਤ ਕਿਵੇਂ ਜਿੱਤ ਲੂ ਜੰਗ ਏਡੀ ਵੱਡੀ? ਜੇ ਲੜਾਈ ਸਰੀਰਕ ਹੋਵੇ, ਤਲਵਾਰਾਂ ਦੀ ਹੋਵੇ, ਤੋਪਾਂ ਦੀ ਹੋਵੇ, ਰਾਕਟਾਂ ਦੀ ਹੋਵੇ, ਉਸ ਵੇਲੇ ਤਾਂ ਖੈਰ ਥੇਰੀ ਨੇਜਿਆਂ ਦੀ, ਬਰਸ਼ਿਆਂ ਦੀ ਹੋਵੇ, ਤਾਂ ਇੱਕ ਔਰਤ ਲੜਾਈ ਕਿਵੇਂ ਜਿੱਤ ਲੂ ਇੰਨੇ ਬੰਦਿਆਂ ਨੂੰ? ਤੇ ਤੇਰੀ ਛੱਡ ਵਿੱਚ ਆਏ ਆ ਵੀ ਤੂੰ ਉਹ ਜਿਹੜੇ ਸਾਨੂੰ ਦਰਸ਼ਨ ਕਹਿੰਦੇ ਨੇ ਨਾ, ਤੂੰ ਕਰਾ ਹੁਣ ਦਰਸ਼ਨ ਧਰਮ ਦਾ, ਤੂੰ ਵਿਆਖਿਆ ਕਰ ਤਾਂ ਅਸੀਂ ਬਚਦੇ ਹਾਂ। ਦੁਰਗਸ਼ਾ ਤਾਂ ਕਹਿੰਦੇ ਨੇ ਜਿਹਨੇ ਜਿੱਤਿਆ ਹੋਵੇ ਨਾ। ਦੁਰਗ ਕਹਿੰਦੇ ਨੇ ਕਿਉਂ ਲੀਜਾ ਗੜ ਬੰਕਾ ਭਾਈ। ਜਿਹੜਾ ਹਿਰਦਾ ਕਿਲਾ, ਇਹਦੇ 'ਚ ਬੰਦਾ ਕਬਜ਼ਾ ਨਾ। ਜਦੋਂ ਮਨ ਨੂੰ ਫੜ ਲੈਂਦਾ ਹੈ, ਮਨ ਆਕੀ ਨੂੰ ਫੜਿਆ ਜਾਂਦਾ, ਵਿਵੇਕ ਬੁੱਧੀ ਮਨ ਨੂੰ ਕਾਬੂ ਕਰ ਲੈਂਦੀ ਹੈ, ਫਿਰ ਇਹਦਾ ਨਾਮ ਦੁਰਗਸ਼ਾ ਹੈ। ਦੁਰਗ ਦੀ ਰਾਣੀ ਸ਼ਾਹ ਜਿਹਨੂੰ ਕਹਿੰਦੇ ਨੇ ਨਾ। ਵਿਵੇਕ ਬੁੱਧੀ ਦੇ ਮਨ ਕਾਬੂ ਹੈ। ਵਿਵੇਕ ਬੁੱਧੀ ਦੇ ਬਿਨਾਂ ਮਨ ਕਾਬੂ ਨਹੀਂ ਹੁੰਦਾ ਹੈ। ਮਨ ਨਹੀਂ ਜਿੱਤਿਆ ਜਾਂਦਾ। ਗੁਰਮੁਖੀ ਲਫ਼ਜ਼ਾਂ ਨਾਲੇ ਗੁਰਮੁਖ ਨਹੀਂ ਹੁੰਦਾ ਹੈ। ਉਦੋਂ ਇਸਤਰੀਲਿੰਗ ਲਫ਼ਜ਼ ਵਰਤਿਆ ਜਾਂਦਾ। ਉਹ ਬੁੱਧੀ ਦੀ ਲੜਾਈ ਹੈ ਨਾ। ਇਹ ਅਕਲੀ ਸਾਹਿਬ ਸੇਵੀ ਹੈ। ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁੱਝੀ, ਅਕਲੀ ਕੀਜੇ ਦਾਨ, ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਇਹ ਅਕਲ ਦੀ ਲੜਾਈ ਹੈ। ਜਾਂ ਅਕਲ ਦੀ ਲੜਾਈ ਹੋਊ ਤਾਂ ਇਸਤਰੀਲਿੰਗ ਲਫ਼ਜ਼ ਵਰਤਿਆ ਜਾਊਗਾ। ਹੋਊ ਚਾਹੇ ਆਦਮੀ ਹੋਊ ਆਦਮੀ। ਲੜਾਈ ਅਕਲ ਦੀ ਹੈ ਇੱਥੇ। ਇਹ ਅਕਲ ਦੀ ਲੜਾਈ ਗਿਆਨ ਦੀ ਲੜਾਈ ਹੈ, ਹੋਰ ਕੁਝ ਨਹੀਂ ਹੈ। ਬੁੱਧੀ ਦੀ ਲੜਾਈ ਹੈ। ਬੁੱਧੀ ਦੀ ਲੜਾਈ 'ਚ ਹਾਰ ਖਾ ਗਏ ਉਹ ਰਾਖਸ਼ਾਂ ਤੋਂ। ਬੁੱਧੀਹੀਨ ਸੀਗੇ, ਇਹ ਵੀ ਬੁੱਧੀਹੀਨ ਸੀ, ਉਹ ਵੀ ਬੁੱਧੀਹੀਨ ਸੀ। ਜਿਹੜਾ ਕਾਲਾ ਬਗਾਨਾ ਬੁੱਧੀਹੀਨ ਸੀ, ਇਹ ਵੀ ਬੁੱਧੀਹੀਨ ਸੀ। ਪਰ ਬੁੱਧੀ ਦਾ ਪਰਿਚਾ ਇਹਨਾਂ ਨੇ ਦੇਣਾ ਸੀ। ਦੱਸੋ ਕੀ ਗਲਤ ਹੈ? ਹਾਲਾਂਕਿ ਸਾਰਾ ਕੁਝ ਗਲਤ ਕੀਤਾ ਉਹਨੇ, ਗਲਤ ਲਿਖਿਆ ਹੋਇਆ ਸੀ ਅੰਡ ਵੰਡ। ਪਰ ਇਹ ਕਿਵੇਂ ਦੱਸਣ ਕੀ ਗਲਤ ਹੈ? ਇਹਨਾਂ ਕੋਲ ਬੁੱਧੀ ਕਿੱਥੇ ਹੈ? ਕਿਉਂ ਇਹਨਾਂ ਨੇ ਪੁੱਛਿਆ ਇਹਨਾਂ ਨੂੰ ਹੈ ਕੀ ਗਲਤ ਹੈ। ਸਵਾਲ ਦਾ ਜਵਾਬ ਇਹਨਾਂ ਨੇ ਦੇਣਾ ਸੀ, ਉਹਦਾ ਦੇ ਨਹੀਂ ਰਿਹਾ ਜਵਾਬ। ਉਹਨੇ ਤਾਂ ਗਲਤ ਸਵਾਲ ਜਾਣ ਕੇ ਕੱਢ ਕੇ ਲੈ ਆਂਦਾ ਵੀ ਆ ਜੀ ਮੈਨੂੰ ਸਮਝਾਓ, ਮੇਰਾ ਜਵਾਬ ਗਲਤ ਹੈ। ਜਿਹਨੂੰ ਆਉਂਦਾ ਹੋਵੇ ਤਾਂ ਸਮਝਾਉਣ। ਡਿਊਟੀ ਇਹਨਾਂ ਦੀ ਸੀ ਦੱਸਣਾ। ਇਵੇਂ ਡਿਊਟੀ ਦੇਵਤਿਆਂ ਦੀ ਸੀ ਸਮਝਾਉਣਾ ਧਰਮ। ਕਿਉਂਕਿ ਧਾਰਮਿਕ ਬੰਦੇ ਉਹ ਸੀ, ਆਪਣੇ ਆਪ ਨੂੰ ਮੰਨਦੇ।
ਉਹ ਮੰਨਦੇ ਸੀ ਧਰਮ। ਰਾਖਸ਼ ਤਾਂ ਧਰਮ ਨੂੰ ਨਹੀਂ ਮੰਨਦੇ, ਉਹ ਤਾਂ ਰੱਬ ਨੂੰ ਨਹੀਂ ਮੰਨਦੇ ਸੀ। ਰੱਬ ਹੁੰਦਾ ਹੀ ਨਹੀਂ ਅਸਲ ਦੇ ਵਿੱਚ। ਜਾਇਜ਼ ਆ ਰੱਬ, ਤੁਸੀਂ ਕਹਿੰਦੇ ਹੁੰਦਾ ਨਹੀਂ, ਇਸ ਕਰਕੇ ਉਹ ਕਹਿੰਦੇ ਰੱਬ ਹੁੰਦਾ ਨਹੀਂ, ਹੈ ਹੀ ਨਹੀਂ। ਜਿਹੜਾ ਤੁਸੀਂ ਪ੍ਰਚਾਰ ਦੇ ਰੱਬ ਉਹ ਸਾਬਤ ਨਹੀਂ ਹੁੰਦਾ, ਇਸ ਕਰਕੇ ਰੱਬ ਹੈ ਹੀ ਨਹੀਂ। ਛੱਡੋ ਪਰੇ, ਰੱਬ ਤੇ ਆਪਾਂ ਨੇ ਕੀ ਲੈਣਾ। ਉਹ ਤਾਂ ਉਹਨਾਂ ਨੇ ਤਾਂ ਗੱਲ ਮੁਕਾਈ ਹੋਈ ਸੀ। ਸਾਬਤ ਇਹਨਾਂ ਨੇ ਕਰਨਾ ਸੀ, ਸਾਬਤ ਅਕਾਲ ਤਖਤ ਨੇ ਕਰਨਾ ਵੀ ਗੁਰਬਾਣੀ ਕੀ ਕਹਿੰਦੀ ਹੈ। ਗੁਰਮਤਿ ਦੇ ਅਰਥ ਜੀਵਨ ਮੁਕਤੀ ਕੀ ਹੁੰਦੀ ਹੈ, ਸਾਬਤ ਅਕਾਲ ਤਖਤ ਨੇ ਕਰਨਾ। ਦੱਸਣ ਕੀ ਹੁੰਦੀ ਹੈ ਜੀਵਨ ਮੁਕਤੀ, ਕਿਵੇਂ ਮਿਲਦੀ ਹੈ, ਛੁੱਟਣ ਦੀ ਵਿਧੀ ਹੈ ਗੁਰਬਾਣੀ 'ਚ। ਇਹ ਸਮਝਾਉਣ ਸੰਸਾਰ ਨੂੰ, ਕਿਉਂ ਨਹੀਂ ਸਮਝਾਉਂਦੇ? ਕਿਉਂ ਨਹੀਂ ਸਮਝਾਉਂਦੇ? ਕੀ ਕਰਦੇ ਨੇ ਫਿਰ ਉੱਥੇ? ਕਾਹਦੇ ਵਾਸਤੇ ਬੈਠੇ ਨੇ? ਸਿੱਖੀ ਦਾ ਪ੍ਰਚਾਰ ਹੈ ਜੀਵਨ ਮੁਕਤੀ ਕੀ ਹੈ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ। ਇਹ ਕੋਈ ਦਾੜੀਆਂ ਰਖਾਉਣਾ ਸਿੱਖੀ ਨਹੀਂ ਹੈ, ਕਿਰਪਾਨਾਂ ਪਾਉਣੀਆਂ ਸਿੱਖੀ ਨਹੀਂ ਹੈ। ਅਫਗਾਨਿਸਤਾਨ ਸਾਰੇ ਕਿਰਪਾਨਾਂ ਵੀ ਪਾਈ ਫਿਰਦੇ ਨੇ, ਦਾੜੀਆਂ ਕੇਸ ਵੀ ਰੱਖੇ ਨੇ। ਜੇ ਸਾਰੀ ਦੁਨੀਆ ਰੱਖ ਲਵੇ, ਰਾਸ਼ਟਰੀ ਸਿੰਘ ਸੰਗਤ ਦਾੜੀਆਂ ਰੱਖੀ ਫਿਰਦੀ ਹੈ, ਕਿਰਪਾਨਾਂ ਪਾ ਲੈਣ, ਉਹ ਵਿਚਾਰਧਾਰਾ ਜੇ ਦੂਈ ਹੋਵੇ ਫਿਰ ਕਬਜ਼ਾ ਕਰ ਲੈਣਗੇ ਆ ਕੇ। ਸਿੱਖੀ ਇੱਕ ਵਿਚਾਰਧਾਰਾ ਹੈ, ਕੋਈ ਭੇਖ ਨਹੀਂ ਹੈ। ਵਿਚਾਰਧਾਰਾ ਪਹਿਲਾਂ, ਭੇਖ ਬਾਅਦ ਦੀ ਗੱਲ ਹੈ। ਭੇਖ ਦਿੱਤਾ ਦਸਮ ਪਾਤਸ਼ਾਹ ਨੇ ਆ ਕੇ। ਵਿਚਾਰਧਾਰਾ ਪਹਿਲਾਂ ਨੌਆਂ ਨੇ ਪੱਕੀ ਕੀਤੀ ਹੈ, ਭਗਤਾਂ ਨੇ ਪਹਿਲਾਂ ਭਗਤਾਂ ਨੇ ਪੱਕੀ ਕੀਤੀ ਹੈ, ਫਿਰ ਗੁਰੂਆਂ ਨੇ ਸਾਰੀ ਵਿਚਾਰਧਾਰਾ ਪੱਕੀ ਕੀਤੀ ਹੈ। ਪੱਕੇ ਤੇ ਜਿਹੜੇ ਉਹਨਾਂ ਨੂੰ ਵੇਖ ਹੋਇਆ ਸੀ ਪ੍ਰਚਾਰ ਕਰਨ ਵਾਸਤੇ, ਵੀ ਉਹਨਾਂ ਨੇ ਸਿਰ ਦੇ ਦਿੱਤੇ ਵੀ ਅਸੀਂ ਪਹਿਰਾ ਦੇਵਾਂਗੇ ਚਾਹੇ ਸਿਰ ਚਲੇ ਜਾਣ। ਗੱਲ ਆ ਸੀ ਸਿਰ ਦੀ, ਹੋਰ ਕੁਝ ਨਹੀਂ ਸੀ। ਸਿਰ ਲੈ ਨਹੀਂ ਸੀ। ਸਾਤੇ ਬਾਅਦ ਸਿਰ ਚਾਹੇ ਤੁਹਾਡਾ ਲੱਗ ਜਵੇ, ਪਰ ਪ੍ਰਚਾਰ ਇਹਦਾ ਕਰਨਾ। ਗੱਲ ਇੰਨੀ ਸੀ ਸਿਰ ਲੈਣ ਦੀ। ਔਰ ਪੰਜ ਪੈਰਾਂ ਤੇ ਕੀ ਲੈਣਾ ਸੀ? ਕੀ ਲੈਣਾ ਸੀ ਪੰਜ ਪੈਰਾਂ ਤੇ? ਪਰ ਪਿੱਛੋਂ ਉਹਨਾਂ ਨੂੰ ਕਮਾਂਡ ਦੇਣੀ ਸੀ। ਇਹ ਸੱਚ ਦੇ ਪ੍ਰਚਾਰ ਦੀ ਕਮਾਂਡ ਦਿੱਤੀ ਹੈ ਉਹਨਾਂ ਨੂੰ। ਸੱਚ ਦਾ ਪ੍ਰਚਾਰ ਦੀ ਕਮਾਂਡ ਤੁਹਾਡੇ ਹੱਥ 'ਚ। ਸਿਰ ਲੱਗ ਜਵੇ, ਸਿੱਖੀ ਨਹੀਂ ਜਾਣ ਦੇਣੀ। ਅੱਗੇ ਪੜ੍ਹਦੇ ਵੀ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਨਾਲ ਸਿਦਕ ਲਫ਼ਜ਼ ਲੱਗਿਆ ਹੈ। ਸਿਦਕ ਦੇ ਬਿਨਾਂ ਸਿੱਖੀ ਹੋਈ ਨਹੀਂ। ਹੁਣ ਕੀ ਹੈ? ਹੁਣ ਸ਼ਰਧਾ ਹੈ। ਅੱਗੇ ਕਿਹਦੀ? ਸਿੱਖੀ, ਸਿਦਕ, ਭਰੋਸਾ। ਕੀ ਪੜ੍ਹਦੇ ਸੀ ਅੱਗੇ? ਜਿਨ੍ਹਾਂ ਨੇ ਸਿੱਖੀ, ਸਿਦਕ, ਭਰੋਸਾ ਰੱਖਿਆ, ਤਿਨਾਂ ਨੂੰ ਫਿਰ ਵਿਘਨ ਨਾ ਕਾਈ ਜੀ। ਸਿੱਖੀ, ਸਿਦਕ, ਸਿਦਕ ਹੈ ਸਬਰ ਔਰ ਭਰੋਸਾ। ਇਹ ਤਾਂ ਖੜੀ ਹੈ ਸਿੱਖੀ। ਅੱਜ ਦੇ ਸ਼ਰਧਾਵਾਨ ਸਿੱਖ ਨੇ, ਸ਼ਰਧਾਵਾਨ ਤਾਂ ਲਾਲਚੀ ਹੁੰਦਾ, ਲੋਭੀ ਹੁੰਦਾ, ਤਾਂ ਹੀ ਲੋਭ ਨਾ ਬਣਾਉਂਦੇ ਨੇ ਨਾ। ਸ਼ਰਧਾਵਾਨ ਜਿਹੜੇ ਲੋਕ ਨੇ ਨਾ, ਗੁਰੂ ਉਹਨਾਂ ਦੇ ਚੇਲੇ, ਉਹਨਾਂ ਵਾਸਤੇ ਇੱਕ ਸ਼ਬਦ ਹੈ। ਉਹ ਕੀ ਹੁੰਦਾ? ਗੁਰੂ ਚੇਲਾ ਲਾਲਚੀ ਦੋਨੋਂ ਖੇਲੇ ਦੋ। ਉਹ ਤਾਂ ਦੋਏ ਦੋ ਤੇ ਹੁੰਦੇ ਨੇ। ਗੁਰੂ ਆਪਣੇ ਦੌ ਤੇ ਹੈ, ਉਹ ਆਪਣੇ ਦੌ ਤੇ ਨੇ। ਕਹਿੰਦੇ 5000 ਰੁਪਇਆ ਦੇਵਾਂਗੇ, ਕੇਸ ਰੱਖੋ। ਜਿਨ੍ਹਾਂ ਦੇ ਰੱਖੇ ਨੇ ਉਹ ਵੀ ਕਟਾ ਲੈਣਗੇ ਵੀ 5000 ਦਓ ਤਾਂ ਰੱਖਾਂਗੇ। ਉਹ ਕਟਾ ਕੇ ਦੁਬਾਰਾ 5000 ਦਿੱਤੇ ਤੇ ਰੱਖਣਗੇ। ਫਿਰ ਕਾਹਦੇ ਰੱਖਣਗੇ ਉਹ? ਇਹਦਾ ਦੂਏ ਪਾਸੇ ਦਾ ਵੀ ਅਸਰ ਹੋ ਸਕਦਾ ਹੈ। ਕਿੰਨਾ ਚਿਰ ਦੇਣਗੇ? ਇਹ ਸਿੱਖੀ ਹੈ। ਇਹੋ ਜਿਹੀ ਸਿੱਖੀ ਨਹੀਂ ਚਾਹੀਦੀ। ਇਹੋ ਜਿਹੀ ਸਿੱਖੀ ਦੇ ਆਸਰੇ ਨਹੀਂ ਪ੍ਰਚਾਰ ਹੋ ਸਕਦਾ। ਸਿੱਖੀ ਸਿਰ ਦੇ ਕੇ ਮਿਲੀ ਸੀਗੀ। ਤੁਸੀਂ 5000 ਰੁਪਇਆ ਦੇ ਕੇ ਸਿੱਖੀ ਕਹਿੰਦੇ ਹੋ ਕਬੂਲ ਲਓ। ਜੇ ਤੁਸੀਂ ਸਿੱਖ ਹੋਏ ਜੇ ਉਹ ਬਣ ਜਾਣਗੇ, ਆਪਣੇ ਵਰਗੇ ਬਣਾ ਦੋਗੇ। ਹਾਂਜੀ। ਔੜੀ ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ। ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ। ਜਦ ਉਹਨੇ ਸੁਣਿਆ ਨਾ ਉਹਨਾਂ ਦੀ ਕਥਾ ਵਾਰਤਾ ਰੋਂਦੇ, ਫਿਰ ਹੱਸੀ ਵੀ ਦੇਖਿਆ ਸਵਾਦ। ਦੇਖ ਲਓ, ਅਸੀਂ ਤਾਂ ਚੁੱਪ ਕਰ ਰਹੇ, ਸਾਡਾ ਤਾਂ ਰੌਲਾ ਹੀ ਨਹੀਂ ਸੀ। ਸਾਨੂੰ ਤਾਂ ਪਤਾ ਹੀ ਹੈ 200 ਸਾਲ ਤੋਂ ਵੀ ਕੀ ਹੋ ਰਿਹਾ। ਰਾਜ ਵੀ ਕਰ ਲਿਆ, ਰਣਜੀਤ ਸਿੰਘ ਨੇ ਸਭ ਕੁਝ ਹੋ ਲਿਆ। ਪਤਾ ਹੀ ਸੀ ਸਾਰਿਆਂ ਨੂੰ ਵੀ ਕੀ ਹੋਊਗਾ। ਗੁਰਦੁਆਰੇ ਵੀ ਲੈ ਲਏ ਤਾਂ ਵੀ ਪਰੇ ਰਹੇ ਮਹੰਤਾਂ ਤੋਂ। ਤੁਸੀਂ ਹੁਣ ਆ ਗਿਆ ਨਾ ਮੌਕਾ, ਆ ਸੀ ਸਮਾਂ ਆਉਣ ਵਾਲਾ। ਹੁਣ ਫਸ ਗਏ ਕੜਕੀ 'ਚ ਚਾਰੇ ਪਾਸਿਆਂ ਤੇ। ਹੱਸੀ ਹੜ ਹੜਾਏ, ਹੱਸਣਾ ਹੀ ਸੀ।
ਦੇਖ ਲਓ ਸਵਾਦ। ਤੁਸੀਂ ਵੀ ਤੁਹਾਡੇ ਵੀ ਰੱਬ ਯਾਦ ਨਹੀਂ ਸੀ, ਤੈਨੂੰ ਵੀ ਰਾਜ ਏ ਸੀ, ਰਾਜ ਭਾਗ। ਇਹਨਾਂ ਨੂੰ ਰਾਜ ਭਾਗ ਗਈ ਹੈ, ਇਹਨਾਂ ਨੇ ਕੀ ਲੈਣਾ? ਮਾਇਆ ਹੈ, ਮਾਇਆ ਦੇ ਗੱਫੇ ਨੇ ਆਉਂਦੇ। ਰਾਜ ਭਾਗ ਹੈ, ਮੌਜਾਂ ਬੜੀਆਂ ਹੋਈਆਂ ਨੇ, ਬਿਪਤਾ ਨਹੀਂ ਨਾ ਆਈ। ਉਹੀ ਸ਼ੀਹ ਮੰਗਾਇਆ ਰਾਖਸ਼ ਭਖਣਾ। ਉਹੀ ਮੰਗਾ ਲਿਆ ਫਿਰ ਰਾਖਸ਼ ਭਖਣ। ਕਹਿੰਦੇ ਚੰਗਾ ਲਿਆਓ ਫਿਰ ਪੋਥੀਆਂ ਲਿਆਓ ਜਿਹੜੀਆਂ ਰੱਖੀਆਂ ਤੁਹਾਡੇ ਅਕਾਲ ਤਖਤ ਤੇ। ਪੋਥੀਆਂ 'ਚ ਪੜ੍ਹ ਕੇ ਹੀ ਦੱਸਾਂਗੇ। ਹੁਣ ਪੋਥੀਆਂ ਦਾ ਤੋਤੇ ਮਵਾਉਣੀਆਂ ਨੇ, ਗਲਤ ਤਾਂ ਤੁਹਾਡੇ ਕੋਲੇ ਪਏ ਨੇ। ਲਿਆਓ ਫਿਰ ਆਪਾਂ ਕਰਦੇ ਹਾਂ ਵੀ ਆਹ ਲਿਖਿਆ ਹੋਇਆ ਭਾਈ ਆ ਜਾਓ। ਬਿੱਲੇ ਖੱਤੇ ਹੀ ਚੱਲਣੀ ਹੈ। ਮੰਗਾ ਲਿਆ ਗਿਆਨ, ਬ੍ਰਹਮ ਗਿਆਨ, ਤਤ ਗਿਆਨ ਮੰਗਾ ਲਿਆ। ਤਤ ਗਿਆਨ ਸ਼ੇਰ ਹੈ, ਸਿੰਘ ਸ਼ਰਨ ਕੱਤ ਜਾਈਏ ਜੇ ਜੰਬੋ ਗ੍ਰਸ। ਇਹ ਜਿਹੜਾ ਤਤ ਗਿਆਨ ਹੈ, ਜਿਹੜਾ ਵਿਵੇਕ ਹੈ, ਸ਼ੇਰ ਹੈ, ਮੰਗਾ ਲਿਆ। ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ। ਕਹਿੰਦੇ ਤੁਸੀਂ ਚਿੰਤਾ ਨਾ ਕਰੋ, ਕੋਈ ਨਹੀਂ। ਦੇਵਾਂ ਨੂੰ ਕਿਹਾ ਆ ਜਾਣ ਦੋ, ਉਹਨਾਂ ਨੂੰ ਸੁਨੇਹਾ ਦੇ ਦਿਓ ਵੀ ਆ ਜਾਓ, ਵੀ ਚਰਚਾ ਕਰ ਲਓ। ਰੋਹ ਹੋਈ ਮਹਾਮਾਈ ਰਾਖਸ਼ ਮਾਰਨੇ। ਆ ਗਈ ਰੋਹ ਦੇ ਵਿੱਚ ਵੀ ਹੁਣ ਰਾਖਸ਼ਾਂ ਨੂੰ ਇਹਨਾਂ ਦੀ ਖੁੰਬ ਠੱਪੇ ਦੇਣੀ ਚਾਹੀਦੀ ਹੈ। ਇਹ ਜਿਹੜੇ ਬਹੁਤੇ ਪੁੱਤਰੇ ਨੇ ਨਾ, ਬਹੁਤ ਚਿਰ ਦੇ ਕਹਿੰਦੇ 10 ਗ੍ਰੰਥ ਹੈ ਨਹੀਂ, ਇਹਨਾਂ ਨੂੰ ਸਭ ਕੁਝ ਸਿਖਾਇਆ ਦੇਣਾ ਚਾਹੀਦਾ। ਇਸ ਕਰਕੇ ਰੋਹ 'ਚ ਆ ਗਈ। ਦੋਹਰਾ ਰਾਖਸ਼ ਮਾਰਨੇ ਵੀ ਇਹਨਾਂ ਦੀ ਪੂਰੀ ਐ ਤਹਿ ਲਾ ਦੇਣੀ ਹੈ। ਇਹ ਜਿਉਂਦੇ ਛੱਡਣੇ ਹੀ ਨਹੀਂ, ਜਿਉਂਦੇ ਰਹਿਣਗੇ ਜਾਂ ਸਾਬਤ ਹੋ ਜੂ। ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ, ਕਿਤੇ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ। ਹਾਂ, ਦੋਹਰਾ ਰਾਖਸ਼ ਆਏ ਰੋਹਲੇ ਖੇਤ ਭਿੜਨ ਕੇ ਚਾਏ। ਰਾਖਸ਼ ਵੀ ਰੋਲੇ ਸੀ। ਉਹਨਾਂ ਨੇ ਕਿਹਾ ਸਾਡੀ ਗੱਲ ਦਾ ਤਾਂ ਜਵਾਬ ਹੈ ਕਿਤੇ ਨਹੀਂ ਹੈ। ਉਹਨਾਂ ਨੂੰ ਕੀ ਪਤਾ ਹੈ ਵੀ ਅਰਥ ਕੀ ਨੇ? ਉਹਨਾਂ ਨੂੰ ਕੀ ਪਤਾ ਵੀ ਸ਼ਬਦ ਭੇਦ ਹੁੰਦਾ ਹੈ? ਉਹਨਾਂ ਨੇ ਤਾਂ ਇਹਨਾਂ ਤੋਂ ਹੀ ਸੁਣਿਆ ਹੋਇਆ ਸੀ, ਬਾਜ਼ਾਰ ਤੋਂ। ਇਹਨਾਂ ਨੇ ਵੀ ਬਾਜ਼ਾਰ ਵਾਲਾ ਧਰਮ ਸਾਖੀਆਂ ਸੁਣੀਆਂ ਹੋਈਆਂ ਨੇ। ਉਹ ਸਾਖੀਆਂ ਵਾਲਾ ਧਰਮ ਸੁਣ ਕੇ ਹੀ ਤਾਂ ਉਹ ਭੁੱਤਰਿਆ ਹੋਇਆ ਸੀ ਜਿਹੜਾ ਆਪਣਾ ਰਜਨੀਸ਼ ਸੀ। ਉਹ ਸਾਖੀਆਂ ਸੁਣ ਕੇ ਹੀ ਉਹਨੂੰ ਗੁਰਮਤ ਮੰਨ ਕੇ ਲਿਖੀ ਜਾਂਦਾ। ਸਾਖੀਆਂ ਨੂੰ ਸੱਚ ਮੰਨਦਾ, ਗੁਰਮਤ ਮੰਨਦਾ ਉਹਨਾਂ ਨੂੰ। ਸਾਖੀਆਂ ਨੂੰ ਗੁਰਮਤ ਮੰਨੀ ਜਾਂਦਾ। ਇਹ ਜਿਹਾ ਜਿਹੜਾ ਪ੍ਰਚਾਰ ਸੀ ਇਹਨਾਂ ਦਾ, ਉਹਨੇ ਕਿਹਾ ਵੀ ਇਹ ਪ੍ਰਚਾਰ ਤਾਂ ਸਾਡੇ ਕੋਲ ਚੱਲੇ ਨਹੀਂ ਸਕਦਾ। ਲਿਸ਼ਕਣ ਤੇਗਾਂ ਬਰਛੀਆਂ ਸੂਰਜ ਨਜ਼ਰ ਨਾ ਪਾਏ। ਰਾਖਸ਼ ਆਏ ਰੋਲੇ ਖੇਤ ਭਿੜਨ ਕੇ ਚਾਏ, ਚਾਅ ਨਾਲ ਆਏ। ਲਿਸ਼ਕਣ ਤੇਗਾਂ ਬਰਛੀਆਂ ਲਿਸ਼ਕਣ ਤੇਗਾਂ ਬਰਛੀਆਂ ਆਪਣੀ ਆਪਣੀ ਮੱਤ ਚਮਕਾ ਕੇ ਲੈ ਕੇ ਆਏ ਨੇ। ਉਹ ਵੀ ਪੜ੍ਹ ਕੇ ਆਏ ਨੇ ਨਾ, ਤਰਖੀਲਾਂ ਵਾਲੇ ਸਭ ਕੁਛ ਆਪਣੀ ਚਮਕਾ ਕੇ ਲਿਆਏ ਨੇ ਬਰਛੀਆਂ। ਸੂਰਜ ਨਜ਼ਰ ਨਾ ਪਾਏ, ਸੂਰਜ ਨੂੰ ਉੱਥੇ ਕਿੱਥੇ। ਪੌੜੀ ਦੋਹਾਂ ਕੰਧਾਰਾ ਮੂੰਹ ਜੁੜੇ ਢੋਲ ਸੰਖ ਨਗਾਰੇ ਵੱਜੇ। ਦੋਹਾਂ ਜੁੜ ਗਏ ਮੂੰਹ ਦੋਹਾਂ ਦੇ, ਆਪਣੇ ਸਾਹਮਣੇ ਚੱਲ ਪਈ ਚਰਚਾ। ਢੋਲ ਸੰਖ ਨਗਾਰੇ ਵੱਜੇ। ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ। ਰਾਖਸ਼ ਵੀ ਆਏ, ਉਧਰ ਤਾਂ ਕੀਰਤਨ ਸ਼ੁਰੂ ਹੋ ਗਿਆ। ਪਹਿਲਾਂ ਕੀਰਤਨ ਕੀਤਾ ਸ਼ਬਦ ਦਾ, ਫਿਰ ਉਹਦੀ ਵਿਆਖਿਆ ਕਰਨੀ ਹੈ। ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸੱਜੇ। ਉਹ ਵੀ ਆਏ ਆਪਣੇ ਆਪਣੇ ਲੈ ਕੇ, ਉਹ ਤਰਕਸ਼ੀਲਾਂ ਵਾਲੀਆਂ ਕਿਤਾਬਾਂ ਜਿਹੜਾ ਉਹਨਾਂ ਦੇ ਲਿਖੇ ਹੋਏ ਸੀ। ਜਿਵੇਂ ਆਹ ਲਈ ਫਿਰਦੇ ਨੇ ਇਹ ਤੋਂ ਖਿਲਾਫ 10 ਗ੍ਰੰਥ ਤੋਂ, ਉਹ ਆਪਣੇ ਚੱਕ ਲਿਆਏ। ਉਹਨਾਂ ਕੋਲ ਇਹੀ ਹੁੰਦਾ, ਉਹ ਆਪਣੀਆਂ ਚੱਕ ਲਿਆਏ। ਜੁੱਟੇ ਸਹੁਏ ਯੁੱਧ ਨੂੰ ਇੱਕ ਜਾਤ ਨਾ ਜਾਣਨ ਭੱਜੇ। ਜੁੱਟੇ ਸਹੁਏ ਯੁੱਧ ਨੂੰ, ਸਾਹਮਣੇ ਜੁੜ ਗਏ ਉਹ ਵੀ ਆਪਣੇ ਆਪਣੇ ਸਾਬਤ ਕਰਨ। ਯਾ ਦੇਖੋ ਆਹ ਲਿਖਿਆ, ਫਲਾਣੇ ਨੇ ਆਹ ਲਿਖਿਆ, ਢਿਮਕੇ ਨੇ ਆਹ ਲਿਖਿਆ। ਇੱਕ ਜਾਤ ਨਾ ਜਾਣਨ ਭੱਜੇ। ਜਿਹੜੇ ਜਾਣਦੇ ਹੀ ਨਹੀਂ ਸੀ ਭੱਜਣ, ਕਦੇ ਭੱਜੇ ਹੀ ਨਹੀਂ ਸੀ, ਉਹ ਸਾਹਮਣੇ ਡਟ ਗਏ ਉਹ ਵੀ। ਖੇਤ ਅੰਦਰ ਜੋਧੇ ਗੱਜੇ। ਖੇਤ ਅੰਦਰ ਜੋਧੇ ਗੱਜੇ। ਆਪਣੇ ਆਪਣੇ ਵਰਸ਼ਨ ਜ਼ੋਰ ਸ਼ੋਰ ਨਾਲ ਪੜਨ ਲੱਗੇ, ਦੱਸਣ ਲੱਗੇ। ਖੇਤ ਅੰਦਰ ਜੋਧੇ ਗੱਜੇ। ਖੇਤ ਅੰਦਰ ਮੈਦਾਨ ਦੇ ਅੰਦਰ ਜੋਧੇ ਗੱਜੇ। ਆਪਣੇ ਆਪਣੇ ਦੱਸੇ ਵੀ ਆਹ ਦੇਖੋ ਫਲਾਣੇ ਦੀ ਲਿਖਤ, ਆਹ ਦੇਖੋ ਉਹਦੀ ਲਿਖਤ, ਆਹ ਦੇਖੋ ਉਹਦੀ ਲਿਖਤ। ਉਹ ਆਪਣੀ ਗੱਲ ਕਰ ਰਹੇ ਨੇ, ਇੱਧਰ ਆਪਣੀ ਗੱਲ ਹੋਊਗੀ।